ਅੱਜ ਅੰਕ ਨੰਬਰ 1067 ਤੋਂ ਅੱਗੇ ਪਾਠ ਕਰਨਾ। 1067 ਨੰਬਰ ਅੰਕ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 23ਵੇਂ ਸੋਲੇ ਦੇ 3 ਪਦਿਆਂ ਤੱਕ ਦੇ ਪਾਠ ਪਹਿਲਾਂ ਹੋ ਚੁੱਕੇ ਹਨ। ਅੱਜ ਅੱਗੋਂ ਪਾਠ ਕਰਨਾ ਹੈ। हर जियो मेले आप मिलाए, गुर कै शब्दे आप गवाए, अंदिन सदा हर भगति राते, इस जग में लाहा पाया। हर जियो मेले आप मिलाए, गुर कै शब्दे आप गवाए, अंदिन सदा हर भगति राते, इस जग में लाहा पाया। हर जियो मेले आप मिलाए। हर जियो, हरी दे नाल जियो अखर आया, सत्कार लिया आया। हर जियो मेले मिलदा है, आप मिलाए, आप ही अपने नाल मेल लैंदा है। पाओ जिहड़ा हुक्म उस परमात्मा ने बनाया है, उस हुक्म ते तुरिया परमात्मा आप ही बख्शिश करता है, आप ही अपने नाल मिला लैंदा है। गुर कै शब्दे आप गवाए, की बख्शिश करते हैं, इंज कह लिए परमात्मा की बख्शिश करता है। गुर कै शब्दे, जीवन विच की बदलाव आंदा है मनुख दे। गुर के शब्दे, गुरु दे शब्द दे राही, सच दे ज्ञान दे राही आप गवाए, आपा भाव गवा लैंदा है। मनुख दे मन विचों मैं मेरी दी भावना निकल जाती है। गुरु दे शब्द दे राही जदों मन विचों आपा भाव द्वैत भाव निकल जाता है, विकार निकल जाते हैं, जदों गुरु दे शब्द दे राही इंज कह लिए परमात्मा दे गुणां दा धारनी हो जाता है। हर जियो मेले आप मिलाए, फिर हरि आप ही अपने नाल मिला लैंदा है। गुर कै शब्दे आप गवाए, अंदिन सदा हर भगति राते, इस जग में लाहा पाया। अंदिन सदा, दिन तो पावे हर रोज, सदा तो पावे सदीव। हुण बदलाव की आया जीवन विच? हर भगति राते, हरि दी भगति विच भिजे रहंदे हैं, दिने भी राती भी सदी भी। गुण कै गुणी ਸਮਾ ਬਣਿਆ। ਗੁਣ ਕਹਿ ਕਹਿ ਕੇ ਗੁਣਾਂ ਵਾਲੇ ਪ੍ਰਮਾਤਮਾ ਦੇ ਵਿੱਚ ਲੀਨ ਰਹਿੰਦੇ ਹਨ। ਅੰਦਿਨ ਸਦਾ ਹਰ ਭਗਤੀ ਰਾਤੇ, ਮਨ ਕਰਕੇ ਵੀ ਤਨ ਕਰਕੇ ਵੀ, ਸੁਰਤ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ, ਤੇ ਤਨ ਕਰਕੇ ਸੱਚ ਦੇ ਕਾਰ ਵਿਹਾਰ ਕਰਦੇ ਰਹਿੰਦੇ ਹਨ। ਅੰਦਿਨ ਸਦਾ ਹਰ ਭਗਤੀ ਰਾਤੇ, ਇਸ ਜਗ ਮੇਂ ਲਾਹਾ ਪਾਇਆ। ਕਹਿੰਦੇ ਨੇ ਫਿਰ ਇਸ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਲਾਹਾ ਪਾਇਆ, ਲਾਹਾ ਪ੍ਰਾਪਤ ਕਰਦੇ ਹਨ। ਅਸੀਂ ਧਿਆਨ ਦਈਏ ਨਾ, ਗੁਰੂ ਸਾਹਿਬ ਬਾਰ-ਬਾਰ ਸਾਨੂੰ ਸਮਝਾਉਣਾ ਕਰਦੇ ਹਨ, ਇਸ ਜਗ ਮੇਂ ਲਾਹਾ। ਸਾਨੂੰ ਬਾਰ-ਬਾਰ ਗੁਰੂ ਸਾਹਿਬ ਕਈ ਇਹੋ ਜਿਹੇ ਅੱਖਰ ਇਸਤੇਮਾਲ ਕਰਕੇ ਸਮਝਾਉਣਾ ਕਰਦੇ ਹਨ। ਸਾਨੂੰ ਧੰਦੇ ਕਰਕੇ ਵੀ ਅੱਖਰ ਕਹਿੰਦੇ ਹਨ ਕਿ ਇਸ ਜਗ ਵਿੱਚ ਆ ਕੇ ਤੂੰ ਕੀ ਕਰਮ ਕਮਾਇਆ, ਕੀ ਤੂੰ ਨਫਾ ਲਿੱਤਾ ਹੈ, ਕੀ ਤੂੰ ਪ੍ਰਾਪਤੀ ਕੀਤੀ ਹੈ। ਅਸੀਂ ਸੰਸਾਰ ਦੇ ਜਿਹੜੇ ਵੀ ਕਾਰ ਵਿਹਾਰ ਕਰਦੇ ਹਾਂ, ਆਤਮਕ ਤੌਰ ਤੇ ਜਾਂ ਸਾਡੀ ਵ੍ਰਿੱਧੀ ਹੁੰਦੀ ਹੈ ਜਾਂ ਨੁਕਸਾਨ ਹੁੰਦਾ। ਆਤਮਕ ਤੌਰ ਤੇ ਜਾਂ ਸਾਡੇ ਕੀਤੇ ਹੋਏ ਤਨ ਤੇ ਮਨ ਦੇ ਕਾਰ ਵਿਹਾਰਾਂ ਦੀ ਵਜ੍ਹਾ ਕਰਕੇ ਜਾਂ ਸਾਡਾ ਅਹੰਕਾਰ ਵਿਕਾਰ ਵੱਧਦਾ ਹੈ, ਜਾਂ ਅਹੰਕਾਰ ਤੇ ਵਿਕਾਰ ਇਤਿਆਦਿ ਘਟਦੇ ਹਨ, ਜਾਂ ਵਿਕਾਰ ਵਗੈਰਾ ਘਟਦੇ ਹਨ ਜਾਂ ਵੱਧਦੇ ਹਨ। ਤੇ ਗੁਰੂ ਸਾਹਿਬ ਕਹਿ ਰਹੇ ਹਨ ਇਸ ਜਗ ਮੇਂ ਲਾਹਾ ਪਾਇਆ। ਕਿਹੜਾ ਲਾਹਾ ਪਾਇਆ? ਵਿਕਾਰ ਸ਼ਾਂਤ ਹੋਣ ਲੱਗ ਪਏ, ਆਪਾ ਭਾਵ ਗਵਾ ਦਿੱਤਾ, ਸ਼ਾਂਤੀ ਆਉਣ ਲੱਗ ਪਈ, ਆਨੰਦ ਦੀ ਪ੍ਰਾਪਤੀ ਹੋਣ ਲੱਗ ਪਈ, ਖੇੜੇ ਦੀ ਪ੍ਰਾਪਤੀ ਹੋ ਗਈ, ਜਿਸ ਬਾਬਤ ਸਹਿਜ ਅਵਸਥਾ ਦਾ ਵੀ ਜ਼ਿਕਰ ਕਰਦੇ ਹਨ। ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ। ਜੀ ਹਰਵਿੰਦਰ ਵੀਰ ਜੀ। ਅਸੀਂ ਕੱਲ ਜਿਹੜਾ ਲਾਸਟ ਜਿਹੜਾ ਬੰਦ ਵਿਚਾਰ ਕੇ ਆਏ ਸੀ ਨਾ, ਵੀ ਸਫਲ ਜਨਮ ਹਰ ਚਰਣੀ ਲਾਗੇ। ਜੀਵਨ ਜਿਨ੍ਹਾਂ ਦਾ ਆਇਆ ਵੀ ਉਹ ਸਫਲ ਕਿਹਨਾਂ ਦਾ ਹੁੰਦਾ ਹੈ ਐਸੇ ਸੰਸਾਰ ਵਿੱਚ ਆਇਆ, ਕਹਿੰਦੇ ਵੀ ਉਹਨਾਂ ਦਾ ਸਫਲ ਹੁੰਦਾ ਜੋ ਗੁਰੂ ਦੇ ਚਰਨਾਂ ਦੇ ਰਾਹੀਂ ਜਾਂ ਗੁਰੂ ਦੇ ਰਾਹੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜਿਹੜੇ
ਜਿਹੜੇ ਜੁੜ ਜਾਂਦੇ ਨੇ ਉਹਨਾਂ ਦਾ ਜਨਮ ਜਿਹੜਾ ਸਫਲ ਹੋ ਜਾਂਦਾ ਹੈ। ਕਹਿੰਦੇ ਉਹਨਾਂ ਨੂੰ ਤੋਂ ਵਿਉਂਤ ਕੈਸੀ ਹੈ, ਦੇਖੋ ਕਹਿੰਦੇ ਵੀ ਹਰ ਜੀਉ ਮੇਲੇ ਆਪ ਮਿਲਾਏ, ਗੁਰ ਕੈ ਸ਼ਬਦੇ ਆਪ ਗਵਾਏ। ਉਹ ਮਿਲਾਂਦਾ ਕਿਸ ਨੂੰ ਹੈ ਆਪਣੇ ਨਾਲ, ਕਹਿੰਦਾ ਵੀ ਜਿਸ ਉਹ ਕਹਿੰਦਾ ਗੁਰੂ ਦੇ ਸ਼ਬਦ ਦੇ ਰਾਹੀਂ ਜਿਨ੍ਹਾਂ ਨੇ ਆਪਣੇ ਆਪ ਵਿੱਚੋਂ ਆਪਾ ਭਾਉ ਗਵਾ ਦਿੱਤਾ। ਜਦ ਤੱਕ ਕਹਿੰਦੇ ਜਬ ਹਮ ਹੋਤੇ तब तू नाही, अब तुम हो हम नाही। जब तक मैं मेरी जिंदगी जो कहते हैं जब लग मेरी करे तब लग काज एक नहीं सरे। जब मेरी मिट जाए तब प्रभ काज सवारे हैं आए। जब तक चरण दे नाल जुड़ना कहना भी कहना जिन्ना गुरबाणी मन भाईया अमृत छक छके, जिन्होंने गुरु की बाणी चंगी लगनी शुरू हो जाती है, ਉਹ ਮਨ ਨੂੰ ਇਹ ਅੰਮ੍ਰਿਤ ਦੀ ਦਾਤ ਜਿਹੜੀ ਉਹ ਪੀਣਾ ਸ਼ੁਰੂ ਕਰ ਦਿੰਦੇ ਨੇ। ਤੇ ਇੱਥੇ ਜਿਹੜਾ ਗੁਰੂ ਸਾਹਿਬ ਕਹਿੰਦੇ ਵੀ ਹਰ ਜੀਉ ਮੇਲੇ ਆਪ ਮਿਲਾਏ, ਲੇਕਿਨ ਉਹ ਵਰਤਦਾ ਕਿਹਦੇ ਨਾਲ ਹੈ, ਕਹਿੰਦਾ ਵੀ ਜਦੋਂ ਗੁਰ ਕੈ ਸ਼ਬਦੇ ਆਪ ਗਵਾਏ, ਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਬੰਦਾ ਆਪਾ ਭਾਉ ਜਿਹੜਾ ਨਾ, ਕਹਿੰਦਾ ਗੁਰ ਸ਼ਬਦੀ ਵਿੱਚੋਂ ਹੋਮੈ ਖੋਏ, ਵੀ ਮੈਂ ਕੁਝ ਹਾਂ ਜਿਹੜਾ ਵੀ ਉਹ ਇੱਥੇ ਬੜਾ ਗੁਰਬਾਣੀ ਜਿਹੜੇ ਫੈਸਲੇ ਨਾਲ ਕਹਿੰਦੇ ਵੀ ਉਹ ਕਹਿੰਦੇ ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤੁਰਾਈ। ਰੱਬ ਨੂੰ ਮਿਲਣਾ ਚਾਹਨਾ ਹੈ, ਕਹਿੰਦਾ ਬਸ ਆਪਣੇ ਜੀਵਨ ਵਿੱਚੋਂ ਆਪਾ ਭਾਉ ਖਤਮ ਕਰ ਦੇ, ਬਸ ਕਹਿੰਦੇ ਆਪ ਗਵਾਈਏ ਤਾਂ ਸ਼ੋ ਪਾਈਏ ਔਰ ਕੈਸੀ ਚਤੁਰਾਈ, ਹੋਰ ਕੋਈ ਸਿਆਣਪ ਹੋਰ ਕਿਸੇ ਚਤੁਰਾਈ ਦੇ ਨਾਲ ਰੱਬ ਦੀ ਨੇੜਤਾ ਜਿਹੜੀ ਹੈ ਨਾ, ਇੱਥੇ ਦੇ ਹੁਕਮ ਮੰਨੀਏ ਹੋਵੇ ਪ੍ਰਵਾਨ ਵਾਲੀ ਗੱਲ ਹੈ। ਤਾਂ ਖਸਮੇ ਕਾ ਮਹਿਲ ਪਾਏ ਸੀ। ਕਬੀਰ ਸਾਹਿਬ ਦੇ ਜਿਹੜੇ ਦੋ ਸ਼ਲੋਕ ਆਉਂਦੇ ਨੇ, ਉਹ ਇੱਕ ਤੋਂ ਬਾਅਦ ਇੱਕ ਹੈ, ਉਹ ਜਿਹੜਾ ਉਹ ਕਹਿੰਦਾ कबीर मोहे मरने का चाव है, मरो तो हर के द्वार, मत हर पूछे कौन है परा हमारे बार। जे मैं रब दे दरवाजे ते पिया होया होवां, रब दरवाजा खोले मैनू पूछे कौन है, ते मैं की जवाब देवांगा। कबीर साहब अगे कहंदे ने ना मोहे छान ना छापरी, ना मोहे घर ना गांव, मत हर पूछे कौन है मेरे जात ना नाव। मेरे नाम मेरा मैं जे मैं कहांगा मैं कौन, मैं जे मैं कबीर ते मैं कबीर किथे दा, अच्छा बनारस दा कौन जुलाहा। कहंदे नहीं ना मेरा कोई नाम होए छान, ना मेरा कोई एड्रेस ही नहीं, मेरी कोई हस्ती ही नहीं। जे रब विच समाना चाहना है ना, गुरु दे शब्द दे राहीं अपने जीवन विचों आपा भाव जिहड़ा है ना वो निकाल दे। मैं कुछ सही समझना, मैनू कुछ ठीक लगता है, ਇੱਥੇ ਉਸ ਚੀਜ਼ ਵਾਸਤੇ ਕੋਈ ਥਾਂ ਨਹੀਂ। ਇੱਥੇ ਕੇਵਲ ਤੇ ਕੇਵਲ ਇਹਨਾਂ ਜੋ ਗੁਰੂ ਜੋ ਕਹਿੰਦਾ ਨਾ ਉਹ ਕੰਮ ਕਰ। ਕਹਿੰਦਾ ਗੁਰ ਕੇ ਸ਼ਬਦੇ ਆਪ ਗਵਾਏ, ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਜੀਵਨ ਵਿੱਚੋਂ ਆਪਾ ਭਾਉ ਜਿਹੜਾ ਹੈ ਨਾ ਉਹ ਜੋ ਗਵਾ ਲੈਂਦੇ, ਕਹਿੰਦੇ ਨੇ ਹਰ ਜੀਉ ਮੇਲੇ ਆਪ ਮਿਲਾਏ। ਫਿਰ ਪਰ ਇਹ ਵਿਉਂ ਦੇ ਪਰਮਾਤਮਾ ਦੀ ਤਰੀਕਾ ਹੈ, ਕਹਿ ਲਓ ਬਣਤ ਹੈ, ਕਹਿ ਲਓ ਰੱਬ ਨੇ ਇੱਕ ਤਰੀਕਾ ਹੈ। ਜੇ ਉਹ ਜੋ ਗੇਮ ਹੈ ਨਾ, ਗੇਮ ਦੇ ਰੂਲਸ, ਜੋ ਗੇਮ ਦਾ ਕਰਤਾ ਹੁੰਦਾ ਉਹ ਗੇਮ ਦੇ ਰੂਲਸ ਬਣਾਉਂਦਾ ਹੈ। ਉਹਨਾਂ ਨੇ ਰੱਬ ਨੇ ਵੀ ਇਹ ਰੂਲਸ ਬਣਾਏ ਹੋਏ ਨੇ ਗੇਮ ਦੇ, ਵੀ ਜਿਹੜਾ ਬੰਦਾ ਗੁਰੂ ਦੇ ਸ਼ਬਦਾਂ ਦੇ ਰਾਹੀਂ ਆਪਣੇ ਜੀਵਨ ਵਿੱਚੋਂ ਆਪਾ ਭਾਉ ਗਵਾ ਦੇਗਾ, ਕਹਿੰਦੇ ਫਿਰ ਪਰਮਾਤਮਾ ਨੂੰ ਆਪ ਆਪਣੇ ਨਾਲ ਮਿਲਾ ਲੇਗਾ। ਹਰ ਜੀਉ ਮੇਲੇ ਆਪ ਮਿਲਾਏ, ਲੇਕਿਨ ਹੁੰਦਾ ਕਦੋਂ ਹੈ, ਕਹਿੰਦਾ ਗੁਰ ਕੈ ਸ਼ਬਦੇ ਆਪ ਗਵਾਏ। ਮੈਂ ਕੁਝ ਹਾਂ ਇੱਥੇ ਤੇ ਕਹਿੰਦੇ ਹੁਕਮ ਬਣੀ ਹੋਵੇ ਪ੍ਰਵਾਨ। ਇੱਥੇ ਆਪਣੀ ਮਤ ਰੱਖਣ ਦੀ ਕੋਈ ਕਿਸੇ ਨੂੰ ਕੋਈ ਮੈਨੂੰ ਠੀਕ ਲੱਗਦਾ ਹੈ ਮੈਂ ਸਮਝਣਾ ਨਹੀਂ। ਹਰ ਕਿਰਿਆ ਦੇ ਵਾਸਤੇ ਗੁਰੂ ਨੂੰ ਪੁੱਛ ਲੈ। ਜ਼ਿੰਦਗੀ ਦਾ ਹਰ ਫੈਸਲਾ ਜਿਹੜਾ ਹੈ ਨਾ ਮੈਨੂੰ ਠੀਕ ਲੱਗਦਾ, ਜਾਂ ਫਲਾਨਿਆਂ ਨੇ ਵੀ ਇਹ ਕੰਮ ਕੀਤਾ ਸੀ, ਨਹੀਂ। ਇੱਥੇ ਕੇਵਲ ਦੇ ਕੇਵਲ ਉਹ ਸਤਿਗੁਰੂ ਨੂੰ ਪੁੱਛ ਕੇ ਹੀ ਚੱਲ। ਐਸੇ ਬੰਦੇ ਦੀ ਜੀਵਨ ਚਾਲ ਫਿਰ ਗੁਰੂ ਕਹਿੰਦਾ ਕੈਸੀ, ਕਹਿੰਦਾ ਅਨੰਦਿਨ ਸਦਾ ਹਰ ਭਗਤੀ ਰਾਤੇ, ਅਨੰਦਿਨ ਤੋਂ ਪਾਓ ਹਰ ਰੋਜ਼, ਹਮੇਸ਼ਾ ਵਾਸਤੇ ਜਿਹੜਾ ਹੈ ਨਾ ਵੀ ਉਹ ਇੱਥੇ ਗੁਰਬਾਣੀ ਕਹਿੰਦੇ ਇੱਕ ਤਿਲ ਪਿਆਰਾ ਵੀਸਰੈ ਭਗਤ ਕਿ ਨਹੀਂ ਹੋਏ। ਜੇ ਇਹ ਕਿਸੇ ਭਗਤੀ ਕਹਿੰਦੇ ਇੱਕ ਛਿਨ ਵਾਸਤੇ ਵੀ ਜੇ ਰੱਬ ਨੂੰ ਭੁੱਲ ਜਾਵੇਂ, ਕਹਿੰਦੇ ਨਾਨਕ ਜਿਤ ਵੇਲੇ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਇੱਥੇ ਰੱਬ ਨੂੰ ਜਿਹੜਾ ਇੱਥੇ ਅਸੀਂ ਕਈ ਵਾਰ ਕਹਿੰਦੇ ਆ ਵੀ ਸਿਮਰਨ 1 ਘੰਟਾ ਕਰਨਾ ਚਾਹੀਦਾ, 2 ਘੰਟਾ ਕਰਨਾ ਚਾਹੀਦਾ ਹੈ। ਇੱਥੇ ਤੇ ਗੁਰਬਾਣੀ ਕਿੱਥੇ ਵੀ ਨਹੀਂ ਕਹਿੰਦੀ, ਇੱਥੇ ਤੇ ਉਹ ਕਹਿੰਦੇ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਥੇ ਵੀ ਦੇਖੋ ਪਹਿਲੇ ਦਮ 2 ਵਾਰ ਆਉਂਦਾ ਹੈ, ਮੰਮੇ ਨੂੰ ਸਿਹਾਰੀ ਹੈ, ਉਹ ਹਰ ਇੱਕ ਸਵਾਸ ਦੇ ਨਾਲ ਕਿਰਿਆਵਾਚਕ ਹੋ ਗਿਆ ਜਿਕਨ ਕਹਿ ਲਓ। ਫਿਰ ਅੱਗੇ ਕਹਿੰਦੇ ਨੇ ਦਮ ਨਾ ਬਿਰਥਾ ਜਾਏ, ਉੱਥੇ ਫਿਰ ਉਹ ਨਾਉਨ ਆ ਗਿਆ, ਉੱਥੇ ਮੰਮੇ ਨੂੰ ਔਂਕੜ ਲੱਗੀ ਹੋਈ ਹੈ। ਉਹ ਮੇਰਾ ਇੱਕ ਵੀ ਸਵਾਸ ਜਿਹੜਾ ਹੈ ਨਾ ਉਹ ਰੱਬ ਨੂੰ ਚੇਤੇ ਕਰਨ ਤੋਂ ਬਿਨਾਂ, ਰੱਬ ਨੂੰ ਚੇਤਨ ਕਰਨ ਤੋਂ ਬਾਅਦ ਬਿਨਾਂ ਰੱਬੀ ਸਿਧਾਂਤਾਂ ਤੋਂ ਹਟ ਕੇ ਮੈਂ ਕੋਈ ਵੀ ਕੰਮ ਨਾ। ਇੱਥੇ ਕਹਿੰਦੇ ਨੇ ਅਨਦਿਨ ਉਹ ਅੱਛਾ ਅਨਦਿਨ ਸਦਾ ਹਰ ਭਗਤੀ ਰਾਤੇ। ਔਰ ਭਗਤੀ ਕੀ ਹੈ,
ਗੁਰੂ ਕਹਿੰਦਾ ਬਈ, ਗੁਰੂ ਭਗਤੀ ਵੀ ਸਪਸ਼ਟ ਕਰ ਕਹਿੰਦਾ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾ ਭਰਪੂਰ ਜੀਵਨ ਜਿਉਣਾ ਹੀ ਭਗਤੀ ਕਰਨੀ। ਇੱਕ ਦੂਜੇ ਸ਼ਬਦ ਆ ਕਹਿੰਦੇ, ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਪਾਪੀ ਬੰਦੇ ਨੂੰ ਪੂਜਾ ਭਗਤੀ ਵੀ ਚੰਗੀ ਲੱਗਦੀ। ਕਿਹੜੀ ਭਗਤੀ ਚੰਗੀ ਨਹੀਂ ਲੱਗਦੀ? ਅੱਜ ਕੋਈ ਡਾਢੇ ਬੰਦੇ ਨੇ, ਅੱਜ ਜਿਤਨਾ ਕਹਿ ਲਓ, ਅੱਜ ਜਿਤਨੀ ਬਿਊਰੋਕ੍ਰੇਸੀ ਹੈ, ਜਾਂ ਜਿਤਨੇ ਪੋਲੀਟੀਸ਼ੀਅਨਸ ਨੇ, ਜਾਂ ਜਿਤਨੇ ਰਾਜੇ ਮਹਾਰਾਜਾ ਹੋਏ ਨੇ, ਜੇ ਕੋਈ ਬੰਦਾ ਆਪਣੇ ਘਰ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ, ਰਾਮ ਰਾਮ ਕਰੇ, ਉਹਨੂੰ ਕੋਈ ਪਰੇਸ਼ਾਨੀ ਨਹੀਂ। ਕਹਿੰਦਾ ਕਰੀ ਜਾ, 4 ਘੰਟੇ ਕਰਨਾ, 8 ਘੰਟੇ ਕਰੀ ਜਾ, ਉਹਨੂੰ ਇਹ ਵਾਲੀ ਭਗਤੀ ਦੇ ਨਾਲ ਕੋਈ ਪਰੇਸ਼ਾਨੀ ਨਹੀਂ। ਲੇਕਿਨ ਜੇ ਕੋਈ ਬੰਦਾ ਆਵਾਜ਼ ਚੁੱਕਦਾ ਹੈ, ਜੇ ਕੋਈ ਹੱਕ ਦੀ ਗੱਲ ਕਰੇ, ਉਹ ਬੰਦਾ ਬੜਾ ਪਰੇਸ਼ਾਨ ਹੁੰਦਾ। ਕਹਿੰਦਾ ਪਾਪੀ ਭਗਤ ਨਾ ਭਾਵਈ, ਉਹਨੂੰ ਕਿਹੜੀ ਭਗਤੀ ਚੰਗੀ ਨਹੀਂ ਲੱਗਦੀ? ਜੇ ਕੋਈ ਬੰਦਾ ਆਪਣੇ ਘਰ ਵਿੱਚ ਬਹਿ ਕੇ, ਮੈਂ ਕਹਿੰਦਾ, ਉਹ ਤੇ ਕਹੇਗਾ ਹੋਰ ਕਰੀਏ, ਉਹਦਾ ਤਾਂ ਸਤਿਕਾਰ ਕਰੇਗਾ, ਅੱਛਾ ਫਲਾ, ਉਹ ਤੇ ਉਹਨਾਂ ਨੂੰ ਬਾਬਾ ਜੀ ਦਾ ਟਾਈਟਲ ਦੇ ਦੇਗਾ, ਉਹ ਵੀ ਆ ਕੇ ਇੱਕ ਵਾਰ ਉਹਨਾਂ ਦੇ ਪੈਰੀ ਪੈ ਜਾਏਗਾ, ਉਹਨੂੰ ਕੋਈ ਪਰੇਸ਼ਾਨੀ ਨਹੀਂ ਉਹਦੇ ਨਾਲ। ਪਰੇਸ਼ਾਨੀ ਕਿਹਦੇ ਨਾਲ ਹੈ? ਜਿਸ ਦਿਨ ਉਸ ਬੰਦੇ ਨੇ ਸਵਾਲ ਖੜਾ ਕੀਤਾ ਨਾ, ਜੇ ਕੋਈ ਮੰਤਰੀ ਕੋਲ ਪਹੁੰਚ ਗਿਆ, ਜੀ ਤੁਹਾਨੂੰ ਮਿਲਿਆ ਸੀ ਫਲਾ, ਇਤਨੇ ਕਰੋੜ ਮਿਲਿਆ ਸੀ, ਤੁਸੀਂ ਖਰਚਾ ਇਤਨਾ ਕੀਤਾ, ਬਾਕੀ ਦਾ ਹਿਸਾਬ ਦਿਓ, ਇਹ ਵਾਲੀ ਭਗਤੀ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਣੀ। ਪਾਪੀ ਭਗਤ ਨਾ ਭਾਵ, ਭਗਤੀ ਹੈ ਕਿ ਗੁਰਮਤਿ ਦੀ ਭਗਤੀ ਕੀ ਹੈ? ਗੁਣਾ ਭਰਪੂਰ ਜੀਵਨ ਜਿਉਣਾ ਹੀ ਗੁਰਮਤਿ ਦੀ ਭਗਤੀ ਹੈ। ਉਹ ਕਹਿੰਦੇ ਨੇ ਐਸੇ ਬੰਦੇ ਜਿਹੜੇ ਰੱਬ ਨਾਲ ਜੁੜੇ ਹੋਏ ਬੰਦੇ ਨੇ, ਜਿਹੜਾ ਆਪਾ ਭਾਉ ਗਵਾ ਚੁੱਕੇ ਨੇ, ਉਹ ਕਹਿੰਦੇ ਨੇ ਉਹ ਐਸੀ ਭਗਤੀ ਦੇ ਨਾਲ ਅਨਦਿਨ ਰਤੇ ਹੋਏ ਰਹਿੰਦੇ ਨੇ। ਅਨਦਿਨ ਸਦਾ ਹਰ ਭਗਤੀ ਰਾਤੇ, ਕਹਿੰਦਾ ਇਸ ਜਗ ਮੇ ਲਾਹਾ ਪਾਇਆ। ਉਹ ਆਪਣਾ ਸੰਸਾਰ ਵਿੱਚ ਆਏ ਦਾ ਜਿਹੜਾ ਲਾਭ ਨਾ, ਜਿਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਆਇਆ ਹੀ ਸੀ, ਤੂੰ ਇਹ ਖੱਟੀ ਖੱਟਣ ਵਾਸਤੇ ਹੀ ਆਇਆ ਸੀ ਵੀ ਉਹ ਜਗ ਮੇ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ। ਸੰਸਾਰ ਵਿੱਚ ਲਾਭ ਲੈਣ ਵਾਲੀ ਵਸਤੂ ਸੀ ਹੀ ਇੱਕ, ਪਰਮਾਤਮਾ ਦੇ ਨਾਮ ਨੂੰ ਦ੍ਰਿੜ ਕਰ ਦੇਣਾ। ਤੇ ਕਹਿੰਦੇ ਵੀ ਜਿਹੜੇ ਬੰਦੇ ਫਿਰ ਐਸੀ ਭਗਤੀ ਦੇ ਨਾਲ ਰੰਗੇ ਰਹਿੰਦੇ ਨੇ, ਰੱਤੇ ਰਹਿੰਦੇ ਨਾ, ਉਹ ਫਿਰ ਇਹ ਜਿਹੜਾ ਲਾਭ ਜਿਹੜਾ ਨਾ ਉਹ ਪ੍ਰਾਪਤ ਕਰ ਲੈਂਦੇ। ਹਾਂਜੀ ਹਾਂ, ਧੰਨਵਾਦ ਵੀਰ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਬਿਲਕੁਲ ਸੁਚੇਤ ਹੋ ਕੇ ਜੀਉਣਾ, ਜਿਹੜਾ ਸਿਮਰਨ ਹੈ ਗੁਰਮਤ ਦੇ ਵਿੱਚ, ਭਾਉ ਗੁਰੂ ਦੀ ਸਿੱਖਿਆਵਾਂ ਦੇ ਰਾਹੀਂ ਜਾਗਰਿਤ ਰਹਿਣਾ, ਗੁਰੂ ਦੀ ਸਿੱਖਿਆਵਾਂ ਨੂੰ ਚਿੱਤ ਵਿੱਚ ਵਸਾਉਣਾ ਹੀ ਸਿਮਰਨ ਹੈ। ਗੁਰੂ ਦੀ ਸਿੱਖਿਆਵਾਂ ਤੋਂ ਮਨ ਡਾਵਾਂਡੋਲ ਨਾ ਹੋ ਜਾਏ, ਇਹ ਸਿਮਰਨ ਅਸੀਂ ਮਨ ਦਾ ਕਰਨਾ ਹੈ। ਤੇ ਗੁਰੂ ਦੀ ਸਿੱਖਿਆਵਾਂ ਤੋਂ ਦੇ ਰਾਹੀਂ ਤਨ ਦੇ ਕਾਰ ਵਿਹਾਰ ਕਰਨੇ ਹਨ, ਉਸ ਰੋਸ਼ਨੀ ਵਿੱਚ ਤਨ ਦੇ ਕਾਰ ਵਿਹਾਰ ਕਰਨੇ ਹਨ, ਇਹ ਤਨ ਦਾ ਸਿਮਰਨ ਹੈ। ਇਹ ਮਨ ਤੇ ਤਨ ਦਾ ਸ਼੍ਰੇਸ਼ਟ ਸਿਮਰਨ ਹੈ। ਗੁਰੂ ਸਾਹਿਬ ਤੁਹਾਨੂੰ ਸਮਝਾਉਂਦੇ ਹਨ, ਬਾਣੀ ਦਾ ਸਿਮਰਨ ਐਸ ਕਰਨਾ ਹੈ ਕਿ ਅਸੀਂ ਉਹ ਸਿਮਰਨ ਸਾਡਾ ਜਾਏ ਜਿਹੜਾ ਮਨ ਦਾ ਵੀ ਹੈ, ਤਨ ਦਾ ਵੀ ਹੈ। ਧੰਨਵਾਦ ਵੀਰ ਜੀ। ਜੀ ਇਕਬਾਲ ਵੀਰ ਜੀ। ਜੀ, ਹਰ ਜੀਉ ਮੇਲੇ ਆਪ ਮਿਲਾਏ। ਹਰ ਜੀ ਕੀ ਕਰਦਾ? ਮਿਲਦਾ। ਇਕਬਾਲ ਵੀਰ ਜੀ, ਆਪ ਜੀ ਦੀ ਆਵਾਜ਼ ਨਹੀਂ ਆ ਰਹੀ। आ रही है बीजी, आ रही है जी? आ रही है बीजी, आ रही है। ਐਬਸੋਲੂਟਲੀ ਕਲੀਅਰ, ਬਿਲਕੁਲ जी जी जी। हर जीओ मेले आप मिलाए। हर जीओ मेले मिलदा है, किहदे नाल मिलदा है? किहनूं मिलदा है? जीव नूं मिलदा है, गुरु दे नाल मिलदा है। सब तो पहली दात परमात्मा दी ਇਹ ਹੁੰਦੀ ਹੈ ਕਿ ਉਹ ਜੀਵ ਨੂੰ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਕਦੋਂ? ਜਦੋਂ ਜੀਵ ਸ਼ੁਭ ਕਰਮ ਕਰਦਾ ਹੈ, ਥੋੜੀ ਥੋੜੀ ਦਇਆ ਕਰਦਾ ਹੈ, ਥੋੜਾ ਥੋੜਾ ਭਲਾ ਕਰਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਰੱਬ ਨੂੰ, ਰੱਬ ਦੀ ਸਿਫਤ ਸਲਾਹ ਕਰਦਾ ਹੈ, ਫਿਰ ਪ੍ਰਮਾਤਮਾ ਉਸ ਜੀਵ ਨੂੰ ਗੁਰੂ ਨਾਲ ਮਿਲਾ ਦਿੰਦਾ ਹੈ। ਕਿਉਂਕਿ ਗੁਰੂ ਪਾਰ ਲੰਘਾਉਣ ਵਾਲਾ ਹੈ। ਜਦੋਂ ਕਿਸੇ ਜੀਵ ਦੀ ਜਗਿਆਸਾ ਰੱਬ ਪ੍ਰਤੀ ਆਉਂਦੀ ਹੈ ਤਾਂ ਪ੍ਰਮਾਤਮਾ ਉਹਨੂੰ ਗੁਰੂ ਦੇ ਨਾਲ ਮਿਲਦਾ ਹੈ। ਸਭ ਤੋਂ ਪਹਿਲਾ ਕਰਮ ਪ੍ਰਮਾਤਮਾ ਉਸ ਨੂੰ ਗੁਰੂ ਨਾਲ ਮਿਲਾ ਦਿੰਦਾ ਹੈ। ਤੇ ਜਦੋਂ ਗੁਰੂ ਮਿਲ ਜਾਂਦਾ ਹੈ, ਫਿਰ ਗੁਰੂ ਦੇ ਗੁਣਾਂ ਤੋਂ ਗੁਣ ਲੈ ਕੇ ਜੀਵ ਫਿਰ ਆਪ ਮਿਲਾਏ, ਪ੍ਰਮਾਤਮਾ ਨੂੰ ਫਿਰ ਆਪਣੇ ਨਾਲ ਵੀ ਮਿਲਾਉਂਦਾ ਹੈ। ਜਦੋਂ ਜਗਿਆਸੂ ਜੀਵ, ਜਨ, ਭਗਤ, ਸੇਵਕ ਗੁਰੂ ਦੇ ਗੁਣਾਂ ਨੂੰ ਆਪਣੇ ਮਨ ਬਚ ਕਰਮਾਂ ਵਿੱਚ ਲੈ ਆਉਂਦਾ ਤੇ ਉਹ ਆਪਣੇ ਨਾਲ ਇੱਕ-ਮਿਕ ਕਰ ਲੈਂਦਾ ਹੈ। ਗੁਰ ਕੈ ਸ਼ਬਦੇ ਆਪ ਮਿਲਾਏ। ਪਰ ਕਰਦਾ ਉਦੋਂ ਹੈ ਜਦੋਂ ਜੀਵ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਆਪਾ ਭਾਵ ਮੈਂ ਮੇਰੀ ਹੋਂ ਹੰਗਤਾਂ ਖਤਮ ਕਰ ਲੈਂਦਾ, ਟੋਟਲ
ਅਕਾਲ ਪੁਰਖ ਕਰਤੇ ਦੀ ਰਜ਼ਾ ਵਿੱਚ, ਭਾਣੇ ਵਿੱਚ, ਹੁਕਮ ਵਿੱਚ ਆਪਣਾ ਜੀਵਨ ਬਤੀਤ ਕਰਦਾ। ਆਪਣੇ ਮਨ ਨੂੰ, ਆਪਣੇ ਬਚਨਾਂ ਨੂੰ, ਕਰਮਾਂ ਨੂੰ ਜਦੋਂ ਕਰਤੇ ਦੇ ਕੀਰਤੀ ਵਿੱਚ ਲਾ ਦਿੰਦਾ ਹੈ ਤਾਂ ਪਰਮਾਤਮਾ ਜਿਹੜਾ ਹੈਗਾ ਆਪ ਮਿਲਾਏ, ਆਪਣੇ ਨਾਲ ਮਿਲਾ ਲੈਂਦਾ ਹੈ। ਅਨ ਦਿਨ ਸਦਾ ਹਰ ਭਗਤੀ ਰਾਤੇ, ਜਿਹੜਾ ਮਿਲ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਗੁਣ ਕੈ ਗੁਣੀ ਸਮਾਵਣਿਆਂ ਦੇ ਰਾਹੀਂ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਫਿਰ ਦਿਨ ਰਾਤ ਕੀ ਕਰਦਾ, ਉਹਦਾ ਕਰਮ ਕੀ ਹੁੰਦਾ ਹੈ? ਅਨ ਦਿਨ ਸਦਾ ਸਦਾ ਹੀ ਹਰ ਭਗਤੀ ਰਾਤੇ, ਭਗਤੀ ਦੇ ਵਿੱਚ, ਗੁਣਾਂ ਦੇ ਵਿੱਚ ਉਹਦਾ ਜੀਵਨ ਬਤੀਤ ਹੁੰਦਾ ਹੈ। ਮਨ ਬਚ ਕਰਮ ਦੇ ਰਾਹੀਂ ਗੁਣ ਪ੍ਰਗਟ ਹੁੰਦੇ ਹਨ, ਭਾਵ ਉਹਦੀ ਕਰਨੀ ਸ੍ਰੇਸ਼ਟ ਕਰਨੀ ਹੋ ਜਾਂਦੀ ਹੈ, ਉੱਤਮ ਕਰਨੀ ਹੋ ਜਾਂਦੀ ਹੈ, ਬਣ ਜਾਂਦੀ ਹੈ, ਤੇ ਉੱਤਮ ਕਰਨੀ ਹੀ ਉਹ ਕਰਦਾ ਹੈ। ਇਸ ਜਗ ਮੈਂ ਲਾਹਾ ਪਾਇਆ। ਫਿਰ ਜਿਹੜੇ ਇਹੋ ਜਿਹੇ ਜੀਵਨ ਦੀ ਘਾੜਤ ਘੜਦੇ ਹਨ, ਭਗਤੀ ਵਾਲੀ ਘਾੜਤ ਘੜਦੇ ਹਨ, ਗੁਣਾਂ ਵਾਲੀ ਕਾਰ ਕਰਦੇ ਹਨ, ਫਿਰ ਉਹਨਾਂ ਦਾ ਜਿਹੜਾ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਹੈ ਉਹ ਪ੍ਰਵਾਨ ਆ। ਉਹਨਾਂ ਨੂੰ ਆਏ ਦਾ ਲਾਹਾ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿ ਕੋ ਫੱਕੜੇ ਵਾਲੀ ਜਿਹੜੀ ਲਾਹਾ ਲੈਣ ਦੀ ਪ੍ਰਕਿਰਿਆ ਵਿੱਚ ਉਹ ਉਸ ਪੰਧ ਤੇ ਰਾਹ ਦੇ ਪਾਂਧੀ ਬਣ ਜਾਂਦੇ ਹਨ, ਉਹ ਜੱਗ ਵਿੱਚ ਲਾਹਾ ਖੱਟ ਲੈਂਦੇ ਹਨ। ਹਾਂਜੀ, ਧੰਨਵਾਦ ਵੀਰ ਜੀ, ਖੂਬਸੂਰਤੀ ਨਾਲ ਸਮਝਾਣਾ ਕੀਤਾ ਆਪ ਜੀ ਨੇ। ਜੀ ਭੂਆ ਜੀ। ਹਾਂਜੀ, ਹਰ ਜਿਉ ਮੇਲੇ ਆਪ ਮਿਲਾਏ, ਗੁਰ ਕੇ ਸ਼ਬਦੇ ਆਪ ਗਵਾਏ। ਜਦੋਂ ਵਿਰਲਾ ਮਨ, ਜਦੋਂ ਇੱਕ ਨੂੰ, ਹੁਕਮ ਨੂੰ, ਨਾਮ ਨੂੰ ਸੋਚਦਾ ਹੈ, ਇਨਟਿਊਨਡ ਕਰਦਾ ਹੈ, ਮਨ ਦੇ ਅੰਦਰੋਂ ਆਪਾ ਭਾਵ, ਦੂਜਾ ਭਾਵ, ਹਉਮੈ, ਆਪਣੀ ਮਤ ਨੂੰ ਖਤਮ ਕਰ ਦਿੰਦਾ ਹੈ ਔਰ ਇੱਕ ਨਾਲ ਮੇਲ ਹੋ ਜਾਂਦਾ ਹੈ। ਜਦੋਂ ਮੇਲ ਹੋ ਜਾਂਦਾ ਫਿਰ ਉਹ ਦਿਨ ਰਾਤ ਭਗਤੀ ਕਰਦਾ ਹੈ, ਨਾਮ ਨੂੰ ਸੋਚਦਾ ਹੈ, ਉਹਦੇ ਗੁਣਾਂ ਦੇ ਵਿੱਚ ਹੀ ਭਿੱਜਦਾ ਰਹਿੰਦਾ ਹੈ। ਫਿਰ ਉਹ ਆਪਣੇ ਅੰਦਰ ਦਾ ਜਿਹੜਾ ਜਗ ਹੈ, ਜਿਹੜੀ ਸ੍ਰਿਸ਼ਟੀ ਹੈ, ਜਿਹੜੇ ਉਹਦੇ ਇੰਦਰੀਆਂ, ਉਹਦੇ ਅੰਗ ਹਨ, ਉਹ ਫਿਰ ਪੂਰੀ ਤਰ੍ਹਾਂ ਟਿਊਨਡ ਹੋ ਕੇ ਲਾਭ ਪਾਉਂਦੇ ਹਨ। ਪ੍ਰੋਫਿਟ ਹੁੰਦਾ ਹੈ ਕਿ ਚੜ੍ਹਦੀ ਕਲਾ ਵਿੱਚ ਚਲੇ ਜਾਂਦੇ ਨੇ, ਸਹਿਜ ਵਿੱਚ ਚਲੇ ਜਾਂਦੇ ਨੇ, ਨਿਜ ਘਰ ਵਿੱਚ ਚਲੇ ਜਾਂਦੇ ਨੇ, ਇੱਕ ਦੇ ਨਾਲ ਟਿਊਨਡ ਹੋ ਜਾਂਦੇ ਨੇ। ਹਾਂਜੀ, ਥੈਂਕ ਯੂ ਭੂਆ ਜੀ। ਆਪ ਜੀ ਨੇ ਮਨ ਤੇ ਟੁਕਾ ਕੇ ਸ਼ਬਦ ਨੂੰ ਸਮਝਾਣਾ ਕੀਤਾ। ਬਿਲਕੁਲ ਅੰਦਰ ਦਾ ਜਗ ਬਹੁਤ ਸੋਹਣਾ ਬਣ ਜਾਏ ਤੇ ਬਾਹਰ ਦਾ ਜਗਤ ਵੀ ਸੋਹਣਾ ਹੋ ਜਾਂਦਾ ਹੈ। ਸਾਡੀ ਤੱਕਣ ਦੀ ਜਿਹੜੀ ਉਹ ਤਰੀਕਾ ਬਦਲ ਜਾਂਦਾ, ਸੁਣਨ ਦਾ ਤਰੀਕਾ ਬਦਲ ਜਾਂਦਾ, ਬੋਲਣ ਦਾ ਤਰੀਕਾ ਬਦਲਦਾ। ਪਹਿਲੇ ਵਿਕਾਰਾਂ ਦੀ ਗੁਲਾਮੀ ਵਿੱਚ ਸੁਣਦੇ ਸੀ, ਤੱਕਦੇ ਸੀ, ਬੋਲਦੇ ਸੀ। ਹੁਣ ਸੱਚ ਦੀ ਗੁਲਾਮੀ ਵਿੱਚ, ਸੱਚ ਦੀ ਗੁਣਾਂ ਦੇ ਧਾਰਨੀ ਬਣ ਕੇ ਤੱਕਦੇ ਆ, ਸੁਣਦੇ ਆ, ਬੋਲਦੇ ਆ, ਫਰਕ ਆ ਜਾਂਦਾ, ਜ਼ਿੰਦਗੀ ਬਦਲ ਜਾਂਦੀ ਹੈ। ਧੰਨਵਾਦ ਆਪ ਜੀ ਦਾ। ਗੁਰਦੀਪ ਜੀ ਦਾ ਮੈਸੇਜ ਆਇਆ ਕਿ ਉਹ ਡਾਕਟਰ ਕੋਲ ਗਏ ਹੋਏ, ਉਹਨੇ ਥੋੜੀ ਦੇਰ ਵਿੱਚ ਹਾਜ਼ਰੀ ਭਰਨ ਕੇ ਕੋਸ਼ਿਸ਼ ਕਰ ਰਹੇ, ਜਲਦੀ ਤੋਂ ਜਲਦੀ ਹਾਜ਼ਰੀ ਭਰਨ ਦੀ। ਤੇ ਉਹ ਆਂਦੇ ਹੀ ਉਹਨਾਂ ਦੇ ਵਿਊਜ਼ ਅਸੀਂ ਦੋਨੋਂ ਪਦਿਆਂ ਦੇ ਇਕੱਠੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਦੋਨੋਂ ਪਦਿਆਂ ਦੇ ਇਕੱਠੇ ਵਿਊ ਆਪਣੇ ਦੇ ਦੇਣ, ਵਿਚਾਰ ਦੇ ਦੇਣ। ਤੇਰੇ ਗੁਣ ਕਹਾਂ ਮੈਂ ਕਹਿਣ ਨਾ ਜਾਈ, ਅੰਤ न पारा कीमत नहीं पाई, आपे दया करे सुख दाता, गुण में गुणी समाया। तेरे गुण कहा, मैं तेरे गुण कहंदा वां, कोशिश करदा वां कि तेरे गुण मैं कह लवां। तेरे गुण कहा मैं कहन न जाई, मेरे को कह नहीं जाते। तेरे कवन गुण कह कह गावा, तू साहिब गुणी निधाना, तुमरी महिमा बर न सकूं, तू ठाकुर ऊंच भगवाना। तेरे किन्ने गुण गावा, मैं तेरे गुण गाउन भी लगदा ते रत्ता मात्र भी तेरे गुण मैं कह नहीं पांदा। ते तू गुणा दा भंडारा है, तू गुना करके डूंगा है, गुना दा समुंदर है तू, ते मैं दो चार बूंदा उस समुंदर दे विचों दो चार बूंदा भी तेरी कैद पावां, ते ए भी तेरी बख्शिश ही है। तेरे गुण कहा मैं कहन ना जाई, अंत ना पारा, तेरा अंत पारा तो पावे
पारला बनना कह लिए, उर्वार या पारला बनना कह लिए। तेरी बेअंतता ते इन्नी बेअंतता है जिन्हों मैं बयान नहीं कर पाता। अंत न पारा, कीमत नहीं पाई, तेरे गुणा दा अंत नहीं पा सकता। तेरे गुणा दी मैं की कीमत पावां, तेरे गुणा दी मैं कीमत भी नहीं अंक सकता कि तेरे गुणा दी कितनी कीमत है। सारे संसार दी धन दौलत खर्च करके भी मैनू आत्मक आनंद, जिससे जेड़े आत्मक आनंद की प्राप्ति नहीं हो सकती, तेरे गुणा दे धारनी बन के उस आत्मक आनंद की प्राप्ति हो जाती है। ते सारे संसार की धन दौलत खर्च करके भी मैं विकारा तो छुटकारा नहीं पा सकता, पर तेरे गुणा नू गा गा के मैं उन विकारा तो, उन रोगां तो, उन दुखां तो, उन तकलीफां तो छुटकारा पा लैंदा, जिस दे अगे वड्डे वड्डे डॉक्टर फेल हो जाते हैं, वड्डे वड्डे वैद फेल हो जाते हैं। ते तेरे गुणा की मैं की कीमत पावां, तेरे गुणा की कीमत नहीं पाई, तेरी कीमत नहीं मैं जान सकता, ते किन्ने बेशकीमती तेरे बोल हैं। ਅਸੀਂ ਧਿਆਨ ਦਈਏ ਨਾ, ਜਦੋਂ ਸਾਨੂੰ ਇਹ ਸਮਝ ਆ ਜਾਏ ਕਿ ਇਹ ਚੀਜ਼ ਕੀਮਤੀ ਹੈ, ਤੇ ਫਿਰ ਅਸੀਂ ਉਹਦੀ ਕਦਰ ਕਰਨਾ ਆਰੰਭ ਕਰ ਦਿੰਦੇ ਹਾਂ, ਅਸੀਂ ਉਹਨੂੰ ਸੰਭਾਲਣਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਸਾਨੂੰ ਇਹ ਸਮਝ ਆ ਜਾਏਗੀ ਕਿ ਗੁਰੂ ਦੇ ਬਖਸ਼ੇ ਹੋਏ ਬੋਲ, ਗੁਰਬਾਣੀ, ਗੁਰੂ ਦੇ ਬੋਲ ਕਿੰਨੇ ਬੇਸ਼ਕੀਮਤੀ ਹਨ, ਤੇ ਫਿਰ ਅਸੀਂ ਸਭ ਕੁਝ ਛੱਡ ਦਿਆਂਗੇ, ਐਨ ਬੋਲਾਂ ਨੂੰ ਨਹੀਂ ਛੱਡਾਂਗੇ। ਅਜੇ ਤੇ ਸਾਡੀ ਜਰਾ ਜਿਹਾ ਲਾਲਚ ਆਂਦਾ ਹੈ, ਅਸੀਂ ਬੋਲ ਛੱਡ ਕੇ ਚੋਰ ਬਣ ਜਾਂਦੇ ਹਾਂ, ਬੇਈਮਾਨ ਬਣ ਜਾਂਦੇ ਹਾਂ। ਜਰਾ ਜਿਹਾ ਵਿਕਾਰ ਹਮਲਾ ਬੋਲਦਾ ਹੈ, ਕਾਮੀ ਬਣ ਜਾਂਦੇ ਹਾਂ, ਕੀਮਤ ਛੱਡ ਦਿੰਦੇ ਹਾਂ, ਨਹੀਂ ਸਮਝ ਪਾਉਂਦੇ, ਬੋਲਾਂ ਨੂੰ ਛੱਡ ਦਿੰਦੇ ਹਾਂ। ਅਸੀਂ ਜਰਾ ਜਿਹਾ ਵਿਕਾਰ ਹਮਲਾ ਬੋਲਦੇ ਹਨ, ਅਸੀਂ ਗੁਰੂ ਦੇ ਬੋਲਾਂ ਨੂੰ ਛਿੱਕੇ ਤੇ ਟੰਗ ਕੇ ਉਨ ਵਿਕਾਰਾਂ ਦੇ ਰਾਹੀਂ ਟੁਰ ਪੈਂਦੇ ਹਾਂ, ਉਸ ਵਿਕਾਰਾਂ ਦੇ ਆਧਾਰ ਕਾਰ ਵਿਹਾਰ ਕਰਨ ਲੱਗ ਪੈਂਦੇ ਆ। ਕੀਮਤ ਨਹੀਂ ਪਾਈ, ਜਦੋਂ ਕੀਮਤ ਸਮਝ ਲੱਗ ਜਾਏਗੀ ਕਿ ਮੈਂ ਕਿਸ ਦੇ ਬਦਲੇ ਕੀ ਖਰੀਦ ਰਿਹਾ, ਖਰੀਦਾਰੀ ਹੈ ਨਾ, ਵਿਆਜਨ ਦਾ ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਨੇ, ਬਾਰ-ਬਾਰ ਲਾਹਾ ਦਾ ਜ਼ਿਕਰ ਪਿਛਲੇ ਪਦੇ ਵਿੱਚ ਵੀ ਕੀਤਾ ਹੈ ਗੁਰੂ ਸਾਹਿਬ ਨੇ। ਤੇ ਜਿਹੜਾ ਅਸੀਂ ਵਿਹਾਜਦੇ ਆ, ਸੰਸਾਰੀ ਕਾਰ ਵਿਹਾਰ ਕਰਦੇ ਆ, ਇਹ ਵਿਹਾਜਨਾ ਹੈ। ਅਸੀਂ ਕਿਸ ਦੇ ਬਦਲੇ ਕੀ ਖਰੀਦ ਰਹੇ ਹਾਂ, ਕਿਸ ਦੇ ਬਦਲੇ ਕੀ ਵੇਚ ਰਹੇ ਹਾਂ, ਇਹ ਸਾਡੀ ਕਾਰ ਵਿਹਾਰ ਦੱਸਦੀ ਹੈ ਸਾਨੂੰ। ਔਰ ਜਦੋਂ ਅਸੀਂ ਨਾਮ ਦੀ ਕੀਮਤ ਨੂੰ ਸਮਝ ਜਾਵਾਂਗੇ, ਉਸ ਵਕਤ ਅਸੀਂ ਫਿਰ ਸਾਡੀ ਜਿਹੜੀ ਕਾਰ ਵਿਹਾਰ ਹੈ ਉਹ ਸੁਧਰ ਜਾਏਗੀ, ਅਸੀਂ ਨਾਮ ਨੂੰ ਸੰਭਾਲਣ ਲੱਗ ਪਾਵਾਂਗੇ। ਅੰਤ ਨਾ ਪਾਰਾ, ਕੀਮਤ ਨਹੀਂ ਪਾਈ, ਆਪੇ ਦਿਆ ਕਰੇ ਦਾਤਾ, ਗੁਣ ਮੇ ਗੁਣੀ ਸਾਇਆ। ਜਦੋਂ ਉਹ ਪਰਮਾਤਮਾ अपने बनाए हुक्म मुताबिक आप ही दया करता है, आप ही बख्शिश करता है, उसने दया की हुई है। ਅਸੀਂ ਆਪਣਾ ਭਾਂਡਾ ਉਲਟਾ ਕਰਕੇ ਬੈਠੇ ਹਾਂ, ਅਸੀਂ ਸੰਸਾਰ ਦੇ ਕੱਚੇ ਲਾਲਚਾਂ ਵਿੱਚ ਫਸੇ ਉਲਝੇ ਬੈਠੇ ਹਾਂ, ਵਿਕਾਰਾਂ ਨੂੰ ਅਸੀਂ ਪ੍ਰਧਾਨ ਬਣਾਇਆ ਹੋਇਆ। ਆਪੇ ਦਇਆ ਕਰੇ ਸੁਖਦਾਤਾ, ਗੁਣ ਮੈਂ ਪਰਮਾਤਮਾ ਦੇ ਜਿਹੜੇ ਗੁਣ ਹਨ, ਗੁਣੀ ਸਮਾਇਆ, ਉਹਦੇ ਗੁਣ ਗਾ ਗਾ ਕੇ ਜਿਹੜਾ ਹਰੀ ਇੰਜ ਕਹਿ ਲਈਏ, ਹਰੀ ਆਪਣੇ ਗੁਣਾਂ ਵਿੱਚ ਆਪ ਹੀ ਲੀਨ ਕਰ ਲੈਂਦਾ ਹੈ। ਉਹਦੇ ਗੁਣਾਂ ਨੂੰ ਗਾ ਗਾ ਕੇ ਉਹਦੇ ਗੁਣਾਂ ਦੇ ਵਿੱਚ ਲੀਨਤਾ ਜਿਹੜੀ ਹੁੰਦੀ ਹੈ, परमात्मा दे बनाए हुक्म मुताबिक की होती है। जी इकबाल वीर जी। जी, तेरे गुण कहाँ मैं कहना न जाई, अंत न पारा कीमत नहीं पाई। तेरे गुण कहाँ, क्या गुण तेरे सार संभाली, मोहे निर्गुण के दातार आई। तेरे गुण मैं कह नहीं सकता, मैं कहता हाँ, बयान करता हाँ, तेरी सिफत सलाह करता हाँ, मैं कहना न जाई, पर मैं कह नहीं सकता। क्यों? क्योंकि तेरे गुण बहुत है, बेअंत ਹਨ उस परमात्मा प्रभु ਦੇ गुण जो कथन तो बाहरी ਹਨ, जिन्हां ਦਾ अंत नहीं पाया जा सकता। इस ਲਈ सतगुरु जी ਕਹਿੰਦੇ ਹਨ, तेरे गुण कहा, मैं तेरे गुण ਕਹਿਣ ਨੂੰ ਤਰਸਦਾ ਹਾਂ, कोशिश करता हाँ, पर मैं तेरे सारे गुण बयान नहीं कर सकता, क्योंकि तू बेअंत गुणों का मालक है। इस करके मैं ये जिहड़े गुण है तेरे, ये विस्तार पूर्वक नहीं दस सकता, वो खत्म ही नहीं होंदे, इन्ने गुणों का तू मालक है।
ਅੰਤ ਨਾ ਪਾਰਾ। ਕਿਉਂਕਿ ਗੁਣਾਂ ਦਾ ਅੰਤ, ਪਾਰਲਾ ਬੰਨਾ ਭਾਵ ਗੁਣਾਂ ਦਾ ਘੇਰਾ ਹੀ ਨਹੀਂ ਹੈਗਾ, ਘੇਰੇ ਤੋਂ ਬਾਹਰ ਹਨ, ਕੀਮਤ ਨਹੀਂ ਪਾਈ, ਤੇ ਨਾ ਹੀ ਇਹਨਾਂ ਗੁਣਾਂ ਦਾ ਜਿਹੜਾ ਮੁੱਲ ਪਾਇਆ ਜਾ ਸਕਦਾ, ਇਹਦੀ ਕੀਮਤ ਦੱਸੀ ਜਾ ਸਕਦੀ। ਕਿਉਂਕਿ ਸ਼ਬਦ ਜਿਹੜਾ ਹੈਗਾ, ਗੁਣ ਜਿਹੜਾ ਹੈਗਾ, ਉਹ ਕੀਮਤ ਤੋਂ ਬਾਹਰ ਹੈ। ਆਪੇ ਦਇਆ ਕਰੇ ਸੁਖ ਦਾਤਾ, ਸੁੱਖਾਂ ਦਾ ਦਾਤਾ, ਸੁੱਖ ਦੇਣ ਵਾਲਾ ਦਾਤਾਰ ਪਾਤਸ਼ਾਹ ਦਇਆ ਕਰੇ। ਜਦੋਂ ਜੀਵ ਤੇ ਦਇਆ ਕਰਦਾ ਹੈ, ਗੁਰੂ ਦੇ ਰਾਹੀਂ ਗੁਣ ਦੇ ਕੇ, ਗੁਣ ਕਹਿ ਗੁਣੀ ਸਮਾਵਣਿਆ, ਗੁਣ ਮੈਂ ਗੁਣੀ ਸਮਾਇਆ। ਸੁੱਖਾਂ ਦਾ ਦਾਤਾ ਦੀ ਜਦੋਂ ਕਿਰਪਾ ਹੁੰਦੀ ਹੈ, ਦਿਆਲੂ ਬਣਦਾ ਹੈ, ਦਇਆ ਕਰਦਾ ਹੈ। ਦਇਆ ਕਰਨ ਵਾਲਾ ਹੀ ਦਿਆਲੂ ਹੈ। ਜਦੋਂ ਦਿਆਲੂ ਪ੍ਰਭੂ ਦਇਆ ਕਰਦਾ ਹੈ, ਜੋ ਸਾਰੇ ਸੁੱਖ ਦਿੰਦਾ ਹੈ, ਗੁਣ ਬਖਸ਼ਦਾ ਹੈ, ਗੁਣਾਂ ਦੇ ਨਾਲ ਹੀ ਸੁੱਖ ਪ੍ਰਾਪਤ ਹੁੰਦੇ ਹਨ। ਗੁਣਾਂ ਨੂੰ ਧਾਰਨ ਕੀਤਿਆਂ ਹੀ ਸੁੱਖ ਮਿਲਦਾ ਹੈ। ਇਸ ਲਈ ਉਹ ਸੁੱਖ ਦਾਤਾ ਹੈ ਜੋ ਦਇਆ ਕਰਦਾ ਹੈ। ਗੁਣ ਮੈਂ, ਗੁਣਾਂ ਵਿੱਚ ਗੁਣੀ ਸਮਾਇਆ। ਜਿਹੜਾ ਗੁਣੀ, ਜਿਸ ਨੇ ਗੁਣ ਧਾਰਨ ਕੀਤੇ ਹਨ, ਉਹ ਫਿਰ ਸਦਾ ਗੁਣਾਂ ਵਿੱਚ, ਗੁਣ ਮੈਂ ਸਮਾਇਆ ਰਹਿੰਦਾ ਹੈ, ਗੁਣ ਵਿੱਚ ਲਿਪਤ ਰਹਿੰਦਾ ਹੈ, ਗੁਣ ਨੂੰ ਧਾਰਨ ਕਰਦਾ ਹੈ। ਆਪਣੇ ਮਨ ਵਚ ਕਰਮਾਂ ਦੇ ਵਿੱਚ ਗੁਣ ਹੀ ਗੁਣ ਸਦਾ ਲੈ ਕੇ ਆਂਦਾ ਹੈ, ਤੇ ਉਹਦੇ ਅਨੁਸਾਰ ਹੀ ਆਪਣਾ ਜਿਹੜਾ ਜੀਵਨ ਦਾ ਨਿਰਵਾਹ ਕਰਦਾ ਹੈ, ਸਮਾਇਆ ਰਹਿੰਦਾ ਹੈ ਜੀ। ਧੰਨਵਾਦ ਵੀਰ ਜੀ। ਗੁਣਾਂ ਦਾ ਤਾਰ ਨਹੀਂ ਬਣ ਕੇ ਗੁਣਾਂ ਦੇ ਮੁਤਾਬਿਕ ਜੀਵਨ ਬਤੀਤ ਕਰਦਾ। ਧੰਨਵਾਦ ਜੀ ਅਰਵਿੰਦਰ ਵੀਰ ਜੀ। ਇੱਥੇ ਵੀ ਜਿਹੜੀ ਲਾਈਨ ਕਹਿ ਰਹੀ ਹੈ ਵੀ ਸਾਨੂੰ ਜੀਵਨ ਜਾਚ ਜੋ ਗੁਰੂ ਕਹਿਣਾ ਚਾਹੁੰਦਾ ਹੈ ਨਾ, ਉਹ ਸਾਡੀ ਸਟੇਟ ਆਫ ਮਾਈਂਡ ਨੂੰ ਕਿਤੇ ਰੱਖਣਾ ਚਾਹੀਦਾ ਨੇ। ਤੇਰੇ ਗੁਣ ਕਹਾਂ ਵੀ ਮੈਂ, ਉਹ ਐਸੇ ਤੋਂ ਪਹਿਲਾਂ ਵੀ ਕਹਿੰਦੇ ਨੇ ਅੰਦਿਨ ਸਦਾ ਹਰ ਭਗਤੀ ਰਾਤੇ, ਮੈਂ ਤੇਰੇ ਕਹਿੰਦੇ ਦਿਨ ਵੀ ਗਾਉ ਰਹਿਣੀ ਗਾਉ ਸਾਸ ਸਾਸ ਰਸਨਾਰੀ। ਰੱਬ ਦੀਆਂ ਸਿਫਤਾਂ ਜਿਹੜੀਆਂ ਨੇ ਨਾ, ਉਹ ਕਹਿੰਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹਨਾਂ ਨੂੰ ਗੁਰੂ ਕਹਿੰਦਾ ਉਹ ਸਭ ਤੋਂ ਵੱਡੇ ਉੱਚੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਰੱਬ ਆਪਣੀ ਸਿਫਤ ਸਲਾਹ ਬਖਸ਼ਦਾ। ਤਾਂ ਕਰਕੇ ਕਹਿੰਦਾ ਮੈਂ ਤੇਰੇ ਗੁਣ ਕਹਾਂ। ਇੱਕ ਹੋਰ ਬੜਾ ਪਿਆਰਾ ਜਿਹਾ ਸ਼ਬਦ ਹੈ, ਉਹ ਕਹਿੰਦਾ ਕਿਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ। ਕੇ ਦਾ ਭਾਂਡਾ, ਕੰਚਨ ਸੋਨੇ ਦੀ ਕੋਈ ਚੀਜ਼, ਕਿਹਾ ਕੰਚਨ ਟੁੱਟੇ ਸਾਰ ਤੋਂ ਪਾਓ ਲੋਹਾ। ਜੇ ਇਹ ਸਾਰੇ ਇਹਨਾਂ ਚੋਂ ਕੋਈ ਟੁੱਟ ਜਾਵੇ, ਕਿਹਾ ਕੰਚਨ ਟੁੱਟੇ ਸਾਰ, ਕਹਿੰਦਾ ਅਗਨੀ ਗੰਢ ਪਾਏ ਲੋਹਾਰ। ਉਹਨਾਂ ਨੂੰ ਕਿਸੇ ਵੀ ਅੱਗ ਦੇ ਵਿੱਚ, ਭਾਵੇਂ ਵੈਲਡਿੰਗ ਕਹਿ ਲਓ ਉਹਨੂੰ, ਜਾਂ ਉਹ ਜਿਹੜੀ ਉਹ ਟਾਰਚ ਹੁੰਦੀ ਹੈ, ਉਹਦੇ ਨਾਲ ਉਹਨੂੰ ਜੋੜਿਆ ਜਾਂਦਾ ਹੈ ਸਾਰਾ। ਕਹਿੰਦੇ ਪੁੱਤਰ ਬੋਰੀ ਸੇਤੀ ਟੁੱਟੇ ਪਤਾਰ, ਕੁੱਤੀ ਗੰਢ। ਉਧਰ ਲਾਸਟ ਜਾ ਕੇ ਕਹਿੰਦਾ ਨਾਨਕ ਆ ਕੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜੇ ਰੱਬ ਦੇ ਨਾਲ ਆਪਣੀ ਤੂੰ ਗੰਢ ਕਸਣਾ ਚਾਹਨਾ, ਜੋ ਤੇਰੀ ਗੰਢ ਟੁੱਟੀ ਹੋਈ ਹੈ, ਕਹਿੰਦਾ ਉਹ ਕਿਵੇਂ ਹੋਏਗੀ? ਕਹਿੰਦਾ ਸਿਫਤੀ ਗੰਢ ਪਵੇ ਦਰਬਾਰ। ਰੱਬ ਦੀ ਸਿਫਤ ਸਲਾਹ ਕੀਤਿਆਂ ਹੀ ਕਹਿੰਦਾ ਮੈਂ ਤੇਰੇ ਗੁਣ ਗਾਵਾਂ, ਲੇਕਿਨ ਮੇਰੇ ਮਨ ਵਿੱਚ ਫਿਰ ਇਹ ਯਕੀਨ ਹੈ ਵੀ ਇਹ ਗਾਣਾ ਜਿਹੜਾ ਹੈ ਨਾ, ਵੀ ਉਹ ਦਿਨ ਰਾਤੀ ਆਰਾ ਦੋ ਪਿਆਰੋ, ਨਿਮਕ ਨਾ ਕੀਜੇ ਢੀਲਾ। ਲੇਕਿਨ ਮਤਾ ਮੈਂ ਇਹ ਸੋਚ ਲਵਾਂ ਕਿ ਮੈਂ ਤੇਰੇ ਸਾਰੇ ਗੁਣ ਜਾਣਨਾ ਵਾਂ, ਵੀ ਮੈਂ ਤੈਨੂੰ ਉਹ ਵੀ ਤੇਰੇ ਸਾਰੇ ਗੁਣ ਮੈਂ ਬਿਆਨ ਕਰ ਪਾਵਾਂਗਾ। ਕਹਿੰਦਾ ਐਸੀ ਬਿਲਕੁਲ ਕੋਈ ਗੱਲ ਨਹੀਂ, ਕਹਿਣ ਨਾ ਜਾਈ। ਹਾਂ, ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਮੈਂ ਨਹੀਂ ਤੇਰੇ ਸਾਰੇ ਗੁਣ ਗਾ ਸਕਦਾ ਤੇ ਮੈਂ ਗਾਣਾ ਛੱਡ ਦੇਵਾਂ, ਨਹੀਂ। ਕਹਿੰਦਾ ਆਓ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਉਹ ਪਰਮਾਤਮਾ ਜੋ ਬਿਆਨ ਕਰਨ ਦੀ ਸਮਰੱਥਾ ਤੋਂ ਪਰੇ ਦਾ ਹੈ, ਲੇਕਿਨ ਉਹਦੀਆਂ ਸਿਫਤ ਸਲਾਹਾਂ ਜਿਹੜੀਆਂ ਨੇ ਨਾ, ਵੀ ਉਹ ਕਰਨੀ ਹੈ। ਕਹਿੰਦੇ ਹਰ ਗੁਣ ਕਹਤੇ ਕਹਿਣ ਨਾ ਜਾਈ। ਮੈਂ ਰੱਬ ਦੀਆਂ ਸਿਫਤਾਂ ਕਰਨ ਜਾਵਾਂ, ਕਹਿੰਦਾ ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਰੱਬ ਨੂੰ ਅਹਿਸਾਸ ਉਹਦਾ ਮੰਨਿਆ ਜਾ ਸਕਦਾ। ਬੰਦਾ ਕਹਿੰਦੇ ਵੀ ਉਹ ਕਹਿੰਦੇ ਵੀ ਹਰ ਬੇਅੰਤ ਹਉ ਮਿਤ ਨਹੀਂ ਜਾਣ। ਹਰ ਬੇਅੰਤ ਹਉ ਮਿਤ ਕਰ ਵਰਨੋ, ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਣਾ ਹੋਏ ਕੈਸੋ ਰੇ। ਮੈਂ ਤੇ ਗਿਣਤੀ ਮਿੰਤੀ ਦੇ ਵਿੱਚ ਉਹਨੂੰ ਗਿਣ ਦੇਣਾ, ਲੇਕਿਨ ਰੱਬ ਕਿਤਨਾ ਵੱਡਾ ਹੈ ਨਾ। ਕਹਿੰਦਾ ਵੀ ਕਹਿਣ ਨਾ ਜਾਈ, ਤੇਰੇ ਗੁਣ ਕਹਾਂ, ਫਿਰ ਵੀ ਮੈਂ ਤੇਰੀਆਂ ਸਿਫਤ ਸਲਾਹਾਂ ਕਰਨਾ ਵਾ। ਮੈਂ ਗੁਰੂ ਕੋਲੋਂ ਪੁੱਛ ਕੇ, ਹੋਰ ਤੁਹਾਨੂੰ ਕਈ ਵਾਰ ਐਸੇ ਵੀ ਜੋ ਕਹਿੰਦੇ ਵੀ ਗੁਰਮੁਖ ਨਾਦਨ ਗੁਰਮੁਖ ਵੇਦਨ, ਵੀ ਸਭ ਨਾਦ ਵੇਦ ਗੁਰੂ। ਜੇ ਰੱਬ ਦੀਆਂ ਸਿਫਤਾਂ ਵੀ ਕਰਨੀਆਂ ਨੇ ਨਾ, ਆਪਣੀ ਮਦ ਬੁੱਧੀ ਦੇ ਨਾਲ ਨਾ ਕਰੀ। ਵੀ ਉਹ ਕਹਿੰਦਾ ਕਬੀਰ ਪਾਹਨ ਪਰਮੇਸ਼ਰ ਕੀਆ, ਬੰਦੇ ਦੇ ਪੱਥਰ ਨੂੰ ਵੀ ਰੱਬ ਸਮਝ ਕੇ ਪੂਜੀ ਜਾਂਦੇ ਪਏ ਨੇ। ਕਹਿੰਦਾ ਨਹੀਂ, ਕਹਿੰਦਾ ਮੈਂ ਗੁਣ ਗੱਲਾਂ ਕੇ ਸਿਰ ਭਾਰ। ਜੇ ਉਹ ਕਹਿੰਦੇ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ।
ਜੇ ਮੈਂ ਆਪਣੀ ਅਕਲ ਦੇ ਨਾਲ, ਆਪਣੀ ਮਤ ਬੁੱਧ ਦੇ ਨਾਲ ਰੱਬ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਾਂਗਾ, ਗੁਰੂ ਕੋਲੋਂ ਅਗਵਾਈ ਨਹੀਂ ਲਿੱਤੀ, ਮੈਂ ਬਹੁਤ ਚਾਂਸ ਹੈ ਕਿ ਮੈਂ ਰੱਬ ਦੀ ਵਡਿਆਈਆਂ ਕੀ ਕਰਦੀਆਂ, ਮੈਂ ਰੱਬ ਨੂੰ ਛੋਟਾ ਕਰ ਦੇਵਾਂ। ਕਹਿੰਦੇ ਤੂੰ ਸੁਲਤਾਨ ਕਹਾਂ ਹੋ ਮੀਆਂ। ਹੁਣ ਮੀਆਂ ਆਪਣੇ ਆਪ ਤੋਂ ਹੋ ਸਕਦਾ ਬੰਦਾ ਕਿਸੇ ਬ੍ਰਿਗੇਡੀਅਰ ਨੂੰ, ਕਿਸੇ ਜਨਰਲ ਨੂੰ ਉਹਨੂੰ ਕਹਿ ਦੇਵੇ ਕਰਨਲ ਸਾਹਿਬ ਜਾਂ ਮੇਜਰ ਸਾਹਿਬ। ਹੁਣ ਮੇਜਰ ਠੀਕ ਹੈ, ਅੱਛੀ ਰੈਂਕ ਹੈ ਆਪਣੇ ਆਪ ਵਿੱਚ, ਕਰਨਲ ਵੀ ਚੰਗੀ ਹੈ, ਲੇਕਿਨ ਬ੍ਰਿਗੇਡੀਅਰ ਨੂੰ ਜਾਂ ਜਨਰਲ ਨੂੰ ਤੇ ਕਰਨਲ ਨਹੀਂ ਕਿਹਾ ਜਾ ਸਕਦਾ ਨਾ। ਤੇ ਮੇਰੀ ਹਾਲਤ ਕੈਸੀ, ਕਹਿੰਦੇ ਮੈਂ ਗੁਣ ਗੱਲਾਂ ਕਿਸੇ ਪਰ ਮੈਂ, ਉਹ ਕਹਿੰਦੇ ਵੀ ਤੇਰੀਆਂ ਸਿਫਤਾਂ ਕਰਨ, ਮੈਂ ਤੇਰੇ ਗੁਣ ਕਹਾਂ ਵੀ, ਲੇਕਿਨ ਤੇਰੀਆਂ ਸਿਫਤਾਂ ਕਰਨ ਵਾਸਤੇ ਮੈਂ ਬੋਲ ਵੀ ਗੁਰੂ ਕੋਲੋਂ ਲਵਾਂ। ਔਰ ਫਿਰ ਮੈਨੂੰ ਭਰੋਸਾ ਹੈ ਕਿ ਵੀ ਮੈਂ ਤੇਰੇ ਗੁਣ ਪੂਰਨ ਤੌਰ ਤੇ ਜਿਹੜਾ ਨਾ ਉਹ ਬਿਆਨ ਨਹੀਂ ਕਰ ਸਕਦਾ। ਹਰ ਬੇਅੰਤ ਹਉਮਿਤ ਕਰ ਵਰਨੋ, ਮੈਂ ਤੇ ਗਿਣਤੀ ਮਿੰਤੀ ਵਿੱਚ ਇਤਨੇ, ਕਈ ਵਾਰ ਬਾਣੀ ਵੀ ਨਾ ਕਈ ਵਾਰ ਸਾਨੂੰ ਇਹ ਕਹਿੰਦੀ ਹੈ ਵੀ ਇਹ ਇਤਨਾ ਵੱਡਾ, ਫਿਰ ਬਾਣੀ ਨਾਲ ਕਹਿ ਦਿੰਦੀ ਕਿ ਨਹੀਂ ਵੀ ਇਹ, ਕਹਿੰਦੇ ਅਸੰਖ ਕਹਿ ਸਿਰ ਭਾਰ ਹੋਏ। ਰੱਬ ਨੂੰ ਜਦੋਂ ਅਸੀਂ ਬੇਅੰਤ ਕਹਿੰਦੇ ਪਿਆ ਨਾ, ਅਸੀਂ ਕਿਤੇ ਸਿਰ ਤੇ ਭਾਰ ਤੇ ਨਹੀਂ ਚੁੱਕਦੇ ਪਏ। ਔਰ ਰੱਬ ਦੀਆਂ ਜਦੋਂ ਸਿਫਤਾਂ ਕਰਨੀਆਂ ਨੇ ਨਾ, ਤੇ ਗੁਰੂ ਫਿਰ ਕਹਿੰਦੇ ਨਹੀਂ, ਇਹ ਕੋਈ ਬੋਲ, ਕੋਈ ਅੱਖਰ ਰੱਬ ਨੂੰ ਪੂਰਨ ਤੌਰ ਤੇ ਬਿਆਨ ਕਰ ਸਕਣ। ਹਾਂ, ਕਹਿੰਦੇ ਜਦੋਂ ਗੱਲ ਕਰਨੀ ਹੈ ਤੇ ਅਕਸ਼ਰ ਤੇ ਯੂਜ਼ ਕਰਨੇ ਹੀ ਪੈਣ। ਅਸੀਂ ਵੀ ਗੱਲ ਕਰਨੇ ਪਿਆ, ਅਸੀਂ ਪੰਜਾਬੀ ਦੇ ਬੋਲ ਕੋਈ ਨਾ ਕੋਈ ਬੋਲਨੇ ਪਿਆ, ਅੰਦਰੋਂ ਸਾਹ ਆਉਂਦਾ ਪਿਆ, ਜ਼ਬਾਨ ਕਦੀ ਤਾੜੂ ਨਾਲ ਲੱਗਦੀ ਹੈ, ਕਦੀ ਲਿਪਸ ਦੇ ਨਾਲ ਲੱਗਦੀ ਹੈ, ਕਦੀ ਦੰਦਾਂ ਦੇ ਨਾਲ ਲੱਗਦੀ ਹੈ। ਕਹਿੰਦਾ ਜਹਾਂ ਬੋਲ ਤੈ ਅਛਰ ਆਵਾ, ਜਹਾਂ ਅਬੋਲ ਤੈ ਮਨ ਨਾ ਰਹਾ ਵਾ। ਜੇ ਬੰਦਾ ਕੋਈ ਬੋਲੇ ਹੀ ਨਾ, ਅਸੀਂ ਇੱਥੇ ਆ ਜਾਏ, ਸਾਰੀ ਸੰਗਤ ਇੱਥੇ ਆ ਗਈ, ਨਾ ਕੋਈ ਬੋਲਦਾ ਨਹੀਂ, ਸਾਰੇ ਇੱਕ ਦੂਜੇ ਨੂੰ ਚੁੱਪ ਕਰਕੇ ਬੈਠੇ ਆ, ਤੇ ਇਹਨਾਂ ਦੇ ਨਾਲ ਕਿਸੇ ਨੂੰ ਕੋਈ ਮੈਸੇਜ ਜਾਣ ਵਾਲਾ ਨਹੀਂ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਪ੍ਰਮਾਤਮਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਅੰਤ ਨਾ ਪਾਰਾ ਕੀਮਤ ਨਹੀਂ ਪਾਈ। ਉਹਦਾ ਕਹਿੰਦੇ ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਣ। ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਤੂੰ ਜਿਤਨੀ ਮਰਜ਼ੀ ਕੋਸ਼ਿਸ਼ ਕਰ ਲੈ। ਵੀ ਉਹ ਕਹਿੰਦੇ ਨੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀ ਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਜੇ ਸਾਰਿਆਂ ਨੇ ਮਿਲ ਕੇ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀ ਮਤ ਮਿਲ ਕੀਮਤ ਪਾਈ, ਸਾਰਿਆਂ ਨੇ ਅੰਦਾਜ਼ਾ ਲਗਾ ਲਓ ਕਿਤਨਾ ਵੱਡਾ ਹੈ, ਸਭ ਕਹਿ ਲੋ ਰੱਬ ਕਿਤਨਾ ਵੱਡਾ, ਇਤਨਾ ਵੱਡਾ। ਕਹਿੰਦੇ ਵੀ ਉਹ ਗਿਆਨੀ ਧਿਆਨੀ ਕਹਿੰਦੇ ਉਹ ਇਹ ਸਾਰੇ ਨੇ ਮਿਲ ਕੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਉਹ ਤੇਰੀ ਤਿਲ ਮਤ ਸਾਰੇ ਮਿਲ ਕੇ ਵੀ ਜੇ ਤੈਨੂੰ ਕਹਿਣ ਬਹੁਤ ਵੱਡਾ, ਇਹ ਤੇਰੀ ਐਕਚੁਅਲ ਵਡਿਆਈ, ਫਿਰ ਵੀ ਇਹ ਤੁਲਨਾ ਹੀ ਹੈ। ਇਹਦਾ ਨਹੀਂ, ਉਹ ਸਾਰੇ ਮਿਲ ਕੇ ਵੀ ਤੇਰੀ ਵਡਿਆਈ ਦੀ ਤਿਲ ਮਾਤਰ ਵੀ ਜਿਹੜੀ ਨਾ ਵਡਿਆਈ ਉਹ ਵਰਣਨ ਜਿਹੜੀ ਕਰ ਨਹੀਂ ਸਕਣਗੇ। ਅੰਤ ਨਾ ਪਾਰਾ। ਕਹਿੰਦੇ ਉਸਤਤ ਕਵਨ ਕਰੀ ਜੇ ਕਰਤੇ, ਕੌਣ ਕਹੇ ਤੂੰ ਕਹਿੰਦੇ ਪੇਕ ਰਹੇ ਬਿਸਮਾ। ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ, ਤੂੰ ਕਿੰਨਾ ਵੱਡਾ ਹੈ ਨਾ, ਕਿਤਨਾ ਬੇਅੰਤ ਹੈ ਨਾ। ਕਈ ਵਾਰ ਸਾਨੂੰ ਲੱਗਦਾ ਕਿ ਜਦੋਂ ਅਸੀਂ ਕਦੀ ਆਪਣੇ ਆਪ ਤੇ ਜਦੋਂ ਮਨ ਤੇ ਢੁਕਾ ਕੇ ਗੱਲ ਕਰਨੇ ਆ ਨਾ, ਮਨ ਦੀਆਂ ਇਤਨੀਆਂ ਤਾਰੀਫਾਂ ਕਰਨੀਆਂ, ਕਦੀ ਗੱਲ ਕਦੀ ਇਹ ਲੱਗਦਾ ਕਿ ਨਹੀਂ ਕਿਤੇ ਕਿਸੇ ਰੱਬ ਨੂੰ ਛੋਟਾ ਤੇ ਨਹੀਂ ਕਰਦੇ ਪਏ। ਜਿਹੜੀ ਰੱਬ ਦੀ ਸ਼ਖਸੀਅਤ ਹੈ ਜਿਹਦੇ ਬਾਰੇ ਗੁਰੂ ਕਹਿੰਦਾ ਵੀ ਕਹਿਣ ਨਾ ਜਾਈ, ਇਹਦੇ ਬਾਰੇ ਇਹਦੀਆਂ ਵਡਿਆਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਅੰਤ ਨਾ ਪਾਰਾ ਕੀਮਤ ਨਹੀਂ ਪਾਈ। ਕਹਿੰਦੇ ਆਪੇ ਦਇਆ ਕਰੇ ਸੁਖ ਦਾਤਾ। ਇਹ ਜਿਹੜਾ ਸੁੱਖਾਂ ਦਾ ਦਾਤਾ ਪਰਮਾਤਮਾ, ਇਹ ਰੱਬ ਦਾ ਐਡਜੈਕਟਿਵ ਹੈ। ਸਾਰੀਆਂ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਉਹ ਪਰਮਾਤਮਾ ਹੀ ਹੈ, ਔਰ ਉਹ ਦਇਆ ਕਰਕੇ ਦਿੰਦਾ ਹੈ। ਇਹ ਸਾਡੀ ਕੋਈ ਕਮਾਈ ਹੋਈ ਨਹੀਂ ਹੈ। ਸਾਡੇ ਮਨ ਵਿੱਚ ਜੇ ਭੁਲੇਖਾ ਹੋ ਜਾਵੇ ਕਿ ਨਹੀਂ ਜੀ ਮੈਂ ਬੜਾ ਕੁਝ ਚੰਗਾ ਕਰਨਾ ਵਾ ਤੇ ਰੱਬ ਤੋਂ ਹੀ ਇਜ਼ ਬਾਉਂਡ ਟੂ ਗਿਵ ਇਟ ਟੂ ਮੀ, ਵੀ ਮੈਂ ਕਮਾਇਆ ਹੋਇਆ ਹੈ, ਮੇਰੀ ਅਰਨ ਕੀਤੀ ਹੋਈ ਸੁੱਖ ਨੇ ਨਹੀਂ। ਉਹ ਕਹਿੰਦੇ ਜੈ ਪ੍ਰਸਾਦ, ਹਰ ਚੀਜ਼ ਦੇ ਨਾਲ ਜੈ ਪ੍ਰਸਾਦ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਜੈ ਪ੍ਰਸਾਦ ਸੁਖ ਸੇਜ ਸੋਈ ਜੇ। ਉਹ ਸਾਰੇ ਨਾਲ ਜੈ ਪ੍ਰਸਾਦ ਜੋੜ। ਇਹ ਉਹ ਮਾਲਕ ਦਇਆ ਕਰਕੇ ਦਿੰਦਾ, ਸੁੱਖਾਂ ਦਾ ਦਾਤਾ ਵੀ ਉਹ ਹੈ। ਔਰ ਇਹ ਮੈਂ ਗੁਣ ਤਾਂ ਹੀ ਗਾ ਸਕਣਾ ਜਦੋਂ ਉਹ ਕਿਰਪਾ ਕਰਕੇ ਆਪੇ ਦਇਆ ਕਰੇ ਸੁਖ ਦਾਤਾ। ਗੁਣ ਮਹਿ ਗੁਣੀ ਸਮਾਇਆ। ਜਿਹੜਾ ਗੁਣ ਗਾਉਣ ਵਾਲਾ ਬੰਦਾ ਹੈ, ਗੁਣ ਧਾਰਨ ਕਰਨ ਵਾਲਾ ਜਿਹੜਾ ਬੰਦਾ ਹੈ ਨਾ, ਫਿਰ ਉਹ ਮਨੋ ਗੁਣਾ ਦੇ ਵਿੱਚ ਹੀ ਸਮਾਇਆ ਹੋਇਆ ਜੀਵਨ ਉਹ ਗੁਣ ਸਰੂਪ ਹੀ ਹੋ ਜਾਂਦਾ। ਐਸਾ ਜੀਵਨ ਜਿਹੜਾ ਨਾ ਉਹ ਗੁਣ ਸਰੂਪ ਹੋ ਜਾਂਦਾ ਹੈ। ਹਾਂਜੀ ਵਿੱਚ ਧੰਨਵਾਦ ਵੀਰ ਜੀ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਬਿਲਕੁਲ ਤਿਲ ਮਾਤਰ ਵੀ ਜਿਹੜੀ ਹੈ ਉਹਦੀ ਵਡਿਆਈ ਗਾ ਨਹੀਂ ਸਕਦੇ। ਜੀ ਭੂਆ ਜੀ। तेरे गुण कहाँ मैं कहन न जाई, अंत न पारा कीमत नहीं पाई। ਉਹ ਵਿਰਲਾ ਮਨ ਜੋ ਦਿਨ ਰਾਤ ਉਹਦੇ ਗੁਣਾਂ ਨੂੰ ਸੋਚਦਾ ਹੈ, ਨਾਮ ਨੂੰ ਚੇਤੇ ਕਰਦਾ ਹੈ, ਭਿੱਜਦਾ ਹੈ, ਕਿਹੜੇ ਨਾਮ ਨੂੰ ਜਿਹੜਾ ਕਥਰ ਨਹੀਂ ਕੀਤਾ ਜਾ ਸਕਦਾ, ਜਿਸਦਾ ਅੰਤ ਨਹੀਂ ਹੈ, ਜੋ ਅਨਲਿਮਿਟਿਡ ਹੈ, ਜੋ ਅਮੁੱਲ ਹੈ,
ਜਿਨ ਜਿਨ ਗੁਣਾਂ ਨੂੰ ਗਾਉਂਦਾ ਹੈ ਤੇ ਕੀ ਕਹਿੰਦੇ ਇਹੀ ਉਸਦੀ ਬਖਸ਼ਿਸ਼ ਹੈ। ਦਿਸ ਇਜ਼ ਦ ਮਰਸੀ, ਦਿਸ ਇਜ਼ ਦ ਗ੍ਰੇਸ। ਕਿਉਂ ਕਿ ਉਹੀ ਜਿਹੜੇ ਗੁਣਾਂ ਨੂੰ ਗਾ ਰਿਹਾ, ਜਿਸਦਾ ਅੰਤ ਨਹੀਂ ਹੈ, ਅਨਲਿਮਿਟਿਡ ਹੈ, ਅਮੁੱਲ ਹੈ, ਉਹੀ ਸੁਖ ਦਿੰਦਾ ਹੈ। ਉਹ ਗੁਣ ਹੀ ਸੁਖ ਦਿੰਦਾ ਹੈ। ਫਿਰ ਉਹ ਮਨ ਜਿਹੜਾ ਹੈ ਉਸ ਇੱਕ ਦੇ ਨਾਲ, ਉਸ ਨਾਮ ਦੇ, ਉਹਦੇ ਗੁਣਾਂ ਦੇ ਨਾਲ ਭਿੱਜ ਜਾਂਦਾ ਹੈ। ਮਨ ਭਿੱਜ ਜਾਂਦਾ ਤੇ ਨਾਲ ਪੂਰੀ ਸ੍ਰਿਸ਼ਟੀ ਨੂੰ ਆਪਣੇ ਨਾਲ ਹੀ ਸਮਾ ਲੈਂਦਾ ਹੈ। ਹਾਂਜੀ, ਧੰਨਵਾਦ ਭੂਆ ਜੀ। ਮਨ ਭਿੱਜ ਜਾਂਦਾ ਤੇ ਸਾਰੀ ਅੰਦਰ ਦੀ ਸ੍ਰਿਸ਼ਟੀ ਨੂੰ ਨਾਲ ਸੱਚ ਨਾਲ ਭਿਜੋ ਦਿੰਦਾ ਹੈ। ਧੰਨਵਾਦ ਆਪ ਜੀ ਦਾ। इस जग में मोह है पासारा, मनमुख अज्ञानी अंध अंधारा, धंधे धावत जन्म गवाया, बिन नावे दुख पाया। इस जग में मोह है पासारा, पासारा उच्चारण ਵੱਲ ਵੀ ਧਿਆਨ ਦੇਣਾ ਹੈ। ਪਸਾਰਾ ਨਹੀਂ ਉਚਾਰਨ ਕਰਨਾ, ਕਿਉਂਕਿ ਪੱਪੇ ਨੂੰ ਵੀ ਕੰਨਾ ਲੱਗਿਆ ਅਕਸਰ ਅਸੀਂ ਉਚਾਰਨ ਕਰਨ ਲੱਗਿਆ ਭੁੱਲ ਕਰਦੇ ਹਾਂ। ਤੇ ਪਸਾਰਾ ਨਹੀਂ ਪਾਸਾਰਾ ਹੈ। ਇਸ ਜਗ ਮੇ ਸੰਸਾਰ ਰੂਪ ਜਗਤ ਦੇ ਵਿੱਚ ਮੋਹ ਹੈ ਪਸਾਰਾ, ਮੋਹ ਫੈਲਿਆ ਹੋਇਆ, ਹਰੇਕ ਦੇ ਮਨ ਤੇ ਮੋਹ ਨੇ ਪ੍ਰਭਾਵ ਪਾਇਆ ਹੋਇਆ। ਹਰੇਕ ਦਾ ਮਨ ਮੋਹ ਤੋਂ ਪ੍ਰਭਾਵਿਤ ਹੋਇਆ, ਮੋਹ ਦੇ ਨਾਲ ਮੈਲਾ ਹੋਇਆ। ਮਨਮੁਖ ਅਗਿਆਨੀ ਅੰਧ ਅੰਧਾਰਾ, ਮਨਮੁਖ अपने मन के मुताबिक कार विहार करने वाला मनमुख। अज्ञानी, अज्ञानी तो की पावे। देखो ज्ञान असी ध्यान दईए ना, ज्ञान सच का भी ज्ञान है, झूठ के ज्ञान नूं भी ज्ञान ही किया जाता। अखां हर वक्त तकदियां, तक के ज्ञान हासिल करदियां। सच का ज्ञान ते झूठ का ज्ञान परख करन लई परमात्मा ने बुद्धि दिती है, जिन्हों विवेक बुद्ध भी कहते हैं कि विवेक बुद्ध परख कर दिए केड़ा ज्ञान सच दा है, केड़ा झूठ दा है, परख कर सके। ते अज्ञानी, हुण अज्ञानी तो भाव नहीं कि उन्होंने पढ़ना लिखना नहीं आउंदा, उन्होंने ज्ञानी नहीं, वो मूर्ख है, उन्होंने कुछ भी समझ नहीं। अज्ञानी हो सकता है उसनों संसार दा बहुता ज्ञान होए, हो सकता है ज्ञान संसार दी बहुता समझ होए, पढ़िया लिखिया विद्वान भी होए, हो सकता है बहुत उच्चे ओहदे ते भी बैठा होए, पर अपने मन दे विच अपने इंज कह लिए मैल नाल भिजिया होया, जिन्हों सच दा ज्ञान नहीं। गुरु साहब इत्थे उहदा जिक्र कर रहे हैं, मनमुख अज्ञानी, अज्ञानी है, उन्होंने सच दा ज्ञान नहीं है, उहदे कोल गुरु दे बोल नहीं हन, उहदे कोल परमात्मा दे गुण नहीं हन, ते उहदा जीवन कैसा है फिर? अंध अंधारा, अन्या वर्गा जीवन व्यतीत कर रहा है, अंधेरे विच ही ठोकर खा रहा है। और पहले अखर ते फिर आ जाइए अज्ञानी। हो सकता है संसार दे बहुत उच्चे ओहदे ते बैठा होए, हो सकता है बहुत संसार दी उन्होंने बहुत नॉलेज होए, किताबां भी लिखता होए, बहुत ज्यादा पढ़ा लिखा होए, संसारिक तौर ते वड्डी वड्डी डिग्रियां भी हासिल कीतियां होन, लेकिन गुरु साहब कह रहे हैं जेकर सच का ज्ञान नहीं ते अंध अंधारा, जो भी कार विधि विहार कर रहा है अंधेरे विच ही कर रहा है, अज्ञानता दे अंधेरे विच कर रहा है। मनमुख अज्ञानी अंध अंधारा, धंधा है धावत जन्म गवाया। देखो जिक्र आ गया, बिल्कुल ही नाल ही जिक्र आ गया धंधा है। वैसे असी धंधा अखर जिहड़ा असी आम तौर ते इस्तेमाल करते हैं ना, ਅਸੀਂ ਬਿਜ਼ਨਸ ਨੂੰ ਕਹਿੰਦੇ ਆ, ਜਿੱਥੇ ਕਿਧਰੋਂ ਨਫਾ ਪ੍ਰਾਪਤ ਕਰਨ ਦੇ ਲਈ ਅਸੀਂ ਕਾਰ ਵਿਹਾਰ ਕਰਦੇ ਆ, ਕਈ ਵਾਰੀ ਸਾਨੂੰ ਘਾਟੇ ਪ੍ਰਾਪਤ ਹੋ ਜਾਂਦੇ ਹਨ। ਪਰ ਗੁਰੂ ਸਾਹਿਬ ਸਿਰਫ ਬਿਜ਼ਨਸ ਦਾ ਜ਼ਿਕਰ ਨਹੀਂ ਕਰਦੇ, ਧੰਦੇ ਦਾ ਜਦੋਂ ਜ਼ਿਕਰ ਕਰ ਰਹੇ ਨਾ, ਭਾਵੇਂ ਕੋਈ ਘਰ ਦੀ ਗ੍ਰਹਿਣੀ ਹੋਏ, ਭਾਵੇਂ ਕੋਈ ਪੁਰਸ਼ ਹੋਏ ਜਿਹੜਾ ਕੋਈ ਵੀ ਕਾਰ ਵਿਹਾਰ ਨਾ ਕਰਦਾ ਹੋਏ, ਭਾਵੇਂ ਉਹ ਨੌਕਰੀ ਕਰਦਾ ਹੋਏ, ਬਿਜ਼ਨਸ ਕਰਦਾ ਹੋਏ, ਕਿਸੇ ਵੀ ਕਾਰ ਵਿੱਚ ਨਿਵਰਤ ਹੋਏ, कोई भी कार विहार कर रहा होए, गुरु साहब कह रहे हैं धंधे धावत जन्म गवाया। जिसने सच का ज्ञान नहीं लिता, संसार दे कार विहार कर दे, धंधे धावत संसारी कार विहार असी हर कुछ नहीं कर रहे होंगे, तां भी कुछ कर रहे होंगे। जे असी बिस्तरे ते लेटे हुए हैं तो लेटना भी कर्म है, जे असी बैठे हुए हैं तो बैठना भी एक कर्म है।
ਅਸੀਂ ਇਹ ਨਾ ਸਮਝੀਏ ਕਿ ਮੈਂ ਕੁਝ ਨਹੀਂ ਕਰ ਰਿਹਾ, ਜੋ ਕੁਝ ਵੀ ਨਹੀਂ ਕਰ ਰਹੇ ਹੁੰਦੇ ਤਾਂ ਵੀ ਕੁਝ ਕਰ ਰਹੇ ਹੁੰਦੇ ਆ। ਹੋ ਸਕਦਾ ਉਹ ਵਕਤ ਜਿਹੜਾ ਹੋਏ ਕੁਝ ਕਰਨ ਦਾ ਹੋਏ ਜਿਸ ਵਕਤ ਅਸੀਂ ਖਾਲੀ ਬੈਠੇ ਆ। ਹੋ ਸਕਦਾ ਉਸ ਵਕਤ ਕੋਈ ਕਾਰ ਵਿਹਾਰ ਕਰਨਾ ਹੋਏ, ਅਸੀਂ ਟਾਈਮ ਵਿਅਰਥ ਵੇਸਟ ਕਰ ਰਹੇ ਹਾਂ। ਤੇ ਗੁਰੂ ਸਾਹਿਬ ਕਹਿ ਰਹੇ ਨੇ ਧੰਦੇ ਤਾਵਤ ਸੰਸਾਰੀ ਕਾਰ ਵਿਹਾਰ ਕਰਦੇ ਕੀ ਕਰ ਰਹੇ ਹਨ? ਜਨਮ ਗਵਾਇਆ, ਆਪਣਾ ਜਨਮ ਵਿਅਰਥ ਹੀ ਗਵਾਈ ਜਾ ਰਹੇ ਆ। ਸੰਸਾਰੀ ਕਾਰ ਵਿਹਾਰ, ਸੰਸਾਰੀ ਲਾਹੇ ਪ੍ਰਾਪਤ ਕਰ ਰਹੇ ਆ, ਪਰ ਆਤਮਕ ਗੁਣਾਂ ਦੇ ਵੱਲੋਂ ਘਾਟੇ ਹੀ ਘਾਟੇ ਪਈ ਜਾ ਰਹੇ ਹਨ, ਜਿਸ ਵਜ੍ਹਾ ਕਰਕੇ ਜਨਮ ਜਿਹੜਾ ਵਿਅਰਥ ਜਾ ਰਿਹਾ ਹੈ ਤੇ ਜ਼ਿੰਦਗੀ ਦੇ ਅੰਦਰ ਦੁੱਖ ਤੇ ਤਕਲੀਫਾਂ ਵੱਧਦੀਆਂ ਜਾ ਰਹੀਆਂ। ਧੰਦਾ ਤਾਵਤ ਜਨਮ ਗਵਾਇਆ, ਬਿਨ ਨਾਵੈ ਦੁੱਖ ਪਾਇਆ, ਬਿਨ ਨਾਵੈ ਦੁੱਖ ਪਾਇਆ। ਬਿਨ ਨਾਵੇ ਨਾਮ ਦਾ ਚਾਨਣ ਨਹੀਂ ਪ੍ਰਾਪਤ ਕੀਤਾ, ਬਿਨ ਨਾਵੇ ਦੁੱਖ ਪਾਇਆ। ਜ਼ਿੰਦਗੀ ਵਿੱਚ ਕੀ ਮਿਲਿਆ? ਦੁੱਖ ਹੀ ਦੁੱਖ ਮਿਲੇ, ਤਕਲੀਫਾਂ ਹੀ ਤਕਲੀਫਾਂ ਮਿਲੀਆਂ। ਆਤਮਕ ਤੌਰ ਤੇ ਘਾਟੇ ਪੈ ਗਏ ਤੇ ਦੁਖੀ ਰਹਿੰਦੇ ਰਹੇ, ਰੋਗੀ ਬਣ ਗਏ। ਮਨ ਵੀ ਰੋਗੀ ਹੋ ਗਿਆ, ਤਨ ਵੀ ਰੋਗੀ ਹੋ ਗਿਆ। ਮਨ ਤੇ ਤਨ ਦੇ ਰੋਗੀ ਹੋਣ ਦੀ ਵਜ੍ਹਾ ਕਰਕੇ ਜ਼ਿੰਦਗੀ ਜਿਹੜਾ ਹੈ ਆਏ ਹੈ ਵਿੱਚ ਬਤੀਤ ਹੁੰਦੀ ਰਹੀ, ਦੁੱਖ ਪਾਇਆ ਤੇ ਦੁੱਖਾਂ ਦੀ ਪ੍ਰਾਪਤੀ ਕਰਦੇ ਰਹੇ। ਜੀ ਇਕਬਾਲ ਵੀਰ ਜੀ। जी, इस जग में मोह है पासारा। हुण पसारा खिलारिया किने करते नहीं, इस जग को ठगौरी लाई, हर ठग जग को ठगौरी लाई। ये पसारा माया दे मोह का जिहड़ा पसारा है, ये करते ने लाया। संसार दी कार करन दे लई, संसार नूं कार विच लिप्त रखण दे लई ये जिहड़ा माया दा मोह है ये लगा है। जे माया दा मोह दा पसारा ना होवे ते संसार जिहड़ा हैगा वो किरत कर तो भी वांझा रह सकता है। ते मोह दे विच ही संसार दी कार चलदी है। संसार दी धीआं पुत्रां दी जां रिश्तेदारां दी ये पालना पोषणा जां मदद, ये सारा मोह माया दे मोह दे विच पसारे दे विच ही आ जांदी है। इस जग में, इस संसार दे विच मोह है पसारा, करते ने मोह पाया होया है। मोह दा जिहड़ा हैगा जीव जदों लिप्त हुंदा है ते ਉਹ ਮਾਇਆ ਦੇ ਮੋਹ ਵਿੱਚ ਲਿਪਤ ਹੋਣ ਦੇ ਨਾਲ ਵੀ ਮੋਹ ਦੀ ਵੀ ਇੱਕ ਲਿਮਟ ਹੈ। ਜਦੋਂ ਜੀਵ ਮਾਇਆ ਦੇ ਮੋਹ ਵਿੱਚ ਲਿਪਤ ਹੋ ਜਾਂਦਾ, ਸਿਰਫ ਮਾਇਆ ਦਾ ਮੋਹ ਦੇ ਵਿੱਚ ਅਗਿਆਨਤਾ ਦੇ ਵਿੱਚ ਵਸ ਕੇ ਹੀ ਉਹ ਸਾਰੇ ਅਗਿਆਨੀ ਕਰਮ ਕਰਦਾ ਹੈ। ਸੋ ਮਾਇਆ ਦਾ ਜਿਹੜਾ ਮੋਹ ਹੈ ਉਹ ਜ਼ਿਆਦਾ ਪ੍ਰਬਲ ਹੁੰਦਾ ਹੈ ਤੇ ਸਦਾ ਮਾਇਆ ਮਾਇਆ ਮੇਰੀ ਮੇਰੀ ਹੀ ਕਰਦਾ ਰਹਿੰਦਾ ਹੈ। ਇਸ ਲਈ ਇਹ ਮੋਹ ਜਿਹੜਾ ਹੈਗਾ ਆ ਕਰਤੇ ਨੇ ਲਾਇਆ ਹੋਇਆ ਹੈ। ਮਨਮੁਖ ਅਗਿਆਨੀ ਅੰਧ ਅੰਧਾਰਾ। ਮਨਮੁਖ ਆਪਣੀ ਮਨ ਦੀ ਮੱਤ ਦੇ ਮਗਰ ਲੱਗਣ ਵਾਲਾ ਜਿਹੜਾ ਮਨੁੱਖ ਹੈ, ਅਗਿਆਨੀ, ਜਿਸ ਨੂੰ ਪ੍ਰਮਾਤਮਾ ਦੇ ਬੋਧ ਦਾ ਪਤਾ ਨਾ ਹੋਵੇ, ਜਿਸ ਨੂੰ ਪ੍ਰਮਾਤਮਾ ਬਾਬਤ ਗਿਆਨ ਨਾ ਹੋਵੇ, ਜਾਂ ਜਿਸ ਨੂੰ ਆਪਣੇ ਸੰਸਾਰ ਵਿੱਚ ਆਏ ਦਾ ਮਨੋਰਥ ਨਾ ਪਤਾ ਹੋਵੇ, ਉਹ ਅਗਿਆਨੀ ਹੈ। ਸੰਸਾਰ ਵਿੱਚ ਕਿਸ ਕਰਮ ਲਈ ਆਏ ਆ ਜਾਂ ਸੰਸਾਰ ਵਿੱਚ ਆਉਣਾ ਕਿਉਂ ਹੋਇਆ ਜੀਵਾਂ ਦਾ, ਜਿਸ ਨੂੰ ਇਸ ਮਨੋਰਥ ਦਾ ਪਤਾ ਹੀ ਨਾ ਹੋਵੇ, ਉਹ ਅਗਿਆਨੀ ਹੈ। ਅੰਧ ਅੰਧਾਰਾ, ਉਹ ਫਿਰ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਹੀ ਭਟਕਦਾ ਰਹਿੰਦਾ ਹੈ। ਧੰਦੇ ਧਾਵਤ ਜਨਮ ਗਵਾਇਆ। ਹੁਣ ਮਾਇਆ ਦੇ ਮੋਹ ਦੀ ਭਟਕਣਾ ਦੇ ਕਾਰਨ ਇਹ ਧੰਦੇ ਕਰਦਾ ਹੈ। ਧੰਦਾ ਉਹ ਹੈ ਜਿਹੜਾ ਮੋਹ ਦੇ ਵਿੱਚ ਹੀ ਕੀਤਾ ਜਾਂਦਾ ਹੈ। ਕਿਰਤ ਜਿਹੜੀ ਹੈਗੀ ਆ ਉਹ ਕਾਰ ਹੁੰਦੀ ਹੈ। ਹੱਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ। ਕਿਰਤ ਜਿਹੜੀ ਹੈਗੀ ਆ ਉਹ ਸੰਸਾਰ ਦੀ ਮੋਹ ਤੋਂ ਬਿਨਾਂ ਹੁੰਦੀ ਹੈ। ਧੰਦਾ ਜਿਹੜਾ ਹੈ ਮੋਹ ਦੇ ਵਿੱਚ ਹੋ ਜਾਂਦਾ ਹੈ। ਧੰਦੇ ਦੇ ਵਿੱਚ ਜੀਵ ਜਿਹੜਾ ਹੈਗਾ ਉਹ ਲੁਟੇਰਾ ਬਣ ਜਾਂਦਾ ਹੈ ਤੇ ਜਿਹੜਾ ਕਿਰਤ ਕਰਦਾ ਹੈ ਉਹ ਦਸਾਂ ਨਹੁੰਾਂ ਦੀ ਕਿਰਤ ਕਰਕੇ ਆਪਣਾ ਰੁਜ਼ਗਾਰ ਪਾਲਣ ਲਈ ਕਿਰਤ ਕਰਦਾ ਹੈ। ਧੰਦੇ ਔਰ ਕਿਰਤ ਦੇ ਵਿੱਚ ਇਹ ਵਖਰੇਵਾਂ ਹੈ। ਹੁਣ ਜਿਹੜਾ ਜੀਵ ਧੰਦੇ ਧਾਵ, ਧੰਦੇ ਵਿੱਚ ਹੀ ਧਾਵਤ ਬਣ ਭਾਵ ਧੰਦੇ ਵਿੱਚ ਹੀ ਗਰਸਿਆ ਰਹਿੰਦਾ ਹੈ, ਮਾਇਆ ਦੇ ਮੋਹ ਦੀ ਭਟਕਣਾ ਦੇ ਕਾਰਨ ਉਹ ਧੰਦਾ ਕਰਦਾ ਹੈ, ਫਿਰ ਕੀ ਹੈ? ਜਨਮ ਗਵਾਇਆ। ਉਹ ਜੀਵ ਫਿਰ ਜਨਮ ਗਵਾ ਲੈਂਦਾ। ਜਿਹੜਾ ਮੇਰੀ ਮੇਰੀ ਕਰਤੇ ਜਨਮ ਗਵਾਇਆ, ਧੰਦਾ ਧਾਵਤ ਜਨਮ ਗਵਾਇਆ। ਹੁਣ ਮੇਰੀ ਮੇਰੀ ਕੀ ਆ? ਇਕੱਠਾ ਹੀ ਕਰੀ ਜਾਣਾ, ਆ ਵੀ ਮੇਰਾ, ਆ ਵੀ ਮੇਰਾ, ਸਭ ਕੁਛ ਮੇਰਾ। ਇਹ ਹੈ ਧੰਦਾ।
ਜਿਹਦੇ ਵਿੱਚ ਜੀਵ ਜਿਹੜਾ ਹੈ ਧਾਵਤ ਵਰਸਿਆ ਰਹਿੰਦਾ ਹੈ ਹਮੇਸ਼ਾ ਹੀ, ਔਰ ਸੱਚ ਔਰ ਗੁਣਾਂ ਵਾਲੀ ਬਿਰਤੀ ਨੂੰ ਧਾਰਨ ਨਹੀਂ ਕਰਦਾ, ਦਿਆਲੂ ਨਹੀਂ ਬਣਦਾ, ਕਿਰਪਾਲੂ ਨਹੀਂ ਬਣਦਾ। ਜੀਵ ਆਪ ਜਪੋ ਵਰਾ ਨਾਮ ਜਪਾਵਲੇ ਵਾਲੇ ਅਵਸਥਾ 'ਚ ਨਹੀਂ ਜਾਂਦਾ, ਗੁਣ ਨਹੀਂ ਵੰਡਦਾ, ਉਹ ਜਨਮ ਗਵਾ ਲੈਂਦਾ ਹੈ। ਬਿਨ ਨਾਮ ਹੈ ਦੁੱਖ ਪਾਇਆ। ਉਹ ਨਾਮ ਤੋਂ ਬਿਨਾਂ, ਕਿਉਂਕਿ ਗੁਣ ਨਹੀਂ ਹਨ, ਗੁਣਾਂ ਤੋਂ ਸਖਣਾ ਧੰਦੇ ਵਿੱਚ ਲਪਟਿਆ ਹੋਇਆ ਮਨੁੱਖ ਜਿਹੜਾ ਹੈ ਉਹ ਜਨਮ ਗਵਾ ਕੇ, ਕਿਉਂਕਿ ਉਹਦੇ ਕੋਲ ਦੁੱਖ ਪਾਇਆ, ਨਾਮ ਨਹੀਂ ਹੈ, ਬਿਨ ਨਾਮ ਹੈ। ਜਦੋਂ ਜੀਵ ਕੋ ਨਾਮ ਨਹੀਂ ਹੋਵੇਗਾ, ਗੁਣ ਨਹੀਂ ਹੋਵੇਗੇ, ਤੇ ਉਹ ਕੀ ਕਰੂਗਾ? ਉਹਦੇ ਦੁੱਖ ਪਾਇਆ, ਉਹਦੇ ਕਰਮਾਂ 'ਚ, ਉਹਦੇ ਤਨ 'ਚ, ਉਹਦੇ ਮਨ ਵਿੱਚ ਦੁੱਖ ਹੀ ਦੁੱਖ ਰਹਿਣਗੇ। ਉਸ ਨੂੰ ਆਤਮਿਕ ਅਡੋਲਤਾ ਨਹੀਂ ਮਿਲੂਗੀ, ਸਹਿਜ ਅਵਸਥਾ ਨਹੀਂ ਮਿਲੂਗੀ। ਗੁਣਾਂ ਤੋਂ ਸਿੱਖ ਗੁਣ ਕਹਿ ਗੁਣੀ ਸਮਾਵਣਿਆ, ਜਿਹੜਾ ਗੁਣ ਦੇ ਵਿੱਚ ਲਿਪਤ ਹੋ ਜਾਂਦਾ ਹੈ ਉਹ ਆਪਣੇ ਜੀਵਨ ਨੂੰ, ਆਪਣੇ ਮਨੋਰਥ ਨੂੰ ਸਫਲਾ ਕਰ ਲੈਂਦਾ ਹੈ ਤੇ ਗਿਆਨੀ ਪੁਰਸ਼ ਬਣਦਾ ਹੈ। ਤੇ ਜਿਹੜਾ ਨਾਮ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਆਇਆ ਔਰ ਅਗਿਆਨਤਾ ਦੇ ਵਿੱਚ ਪ੍ਰਮਾਤਮਾ ਦੇ ਦੱਸੇ ਹੋਏ ਮਨੋਰਥ ਨੂੰ ਸਮਝ ਤੋਂ ਬਿਨਾਂ ਹੀ, ਨਾਮ ਤੋਂ ਬਿਨਾਂ ਹੀ ਜਿਹੜਾ ਹੈ ਸੰਸਾਰ ਤੋਂ ਚਲੇ ਜਾਂਦਾ। ਤੇ ਚੱਲਦਾ ਕਿਵੇਂ ਆ? ਦੁੱਖ ਪਾਇਆ। ਦੁੱਖ ਪਾ ਕੇ, ਦੁੱਖ ਪ੍ਰਾਪਤ ਕਰਕੇ ਹੀ ਇਸ ਸੰਸਾਰ ਤੋਂ ਉਹ ਕੂਚ ਕਰ ਜਾਂਦਾ ਜੀ। ਧੰਨਵਾਦ ਇਕਬਾਲ ਵੀਰ ਜੀ। ਇਹਨੂੰ ਬੜੇ ਗੌਰ ਨਾਲ ਸੁਣਨਾ ਪੈਂਦਾ ਹੈ। ਆਪ ਜੀ ਵਿਚਕਾਰ ਕਈ ਡੂੰਘੀਆਂ ਗੱਲਾਂ ਕਰਦੇ ਹੋ, ਬਹੁਤ ਸੋਹਣੇ ਤਰੀਕੇ ਨਾਲ ਸਮਝਾਉਂਦੇ ਹੋ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ। ਕਈ ਵਾਰ ਨਾ ਅਸੀਂ ਜਿਹੜੇ ਜੋ ਰੱਬ ਨੇ ਉਹਦੇ ਨੇ ਬੱਬੇ ਬਾਜੀ ਖੇਲਣ ਲਾਗਾ, ਚੌਪੜ ਕੀਤੇ ਜਾਰ ਚਾਰ ਜੁਗਾ, ਜੀ ਜੰਦ ਸਭ ਕੀਤੀ ਸਾਰੀ, ਪਾਸਾ ਢਾਲਣ ਆਪ ਲਗਾ। ਇਹ ਰੱਬ ਨੇ ਜੋ ਖੇਡ ਬਣਾਈ ਹੋਈ ਨਾ, ਕਿਸੇ ਵੀ ਖੇਡ ਨੂੰ ਜੇ ਬੰਦਾ ਉਹਦੇ ਵਿੱਚ ਨਿਪੁੰਨ ਹੋਣਾ ਚਾਹੁੰਦਾ ਹੈ, ਉਹਦੇ ਵਿੱਚ ਤੋਂ ਮਾਹਿਰਤਾ ਹਾਸਲ ਕਰਨਾ ਚਾਹੁੰਦਾ ਨਾ, ਉਹਨੂੰ ਉਸ ਖੇਡ ਦੀਆਂ ਸਾਰੀਆਂ ਬਰੀਕੀਆਂ ਜਿਹੜੀਆਂ ਨੇ ਨਾ ਉਹ ਪਤਾ ਹੋਣੀਆਂ ਚਾਹੀਦੀਆਂ। ਗੁਰੂ ਕਹਿੰਦਾ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਜੋ ਹੈ ਜੀਵਨ ਦੀ ਬਾਜੀ ਜਿਹੜੀ ਜਿੱਤ ਕੇ ਜਾਂਦੇ ਨੇ। ਜਨ ਨਾਨਕ ਗੁਰਮੁਖ ਜੋ ਨਰ ਖੇਲੇ, ਸੋ ਜਿਣ ਬਾਜੀ ਘਰੇ ਆਇਆ। ਵੀ ਉਹ ਜਿਹੜਾ ਗੁਰੂ ਉਹਨਾਂ ਤੋਂ ਕੁਰਬਾਨ ਸਦਕੇ ਵੀ ਜਾਂਦਾ ਪਿਆ। ਤੇ ਸਾਨੂੰ ਫਿਰ ਜੇ ਗੁਰੂ ਹੈ ਸਾਡਾ, ਕਹਿ ਲਓ ਕੋਚ ਕਹਿ ਲਓ, ਜੇ ਉਹਨੇ ਸਾਨੂੰ ਇਹ ਬਰੀਕੀਆਂ ਦੀ ਸਾਨੂੰ ਉਹਨੇ ਸਾਰੀ ਜਾਂਚ ਦੇਣੀ ਸੀ, ਉਹਨੇ ਸਾਰੇ ਨਾਲ ਉਹਨੇ ਸਾਨੂੰ ਸਮਝਾਉਣਾ ਸੀ। ਇਹ ਇੱਕ ਖੇਡ ਹੈ, ਖੇਡ ਵਿੱਚ ਮਤਾਂ ਤੂੰ ਜਿਹੜਾ ਨਾ ਉਲਝ ਕੇ ਰਹਿ ਜਾਵੇਂ। ਇਹਦੇ ਵਿੱਚ ਗੁਗਲੀ ਵੀ ਪਏਗੀ, ਇਹਦੇ ਵਿੱਚ ਐਸੇ ਦਾਅ ਪੇਚ ਵੀ ਨੇ, ਮਤਾਂ ਤੂੰ ਇਹਦੇ ਚ ਉਲਝ ਕੇ ਰਹਿ ਜਾ। ਹੁਣ ਇਹ ਵਾਲਾ ਵੀ ਗੱਲ ਬਹੁਤ ਸਾਰੀ ਕਹਿੰਦੇ ਨੇ, ਮਾਇਆ ਮੋਹ ਮੇਰੇ ਪ੍ਰਭ ਕੀਨਾ। ਹੁਣ ਇਹ ਮਾਇਆ ਦਾ ਮੋਹ ਪਰਮਾਤਮਾ ਨੇ ਪੈਦਾ ਕੀਤਾ ਹੋਇਆ, ਹਰ ਇੱਕ ਉਹਨੇ ਲਗਾਇਆ ਹੋਇਆ। ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਭਰਮ ਭੁਲਾਏ। ਉਹਨੇ ਸਾਰਾ ਖੇਡ ਨਾ, ਕਹਿੰਦੇ ਸਭ ਤੈਂ ਉਪਾਈ ਭਰਮ ਭੁਲਾਈ। ਸਾਰਿਆਂ ਨੂੰ ਪੈਦਾਇਸ਼ ਕਰਨ ਵਾਲਾ ਤੂੰ ਹੈ। ਉਹਨੇ ਮਾਲਕ ਦਾ ਖੇਡ, ਉਹਨੇ ਖੇਡ ਹੀ ਐਸਾ ਹੈ। ਹੁਣ ਇਹਦੇ ਵਿੱਚੋਂ ਗੁਰੂ ਦੇ ਅਗਵਾਈ ਦੇ ਹੇਠਾਂ ਆਪਣੇ ਆਪ ਨੂੰ ਬਚਾ ਕੇ ਦਿਖਾ। ਤੂੰ ਇਹਦੇ ਚੱਕਰ ਵਿੱਚ ਫਸ ਨਹੀਂ ਜਾਣਾ। ਬਿਲਡਾ ਵੀ ਉਹ ਇਹਨਾਂ ਵਿੱਚ ਸ਼ਾਇਦ ਇਸ ਵੇਲੇ ਪਹਿਲਾ ਜਿਹੜਾ ਸੋਹਿਲਾ ਸੀ ਕੀਤਾ ਸੀ, ਉਹਦੇ ਚ ਕਹਿੰਦਾ ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ। ਉਹਨੇ ਖੇਡ ਹੀ ਐਸਾ ਰਚਿਆ ਹੋਇਆ। ਉਹਨੇ ਉਸ ਮਾਲਕ ਨੇ ਜਿਹੜਾ ਨਾ ਖੇਡ ਐਸਾ ਬਣਾਇਆ ਹੋਇਆ ਹੈ ਵੀ ਖੇਡ ਦੇ ਨਿਯਮ ਵੀ ਸਾਨੂੰ ਦੱਸਦਾ ਹੈ ਵੀ ਉਹ ਤੈਨੂੰ ਸਾਰੇ ਇਸ ਖੇਡ ਦੇ ਬਾਰੇ ਪੂਰੀ ਜਾਣਕਾਰੀ ਹੋ ਜਾਵੇ। ਵੀ ਉਹ ਕਹਿੰਦਾ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਉਪਾਈ। ਰੱਬ ਨੇ ਖੇਡ ਹੀ ਐਸੀ ਬਣਾਈ ਹੋਈ ਹੈ ਨਾ, ਉਹਦੇ ਅੰਦਰ ਉਹ ਫਿਰ ਤੈਨੂੰ ਗੁਰੂ ਨਾਲ ਦਿੰਦਾ ਪਿਆ। ਕਹਿੰਦਾ ਚਾਰੇ ਵੇਦ ਬ੍ਰਹਮੇ ਨੂੰ ਫਰਮਾਏ, ਸਥਿਤੀਵਾਰ ਮਹਾਕਰ ਵੀ ਵਰੇ ਮਹਾਕਰ ਵੀ ਉਹ ਗੁਰੂ ਦੇ ਰਾਹੀਂ ਤੈਨੂੰ ਫਿਰ ਉਹ ਗਿਆਨ ਵੀ ਦਿੰਦਾ ਪਿਆ। ਤੇ ਇਹ ਕਹਿੰਦਾ ਵੀ ਇਹ ਜਗ ਮੈਂ ਇਸ ਜਗ ਮੈਂ ਮੋਹ ਹੈ ਪਸਾਰਾ। ਮੋਹ ਦਾ ਪਸਾਰਾ ਜਿਹੜਾ ਹੈ ਨਾ ਉਹ ਪਸਰਿਆ ਪਿਆ ਹੋਇਆ ਹਰ ਥਾਂ ਦੇ ਉੱਤੇ। ਕੋਈ ਅਟੈਚਮੈਂਟ ਹੈ, ਉਹ ਤੋਂ ਜਦ ਤੱਕ ਬੰਦਾ ਗੁਰੂ ਕੋਲੋਂ ਗਿਆਨ ਨਹੀਂ ਲੇਗਾ ਨਾ, ਇਸ ਅਟੈਚਮੈਂਟ ਤੋਂ ਬੰਦਾ ਜਿਹੜਾ ਹੈ ਨਾ ਉਹ ਛੁੱਟ ਨਹੀਂ ਸਕਦਾ। ਕਹਿੰਦਾ ਮਨਮੁਖ ਅਗਿਆਨੀ, ਗੁਰੂ ਤੋਂ ਬਿਨਾਂ ਜਿਹੜਾ ਮਨਮੁਖ ਬੰਦਾ ਸੀ, ਕਹਿੰਦੇ ਉਹਨੂੰ ਪਿਆ ਜੋ ਗੁਰੂ ਦੀ ਅਗਵਾਈ ਨਹੀਂ ਲੈਂਦਾ ਪਿਆ, ਜੋ ਮੰਨੋ ਜਿਹਦੇ ਜੀਵਨ ਦੇ ਉੱਤੇ ਕਲਯੁਗ ਦਾ ਪ੍ਰਭਾਵ ਬਣਿਆ ਪਿਆ ਹੈ, ਉਹਨੂੰ ਗੁਰੂ ਮਨਮੁਖ ਕਹਿੰਦਾ ਪਿਆ, ਗੁਰੂ ਕੋਲੋਂ ਅਗਵਾਈ ਨਹੀਂ ਲੈਂਦਾ ਪਿਆ। ਕਹਿੰਦਾ ਕਲ ਕਾਲਕ ਅੰਧਿਆਰੀਆ, ਗੁਰ ਗਿਆਨ ਦੀਪਕ ਉਜਿਆਰੀਆ। ਗੁਰੂ ਦਾ ਗਿਆਨ ਇਹਦੇ ਵਿੱਚ ਚਾਨਣ ਸੀ। ਤੇ ਜਿਹੜਾ ਬੰਦਾ ਗੁਰੂ ਕੋਲ ਹੀ ਨਹੀਂ ਗਿਆ, ਕਹਿੰਦਾ ਬਿਨ ਸ਼ਬਦੇ ਅੰਤਰ ਹਨੇਰਾ। ਗੁਰੂ ਬਾਹਰ ਦੀ ਰੋਸ਼ਨੀ ਦੀ ਗੱਲ ਨਹੀਂ ਪਿਆ ਕਰਦਾ। ਬਾਹਰ ਦੀ ਰੋਸ਼ਨੀ ਪਤਾ ਗੁਰੂ ਕਹਿੰਦਾ ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ।
ਜੇ 100 ਚੰਦਾ 1000 ਸੂਰਜ ਚੜ੍ਹ ਪਏ ਉਹਦੇ ਬਾਹਰ ਤੇ ਦੇਖੋ ਕਿਤਨੀ ਰੋਸ਼ਨੀ ਹੋ ਜਾਏਗੀ। ਤੇ ਗੁਰੂ ਬਾਹਰ ਦੀ ਰੋਸ਼ਨੀ ਦੀ ਗੱਲ ਨਹੀਂ ਕਰਦਾ ਪਿਆ, ਤੇਰੇ ਆਤਮਿਕ ਜੀਵਨ ਵਿੱਚ ਰੋਸ਼ਨੀ ਹੈ ਜਾਂ ਨਹੀਂ ਹੈ ਉਹਦੀ ਗੱਲ ਪਿਆ ਕਰਦਾ ਹੈ। ਬਿਨ ਸ਼ਬਦੇ ਅੰਤਰ ਹਨੇਰਾ, ਤੇਰੇ ਅੰਦਰੋਂ ਤੂੰ ਕਹਿੰਦਾ ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਰਾ ਭਾਵ ਹੈ ਦੂਜਾ। ਤੂੰ ਨੰਗੇ ਪੈਰੀ ਜਾਈ ਜਾ, ਤੂੰ ਵਰਤ ਰੱਖੀ ਜਾ, ਤੂੰ ਚਿਲੀਏ ਕੱਟੀ ਜਾ, ਉਹ ਕਹਿੰਦਾ ਵੀ ਗਿਆਨਹੀਨ ਅਗਿਆਨ ਪੂਜਾ। ਕਹਿੰਦਾ ਮਨਮੁਖ ਭਗਤ ਕਰੇ ਬਿਨ ਸਤਿਗੁਰ। ਗੁਰੂ ਬੜਾ ਸਪਸ਼ਟ ਕਹਿੰਦਾ ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਗੁਰੂ ਤੋਂ ਬਿਨਾਂ ਤੇ ਭਗਤੀ ਹੋ ਹੀ ਨਹੀਂ ਸਕਦੀ। ਤੂੰ ਤੇਰੀ ਮਰਜ਼ੀ ਹੈ, ਤੂੰ ਉਹਨੂੰ ਭਗਤੀ ਸਮਝ ਕੇ ਕਰਨਾ ਚਾਹੁੰਦਾ ਹੈ, ਕੋਈ ਤੇਰੀ ਬਾਹ ਫੜਨ ਵਾਲਾ ਨਹੀਂ ਹੈ, ਕਰੀ ਜਾ। ਗੁਰੂ ਦੇ ਫੈਸਲੇ ਜਿਹੜੇ ਨੇ ਨਾ, ਜੇ ਅਸੀਂ ਆਪਣੇ ਆਪ ਨੂੰ ਗੁਰਸਿੱਖ ਖਵਾਉਂਦੇ ਆ ਫਿਰ ਗੁਰੂ ਦੇ ਸਾਡੇ ਤੇ ਲਾਗੂ ਹੋਣਗੇ। ਅਦਰਵਾਈਜ਼ ਕਿਸੇ ਨੂੰ ਛੁੱਟ ਹੈ, ਜੋ ਬੰਦਾ ਜੋ ਮਰਜ਼ੀ ਕਰਨਾ ਚਾਹੁੰਦਾ ਹੈ ਨਾ ਉਹ ਕੈਸ ਕਰ ਸਕਦਾ ਹੈ। ਕਹਿੰਦਾ ਮਨਮੁਖ ਅਗਿਆਨੀ ਅੰਧ ਅੰਧਾਰਾ, ਉਹ ਜਿਹੜਾ ਨਾ ਉਹ ਅਗਿਆਨਤਾ। ਅੱਛਾ ਚਾਨਣਾ ਕਿਤੋਂ ਮਿਲਣਾ ਸੀ? ਕਹਿੰਦਾ ਗੁਰਬਾਣੀ ਇਸ ਜਗ ਮੇਂ ਚਾਨਣ, ਕਰਮ ਵਸੇ ਮਨ ਆਏ। ਬਖਸ਼ਿਸ਼ ਸਦਕਾ ਕਿਸੇ ਦੇ ਹਿਰਦੇ ਜਾ ਕੇ ਵਸਦੀ ਹੈ। ਲੇਕਿਨ ਹੈ ਚਾਨਣ ਐਸਾ ਥੋੜੀ ਨਾ ਹੈ। ਚਾਨਣ ਜਦੋਂ ਕਹਿ ਰਹੇ ਨੇ ਵੀ ਜੇ ਕਿਸੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਰੱਖ ਦੋ ਤੇ ਟਿਊਬਲਾਈਟ ਬੰਦ ਕਰ ਦੋ ਰੋਸ਼ਨੀ ਹੋ ਜਾਏਗੀ, ਐਸੀ ਨਹੀਂ। ਕਿਉਂਕਿ ਗੱਲ ਹੀ ਅੰਦਰ ਦੀ ਜਿਹੜੇ ਐਨਲਾਈਟਨਮੈਂਟ, ਅੰਦਰ ਵੀ ਕੀ ਕਹਿੰਦੇ ਆ, ਐਨਲਾਈਟਨ ਮੀ ਅਬਾਊਟ ਦਿਸ। ਐਨਲਾਈਟਨ ਦਾ ਮਤਲਬ ਕੀ ਹੁੰਦਾ ਹੈ? ਅੰਦਰ ਕੋਈ ਟਿਊਬਲਾਈਟ ਥੋੜੀ ਨਾ ਜਲ ਪੈਂਦੀ, ਤੇਰੇ ਵਿੱਚ ਉਸ ਚੀਜ਼ ਦੀ, ਉਸ ਐਸਪੈਕਟ ਦੀ ਕਲੈਰਿਟੀ ਆ ਜਾਣੀ। ਅਦਰਵਾਈਜ਼ ਤੇ ਮੋਹ ਦਾ ਪਸਾਰਾ ਇਸ ਮਾਲਕ ਨੇ ਆਪ ਖਿਲਾਰਿਆ ਹੋਇਆ, ਤੈਨੂੰ ਪਤਾ ਹੀ ਨਹੀਂ। ਤੂੰ ਕਹਿੰਦਾ ਵੀ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਉਹ ਭਲਕੇ ਉੱਠ ਪਪੋਲੀਏ ਬਿਨ ਪੂਜੇ ਮੁਗਧ ਗਵਾਰ। ਵੀ ਸਾਰੀ ਜ਼ਿੰਦਗੀ ਦੇ ਕਰਮ ਜਿਹੜੇ ਨੇ ਅਸੀਂ ਉਹ ਇਹਨਾਂ ਉਲਝਣਾਂ ਵਿੱਚ ਹੀ, ਮਤਲਬ ਪਰਮਾਰਥ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ। ਤੇਰੇ ਕਹਿੰਦੇ ਵੀ ਉਹ ਭਈ ਪ੍ਰਾਪਤ ਮਾਨੁਖ ਦੀ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਅਵਰ ਕਾਜ ਦਾ ਮਤਲਬ ਇਹ ਤੇ ਨਹੀਂ ਨਾ ਕਿ ਬੰਦਾ ਬੋਲੇ ਅੱਛਾ ਦੁਨੀਆ ਫਿਰ ਮੈਂ ਬਿਜ਼ਨਸ ਕਰਨਾ ਛੱਡ ਦਵਾਂ, ਮੈਂ ਨੌਕਰੀ ਕਰਨੀ ਛੱਡ ਦਵਾਂ। ਉੱਥੇ ਦੇਖੋ ਨਾ ਗੁਰੂ ਸ਼ੁਰੂਆਤ ਕਿਤੋਂ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੋਰੀਆ। ਕਿਹਨੂੰ ਕਹਿ ਰਹੇ ਨੇ? ਕਿਸੇ ਨੂੰ ਕਹਿ ਰਹੇ ਨੇ ਨਾ ਕਿ ਤੈਨੂੰ ਮਨੁੱਖਾ ਦੇ ਮਿਲੀ ਆ। ਤੇਰੇ ਅੰਦਰ ਦੇ ਜੀਵ ਨੂੰ ਕਹਿ ਲੋ, ਤੇਰੇ ਅੰਦਰ ਦੇ ਮਨ ਨੂੰ ਕਹਿ ਲੋ, ਤੇਰੀ ਆਤਮਾ ਨੂੰ ਕਹਿ ਲੋ। ਕਹਿ ਰਹੇ ਨੇ ਹੁਣ ਤੈਨੂੰ ਮਨੁੱਖਾ ਜਨਮ ਵਾਲਾ ਇੱਕ ਸੁੰਦਰ ਮੌਕਾ ਮਿਲਿਆ ਈ। ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੇ ਸਰੀਰ ਨੇ ਰੱਬ ਨੂੰ ਨਹੀਂ ਮਿਲਣਾ, ਉਹਨੂੰ ਆਤਮਾ ਨੂੰ, ਮਨ ਨੂੰ, ਅੰਦਰ ਤੇਰੀ ਜੋਤ ਨੂੰ ਕਹਿ ਰਹੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਇਹ ਬਿਸਤਰਾ, ਇਹ ਗੱਡੀ, ਇਹ ਏਸੀ, ਇਹਦੇ ਨਾਲ ਤੇਰੇ ਅੰਦਰ ਜਿਹੜਾ ਜੀਵ ਹੈ ਨਾ ਉਹਨੂੰ ਕੋਈ ਸ਼ਾਂਤੀ ਨਹੀਂ ਮਿਲਦੀ। ਤੇ ਇੱਥੇ ਗੁਰੂ ਜਿਹੜਾ ਗੱਲ ਕਰਦੇ ਪਏ ਕਹਿੰਦੇ ਵੀ ਮਨਮੁਖ ਅਗਿਆਨੀ ਅੰਧ ਅੰਧਾਰਾ, ਉਹ ਅਗਿਆਨਤਾ ਵਿੱਚ ਹੀ ਆਪਣਾ ਜੀਵਨ ਬਤੀਤ ਕਰਦਾ ਵੈ। ਧੰਦੇ ਧਾਵਤ ਜਨਮ ਗਵਾਇਆ। ਜਿੱਥੇ ਅਸੀਂ ਕਹਿੰਦੇ ਜਦੋਂ ਕਹਿੰਦੇ ਆ ਵੀ ਗੁਰਮਤਿ ਤਿੰਨ ਮੁੱਢਲੇ ਸਿਧਾਂਤ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਅਸੀਂ ਕਹਿੰਦੇ ਵੀ ਕਿਰਤ ਕਰੋ, ਬਿਲਕੁਲ ਕਰਨੀ ਵੀ ਚਾਹੀਦੀ ਹੈ। ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇੱਥੇ ਤੇ ਉਹ ਜਿਹੜਾ ਕੰਨ ਫਿਰਾਏ ਹਿਰਾਏ ਟੂਕਾ ਉਹ ਸਿਧਾਂਤ ਗੁਰਮਤਿ ਦਾ ਹੈ ਹੀ ਨਹੀਂ। ਲੇਕਿਨ ਇਹਦੇ ਉਲਝਣਾ ਕਿਤਨਾ ਹੈ, ਕਿਹੜੀ ਚੀਜ਼ ਧੰਦਾ ਕਦੋਂ ਬਣ ਜਾਂਦੀ ਹੈ? ਜਦੋਂ ਸਾਡੇ ਜੀਵਨ ਦੇ ਉਹ ਮਨ ਇਤਨੀਆਂ ਸੰਗਲਾਂ ਬਣ ਜਾਣ, ਉਹ ਧੰਦਾ ਉਹਨੂੰ ਕਾਰੋਬਾਰ ਇਹਨੂੰ ਕਹਿੰਦੇ ਵਣਜ ਕਰੋ, ਵਣਜ ਆ ਰਹੇ, ਚੰਗੀ ਗੱਲ ਹੈ, ਵਣਜ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਲੇਕਿਨ ਜਦੋਂ ਤੂੰ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੂੰ ਧੰਦਾ ਹੀ ਤੇਰਾ ਕੌਨਸਟੈਂਟਲੀ ਤੇਰਾ ਮਾਈਂਡ ਜਿਹੜਾ ਹੈ ਨਾ ਉਹ ਕੇਵਲ ਉਹਨਾਂ ਉਲਝਣਾਂ ਵਿੱਚ ਹੀ ਫਸਿਆ ਪਿਆ, ਇਹਨੂੰ ਧੰਦਾ ਕਹਿੰਦੇ ਨੇ। ਤੋ ਧੰਦਾ ਪਟਿਓ ਭਾਈਓ, ਇਹ ਜਿਹਦੇ ਵਿੱਚ ਬੜੀਆਂ, ਵੈਸੇ ਆਮ ਤੌਰ ਤੇ ਅਸੀਂ ਦੇਖਾਂਗੇ ਨਾ ਕਾਰੋਬਾਰ ਵਿੱਚ ਬਹੁਤ ਸਾਰੀਆਂ ਉਲਝਣਾਂ ਹੁੰਦੀਆਂ ਨੇ, ਤਾਂ ਕਿ ਉਹਨੂੰ ਕਹਿੰਦੇ ਧੰਦਾ। ਵੀ ਉਹ ਜਦੋਂ ਇਹ ਚੀਜ਼ ਤੇਰੇ ਕੋਲ ਟਾਈਮ ਹੀ ਨਹੀਂ ਵੀ ਜੇ ਅੱਛਾ ਉਹ ਬਹੁਤ ਅਸੀਂ ਜਿਹੜੇ ਧਰਮੀ ਬੰਦਾ ਹੋ ਜਾਏਗਾ ਨਾ ਉਹ ਗੁਰਪੁਰਬ ਵਾਲੇ ਦਿਨ ਉਹ ਦੁਪਹਿਰ ਨੂੰ 1 ਘੰਟਾ ਦੁਕਾਨ ਬੰਦ ਕਰਕੇ ਉੱਥੇ ਆ ਕੇ ਲੰਗਰ ਛਕ ਕੇ ਚਲੇ ਜਾਂਦਾ ਬਸ। ਸਾਡੇ ਵਾਸਤੇ ਦੁਨਿਆਵੀ ਧੰਦੇ, ਜੋ ਤੇਰਾ ਮੇਨ ਕਾਰਜ ਸੀ, ਜੋ ਤੇਰੀ ਜ਼ਿੰਦਗੀ ਦਾ ਮੇਨ ਮਨੋਰਥ ਸੀ, ਉਹਦੇ ਪਸ਼ੂ ਬਾਕੀ ਦੇ ਦੇਖੋ ਪਰਿਵਾਰ ਪਾਲਣਾ, ਖਾਣਾ ਪੀਣਾ, ਇਹ ਤੇ ਸਾਰੇ ਬੋਲੋ ਪੈਦਾਇਸ਼ ਕਰਨੀ, ਸਾਰੇ ਜੇ ਕਰਦੇ ਪਏ। ਐਜ਼ ਤੇਰਾ ਇੱਕ ਹਿਊਮਨ ਬੀਇੰਗ ਜੋ ਤੈਨੂੰ ਇੱਕ ਅਪੋਰਚੁਨਿਟੀ ਮਿਲੀ ਸੀ ਨਾ, ਤੂੰ ਧੰਦੇ ਧਾਵਤ ਜਨਮ ਗਵਾਇਆ। ਤੂੰ ਇਹਨਾਂ ਧੰਦਿਆਂ ਵਿੱਚ ਹੀ ਇਤਨਾ ਉਲਝ ਕੇ ਰਹਿ ਗਿਆ ਨਾ, ਉਦੋਂ ਬੰਦਾ ਕਦੀ ਕਵੇ ਨਾ ਕਿ ਜਦੋਂ ਬੰਦਾ ਕਦੋਂ ਸਮਝੇ ਕਿ ਮੈਂ ਓਵਰਵਰਕਡ ਹਾਂ। ਜੇ ਤੇਰੇ ਕੋਲ ਪਰਮਾਰਥ ਵਾਸਤੇ ਸਮਾਂ ਨਹੀਂ ਹੈ ਨਾ, ਦੈਨ ਅਜ਼ਿਊਮ ਕਿ ਤੂੰ ਮੈਂ ਓਵਰਵਰਕਡ ਹਾਂ। ਥੋੜਾ ਉਹ ਘੱਟ ਕਰ ਦੇ, ਤੇਰੇ ਕੋਲ ਟਾਈਮ ਹੀ ਨਹੀਂ, ਇਤਨਾ ਉਲਝਿਆ ਪਿਆ ਤੂੰ ਇਹਨਾਂ ਵਿੱਚ, ਲੈਣ ਦੇਣ ਵਿੱਚ। ਸੰਸਾਰੀ ਧੰਦੇ ਵੀ ਬਹੁਤ ਨੇ, ਕਾਰੋਬਾਰੀ ਧੰਦੇ ਵੀ ਨੇ, ਸੰਸਾਰੀ ਧੰਦੇ ਵੀ ਬਹੁਤ ਨੇ। ਅੱਜ ਇਹ ਕਿੱਟੀ ਹੈ, ਅੱਜ ਇੱਥੇ ਜਾਣਾ, ਉੱਥੇ ਜਾਣਾ, ਇਤਨੇ ਅਸੀਂ ਧੰਦੇ ਪਾ ਕੇ ਬੈਠੇ ਹੋਏ ਆ। ਕਹਿੰਦੇ ਧੰਦੇ ਧਾਵਤ ਜਨਮ
ਗਵਾਇਆ। ਮਿਲਿਆ ਹੋਇਆ ਬੇਸ਼ਕੀਮਤੀ ਮਨੁੱਖਾ ਜਨਮ ਦਾ ਅਵਸਰ ਅਸੀਂ ਉਹਨੂੰ ਵੇਸਟ ਕਰਨੇ ਪਿਆ। ਕਹਿੰਦਾ ਬਿਨ ਨਾਵੈ ਦੁੱਖ ਪਾਇਆ। ਜਿਹਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਨਹੀਂ ਮਿਲੀ ਨਾ, ਉਹ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ। ਤੂੰ ਜ਼ਿੰਦਗੀ ਦੇ ਜਿਤਨੇ ਮਰਜ਼ੀ ਕੰਮ ਕਰ ਲੈ ਵੀ, ਉਹ ਗੁਰੂ ਕਹਿੰਦੇ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਇਹ ਸਤ ਸੰਤ, ਇਹ ਨਾਮ ਹੈ। ਸਤ ਸੰਤੋਖ ਦਇਆ ਧਰਮ ਜਿਹੜੇ ਰੱਬੀ ਗੁਣ ਨੇ ਨਾ, ਇਹ ਨਾਮ ਨੇ। ਤੇ ਜਿਹੜਾ ਗੁਰਮੁਖ ਬੰਦਾ ਹੈ ਨਾ, ਉਹ ਕਹਿੰਦੇ ਨੇ ਨਾਮਹੀਨ ਨਕਟੇ ਨਰ ਦੇਖੋ, ਤੈਨੂੰ ਘਸ ਘਸ ਨੱਕ ਵੱਡੀ ਜਾਏ। ਜਿਹੜੇ ਜ਼ਿੰਦਗੀ 'ਚ ਨਾਮ ਨੂੰ ਪੁੱਛ ਕੇ ਕੰਮ ਨਹੀਂ ਕਰਦੇ ਨਾ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿਹੜੇ ਉਹਦੇ ਹੁਕਮ ਨੇ ਉਹੀ ਨਾਮ ਸਰੂਪ ਨੇ। ਹੁਕਮ ਨੇ ਨਾ, ਫਰੀਦਾ ਬੁਰੇ ਦਾ ਭਲਾ ਕਰ, ਐ ਰਖਵਾਦ ਨਾ ਕੀਜੇ ਰੇ ਮਨ, ਪਰਤਰਿਆ ਰੂਪ ਨਾ ਪੇਖੇ ਨੇਤਰ। ਇਹ ਸਾਰੇ ਹੁਕਮ ਨੇ, ਇਹੀ ਨਾਮ ਹੈ ਪਰਮਾਤਮਾ। ਪਰਮਾਤਮਾ ਦੇ ਗੁਣ, ਪਰਮਾਤਮਾ ਦੀਆਂ ਵਡਿਆਈਆਂ, ਪਰਮਾਤਮਾ ਦੇ ਹੁਕਮ, ਇਹ ਪਰਮਾਤਮਾ ਦਾ ਨਾਮ ਹੈ। ਤੇ ਅਸੀਂ ਉਹ ਕਹਿੰਦੇ ਬਿਨ ਨਾਮ ਹੈ। ਜੇ ਤੇਰੇ ਸਾਰੇ ਕੁਝ ਅਜੇ ਕਾਰ ਤੂੰ ਰਹਿਣਾ ਦੁਨੀਆ ਵਿੱਚ ਹੀ ਹੈ, ਸਾਰਾ ਕੁਝ ਇੱਥੇ ਕਰਨਾ ਵੀ, ਫਿਜ਼ੀਕਲੀ ਵੀ ਕਰਨਾ ਤੂੰ, ਲੇਕਿਨ ਜੇ ਨਾਮ ਤੋਂ ਬਿਨਾ ਕਰੇਗਾ, ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ। ਅੱਛਾ, ਪਹਿਨਾ ਖਾਣਾ ਨਹੀਂ, ਗੁਰੂ ਥੋੜਾ ਮਨਾ ਕਰਦਾ ਪਿਆ ਤੈਨੂੰ। ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਜਿਹੜਾ ਤੇਰਾ ਕੰਮ ਨਾਮ ਤੋਂ ਬਿਨਾ ਹੋ ਜਾਏਗਾ ਨਾ, ਜਿਹਦੇ ਵਿੱਚ ਚਿਤ ਕਾਰਜ ਸਤ ਸੰਤੋਖ ਦਇਆ ਧਰਮ ਨਹੀਂ ਰਹੇਗਾ, ਉਹ ਨਾਮ ਹੀ ਨਾ ਹੋ ਜਾਏਗਾ। ਉਹ ਕਹਿੰਦੇ ਉਹ ਤੇਰੀ ਜ਼ਿੰਦਗੀ ਅੰਦਰ ਕੇਵਲ ਦੁੱਖ ਹੀ ਪੈਦਾ ਕਰੇਗਾ। ਬਿਨ ਨਾਵੇਂ ਦੁੱਖ ਪਾਇਆ। ਹਾਂਜੀ ਧੰਨਵਾਦ ਵੀਰ ਜੀ, ਬੜੇ ਸੋਹਣੇ ਤਰੀਕੇ ਨਾਲ ਅੱਜ ਨੇ ਸਮਝਾਣਾ ਕੀਤਾ। ਜਦੋਂ ਤੱਕ ਮਨੁੱਖ ਗਿਆਨ ਤੋਂ ਵੀ ਹੋਣਾ ਹੋ ਜਾਂਦਾ ਹੈ, ਤਦ ਤੱਕ ਅਗਿਆਨ ਦੀ ਪੂਜਾ ਵਿੱਚ ਜੁੜਿਆ ਰਹਿੰਦਾ ਹੈ। ਗਿਆਨ ਅਸੀਂ ਧਿਆਨ ਦੇਈਏ, ਗਿਆਨ ਮਨ ਨੇ ਲੈਣਾ, ਤੇ ਪੂਜਾ ਜਿਹੜੀ ਅਸੀਂ ਬਾਹਰਲੀ ਸਰੀਰਿਕ ਤੌਰ ਤੇ ਅਸੀਂ ਕਰ ਪੈਂਦੇ ਹਾਂ, ਅਸੀਂ ਅਗਿਆਨਤਾ ਵਸ ਕਰਨ ਲੱਗ ਪੈਂਦੇ ਹਾਂ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਦੇਖੋ ਪਿਛਲੇ ਪਦ ਵਿੱਚ ਦੱਸਿਆ ਗਿਆ ਸੀ ਕਿ ਜਿਹੜਾ ਮਨ ਉਸ ਇੱਕ ਨੂੰ ਸੋਧ ਲੈਂਦਾ ਹੈ, ਜਦੋਂ ਨਾਮ ਵਿੱਚ ਭਿੱਜ ਜਾਂਦਾ ਹੈ। ਇੱਥੇ ਕਹਿੰਦੇ ਬਿਨ ਨਾਵੇ ਦੁੱਖ ਪਾਏਗਾ। ਅਗਰ ਉਹ ਤੇ ਕੰਮ ਨਹੀਂ ਕੀਤਾ, ਤੁਸੀਂ ਨਾਮ ਤੋਂ ਵਾਂਝੇ ਰਹਿ ਗਏ ਤੇ ਦੁੱਖ ਪਾਓਗੇ। ਨਾਮ ਕੀ ਹੈ? ਗਿਆਨ, ਅਵੇਕਨਿੰਗ, ਪ੍ਰਕਾਸ਼ਮਾਨ। ਅਗਰ ਸਾਡਾ ਮਨ ਨਾਮ ਨਹੀਂ ਲੈਂਦਾ ਤੇ ਕੀ ਲਏਗਾ? ਉਹ ਜਿਹੜਾ ਮਨਮੁਖ ਹੈ, ਜੋ ਆਪਣੇ ਮਨ ਦੇ ਆਖੇ ਟੁਰਦਾ ਹੈ, ਉਹ ਮਨਮਤੀ ਵਿੱਚ ਹੈ, ਉਹ ਆਪਣੇ ਅਗਿਆਨਤਾ ਵਿੱਚ ਰਹਿੰਦਾ ਹੈ, ਜੋ ਅੰਨਾ ਹੋ ਚੁੱਕਾ ਹੈ, ਜੋ ਸੁੱਤਾ ਹੋਇਆ ਮਨ ਹੈ, ਜੋ ਹਨੇਰੇ ਵਿੱਚ ਹੈ। ਕਿਉਂ? ਕਿ ਉਹ ਮਨ ਆਪਣੇ ਮਨ ਦੇ ਆਖੇ ਚੱਲ ਰਿਹਾ ਹੈ, ਉਹ ਗੁਰੂ ਦੀ ਮਤ ਨਹੀਂ ਲੈ ਰਿਹਾ। ਔਰ ਕੀ ਪੈਦਾ ਕਰਦਾ? ਇੱਕ ਆਪਣੀ ਐਸੀ ਸ੍ਰਿਸ਼ਟੀ, ਐਸਾ ਜਗ ਪੈਦਾ ਕਰਦਾ ਹੈ ਜਿਸ ਦੇ ਅੰਦਰ, ਉਹਦੇ ਅੰਦਰ ਮੋਹ ਹੈ, ਮੋਹ ਦਾ ਪਸਾਰਾ ਹੈ, ਅਟੈਚਮੈਂਟ ਹੈ। ਦਿਸ ਇਜ਼ ਨੈਗੇਟਿਵ, ਦਿਸ ਇਜ਼ ਪੋਇਜ਼ਨ। ਕਿਉਂਕਿ ਮੋਹ ਜ਼ਿੰਦਗੀ ਵਿੱਚ ਚਾਹੀਦਾ ਹੈ, ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਚਾਹੀਦਾ ਹੈ, ਬਟ ਵੈਨ ਯੂ ਕ੍ਰਾਸ ਅ ਲਿਮਿਟ ਇਟ ਬਿਕਮਸ ਅ ਪੋਇਜ਼ਨ। ਤਾਂ ਇਹ ਹੈਗਾ ਕਿ ਜਦੋਂ ਮਨਮਤੀ ਬਣ ਕੇ, ਮਨਮੁਖ ਬਣ ਕੇ, ਅੰਧੇਰੇ ਵਿੱਚ ਸੁੱਤਾ ਹੋਇਆ ਮਨ ਅਗਿਆਨਤਾ ਵਿੱਚ ਚੱਲਦਾ ਹੈ, ਤਾਂ ਇੱਕ ਪਸਾਰਾ ਆਪਣੇ ਜਗ ਦੇ ਅੰਦਰ ਪਾ ਲੈਂਦਾ। ਕਿਸ ਚੀਜ਼ ਦਾ? ਉਸ ਪੋਇਜ਼ਨ, ਉਸ ਮੋਹ ਦਾ। ਇਹ ਮੋਹ ਹੀ ਹਉਮੈ ਹੰਕਾਰ ਹੈ। ਔਰ ਜਦੋਂ ਇਹ ਹਉਮੈ ਹੈ, ਤੇ ਫਿਰ ਉਹ ਜਗ ਜਿਹੜਾ ਪੈਦਾ ਕੀਤਾ ਹੈ, ਜਿਹਦਾ ਪਸਾਰਾ ਮੋਹ ਦਾ ਪਾਇਆ ਹੋਇਆ ਹੈ, ਫਿਰ ਧੰਦੇ ਵੀ ਉਸੇ ਚੀਜ਼ ਦਾ ਲਗਾਏਗਾ, ਸੌਦਾ ਉਸੇ ਦਾ ਹੋਏਗਾ। ਔਰ ਕੀ ਹੁੰਦਾ ਕਿ ਆਪਣਾ ਜਨਮ ਗਵਾ ਲਿੱਤਾ। ਆਇਆ ਕਿਸ ਵਾਸਤੇ? ਇੱਕ ਨੂੰ ਪਾਉਣ ਵਾਸਤੇ। ਔਰ ਪਾਇਆ ਕੀ? ਉਹ ਇੱਕ ਐਸਾ ਪਸਾਰਾ ਉਸ ਅਟੈਚਮੈਂਟ ਦਾ, ਉਸੇ ਦਾ ਧੰਦੇ ਲਗਾਏ। ਬਿਨ ਨਾਵੇ ਦੁੱਖ ਪਾਏਦਾ। ਕਿਉਂਕਿ ਅਸੀਂ ਉਸ ਇੱਕ ਤੋਂ ਦੂਰ ਹੋ ਗਿਆ, ਨਾਮ ਨੂੰ ਨਹੀਂ ਲਿੱਤਾ, ਮਨ ਨੇ ਪਸਾਰਾ ਪਾ ਕੇ, ਫਿਰ ਦੁੱਖ ਹੀ ਦੁੱਖ ਹੈ। ਹਾਂਜੀ, ਧੰਨਵਾਦ ਬੂਆ ਜੀ। ਆਪ ਜੀ ਨੇ ਵਿਚਾਰ ਰੱਖਿਆ ਹੈ ਕਿ ਮੋਹ ਦੀ ਵੀ ਜ਼ਰੂਰਤ ਹੈ ਕਾਰ ਵਿਹਾਰ ਕਰਨ ਦੀ। ਅਸੀਂ ਧਿਆਨ ਦਈਏ ਨਾ, ਅਸੀਂ ਵਿਕਾਰ ਕਹਿੰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਿਕਾਰ ਕਹਿੰਦੇ ਆ। ਜਦੋਂ ਇਹ ਸਾਡਾ ਮਨ ਇੰਜ ਕਹਿ ਲਈਏ ਇਹਨਾਂ ਦੇ ਵਸ ਵਿੱਚ ਆ ਜਾਂਦਾ ਹੈ, ਤੇ ਇਹ ਵਿਕਾਰ ਬਣ ਜਾਂਦੇ ਆ। ਇਹ એનર્ਜੀਜ਼ ਹਨ, ਇਹਨਾਂ ਦੇ ਵਸ ਵਿੱਚ ਅਸੀਂ ਨਹੀਂ ਆਣਾ, ਇਹਨਾਂ ਨੂੰ ਆਪਣੇ ਵਸ ਵਿੱਚ ਰੱਖਣਾ। ਇਹਨਾਂ ਨੂੰ ਅਸੀਂ ਸਮਾਪਤ ਨਹੀਂ ਕਰਨਾ, ਇਹਨਾਂ ਨੂੰ ਅਸੀਂ ਸਮਾਪਤ ਨਹੀਂ ਕਰ ਸਕਦੇ। ਇਹ એનર્ਜੀਜ਼ ਹਨ, ਇਹਨਾਂ ਨੂੰ ਡਾਇਰੈਕਸ਼ਨ ਦੇਣ ਦੀ ਲੋੜ ਹੈ, ਇਹਨਾਂ ਨੂੰ ਕੰਟਰੋਲ ਕਰਨ ਦੀ ਲੋੜ ਹੈ,
ਇਹ ਕੰਟਰੋਲ ਗੁਰੂ ਦੇ ਸ਼ਬਦ ਸ਼ਬਦ ਰਾਹੀਂ ਹੁੰਦੇ ਹਨ। ਤੇ ਇਹਨਾਂ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਕੰਟਰੋਲ ਕਰੀਏ ਕਿ ਇਹਨਾਂ ਦੀ ਅਸੀਂ ਪੋਜ਼ਿਟਿਵ ਵੇ ਵਿੱਚ ਅਸੀਂ ਯੂਜ਼ ਕਰ ਸਕੀਏ, ਇਸਤੇਮਾਲ ਕਰ ਸਕੀਏ। ਅਗਨੀ ਮਰਿਆਦਾ ਵਿੱਚ ਰਹਿੰਦੀ ਹੈ ਤੇ ਪ੍ਰਸ਼ਾਦੇ ਬਣਾਉਂਦੀ ਹੈ, ਲੰਗਰ ਬਣਾਉਂਦੀ ਹੈ। ਅਗਨੀ ਮਰਿਆਦਾ ਤੋਂ ਬਾਹਰ ਹੋ ਜਾਏ ਤੇ ਘਰ ਸਾੜ ਦਿੰਦੀ ਹੈ, ਜਲਾ ਦਿੰਦੀ ਹੈ। ਤੇ ਸਾਡਾ ਵੀ ਇਹ ਘਰ ਹੈ, ਵਿਕਾਰ ਰੂਪ ਅਗਨੀ ਜਿਹੜੇ ਹਨ ਮਰਿਆਦਾ ਵਿੱਚ ਰਹਿਣਗੇ ਤੇ ਸਾਡਾ ਭਲਾ ਕਰਨਗੇ, ਚੰਗਿਆਈ ਵਾਲੇ ਪਾਸੇ ਲੱਗਾਂਗੇ। ਜੇ ਮਰਿਆਦਾ ਤੋਂ ਬਾਹਰ ਹੋ ਜਾਣਗੀਆਂ ਜਦੋਂ ਹੈ ਤੇ ਸਾਡਾ ਹਿਰਦਾ ਰੂਪ ਘਰ ਸਾੜ ਦੇਣਗੇ। ਧੰਨਵਾਦ ਭੂਆ ਜੀ। ਗੁਰਦੀਪ ਵੀਰ ਜੀ ਨੇ ਜੁਆਇਨ ਕੀਤਾ ਜੀ, ਆਇਆਂ ਨੂੰ ਵੀਰ ਜੀ। ਅੱਜ 3 ਪਦਿਆਂ ਦਾ ਪਾਠ ਹੋਇਆ ਵੀਰ ਜੀ ਅਜੇ ਤੱਕ। ਚੌਥੇ ਪਦੇ ਤੋਂ ਆਪ ਜੀ ਅਗਰ ਸੰਪੂਰਨ 3 ਪਦਿਆਂ ਦਾ ਵਿਚਾਰ ਦੇਣਾ ਚਾਹੋ ਤੇ ਜੀ ਸਤਿ ਆਪ ਜ਼ਰੂਰ ਦਿਓ ਜੀ, या नहीं तो आप विचार वैसे सांझ पाने चाहो तो वैसे पा दो। गुरदीप जी जी ਵੀਰ ਜੀ, ਵੀਰ ਹਰਵਿੰਦਰ ਸਿੰਘ ਉਹਨਾਂ ਨੇ, ਭੈਣ ਜੀ ਉਹਨਾਂ ਨੇ ਔਰ ਆਪ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਵਿਚਾਰ ਰੱਖੀ ਹੈ ਸੰਗਤ ਦੇ ਸਾਹਮਣੇ। ਔਰ ਇਹ ਸੱਚ ਹੈ ਜੋ ਆਪ ਜੀ ਕਹਿ ਰਹੇ ਹੋ ਵੀ ਜਿਹੜੇ 5 ਵਿਕਾਰਾਂ ਦੀ ਗੁਰੂ ਪਾਤਸ਼ਾਹ ਨੇ ਬਾਣੀ 'ਚ ਬਾਰ-ਬਾਰ ਗੱਲ ਕੀਤੀ ਹੈ, ਇਹ ਸਾਰੇ ਅਗਰ ਰਿਸਟੇਂਟ ਦੇ ਵਿੱਚ ਪੋਜ਼ਿਟਿਵਲੀ ਵਰਤਾਂਗੇ ਤਾਂ ਉਹਨਾਂ ਦੀ ਲੋੜ ਹੈ, ਉਹਦੇ ਬਿਨਾਂ ਜੱਗ ਚੱਲ ਨਹੀਂ ਸਕਦਾ। ਕਾਮ ਨਹੀਂ ਹੋਏਗਾ ਤਾਂ ਉਤਪਤੀ ਨਹੀਂ ਹੈ ਬੱਚਿਆਂ ਦੀ, ਅੱਗੋਂ ਪਰਿਵਾਰ ਫੈਮਿਲੀ ਵਿੱਚ ਨਹੀਂ ਜਾ ਸਕਦੇ। ਜੇ ਬੱਚਾ ਮਾੜੇ ਕੰਮ ਕਰ ਰਿਹਾ, ਗਲਤੀ ਕਰ ਰਿਹਾ, ਬਾਰ-ਬਾਰ ਉਹਨੂੰ ਡਾਂਟਾਂਗੇ ਨਹੀਂ, ਕ੍ਰੋਧ ਪ੍ਰਗਟ ਕਰਾਂਗੇ ਨਹੀਂ, ਉਹ ਬੱਚਾ ਸਮਝੇਗਾ ਨਹੀਂ, ਉਹ ਗਲਤ ਵਾਲੇ ਪਾਸੇ ਤੁਰ ਜਾਏਗਾ। ਸੋ ਸਾਰੀਆਂ ਜਿਹੜੀਆਂ ਵਾਇਸਸ ਜਿਹਨੂੰ ਨੂੰ ਕਹਿੰਦੇ ਆ, ਜੇ ਗੁਰੂ ਦੇ ਸ਼ਬਦ ਰਾਹੀਂ ਰਿਸਟੇਂਟ ਵਿੱਚ ਸੰਜਮ ਵਿੱਚ ਵਰਤਾਂਗੇ ਤਾਂ ਇਹ ਲਾਹੇਵੰਦ ਨੇ। ਜੇ ਇਹ ਸੰਜਮ ਤੋਂ ਬਾਹਰ ਹੋ ਜਾਣਗੀਆਂ ਤਾਂ ਇਹ ਮਤਲਬ ਡਿਸਟਰਕਸ਼ਨ ਹੀ ਹੈ, ਡਿਸਟਰਕਸ਼ਨ ਹੈ ਬਹੁਤ ਜ਼ਿਆਦਾ। ਲੇਕਿਨ ਇਹ ਮਨ ਦਾ ਕਾਬੂ ਹੋਣਾ ਜਿਹੜਾ ਹੈਗਾ ਔਰ ਇਹਨਾਂ ਨੂੰ ਕਿਵੇਂ ਵਰਤਣਾ ਹੈ, ਇਹ ਜੁਗਤ, ਇਹ ਸੋਝੀ, ਇਹ ਸਮਝ ਜਿਹੜੀ ਹੈ ਗੁਰੂ ਦੇ ਸ਼ਬਦ ਤੋਂ ਹੀ ਪੈਣੀ ਹੈ। ਸਮਝਾਇਆ ਗੁਰੂ ਸਾਹਿਬ ਨੇ ਬਾਰ-ਬਾਰ ਬਾਣੀ ਦੇ ਵਿੱਚ। ਔਰ ਇੱਕ ਬਚਨ ਆਪਾਂ ਪੜ੍ਹਦੇ ਹਾਂ ਵੀ ਤੂੰ ਵਿਸਰੈ ਤਾਂ ਸਭ ਕੋ ਲਾਗੂ। ਲੇਕਿਨ ਇਹ ਸਾਡੇ ਤੇ ਹਾਵੀ ਉਦੋਂ ਹੁੰਦੇ ਨੇ ਜਦੋਂ ਆਪਾਂ ਗੁਰੂ ਦੇ ਸ਼ਬਦ ਤੋਂ, ਗੁਰੂ ਦੀ ਸਿੱਖਿਆ ਤੋਂ ਟੁੱਟੇ ਹੁੰਦੇ ਹਾਂ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇਂ ਤਾਂ ਸੇਵਾ। ਜਦੋਂ ਉਹ ਯਾਦ ਅੰਦਰ ਵਸੀ ਹੁੰਦੀ ਹੈ, ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਤੁਹਾਡੇ ਜੀਵਨ ਵਿੱਚ ਵਸੀ ਹੁੰਦੀ ਹੈ, ਤਾਂ ਫਿਰ ਇਹ ਤੁਹਾਡਾ ਵਿਗਾੜ ਨਹੀਂ ਸਕਦੇ ਕੁਝ, ਬਲਕਿ ਇਹਨਾਂ ਦੀ ਜ਼ਰੂਰਤ ਵੀ ਨਹੀਂ ਪੈਂਦੀ, ਹੌਸਲਾ ਵੀ ਨਹੀਂ ਪੈਂਦਾ ਕਿ ਤੁਹਾਡੇ ਤੇ ਕੋਈ ਆਪਣਾ ਮਾਇਆ ਦੇ ਦੂਤਾਂ ਦੇ ਰਾਹੀਂ ਵਾਰ ਕਰ ਸਕਣ। ਇੱਕ ਵਚਨ ਜਿਹੜਾ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਸੀ, ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੈ ਨੇੜ ਨਾ ਆਈ। ਸ਼ਬਦ ਸੁਣੈ ਤਾਂ ਦੂਰੋਂ ਭਾਗੇ, ਮਤ ਮਾਰੇ ਹਰਜਿਓ ਬੇਪਰਵਾਹ ਹੈ। ਹਰਜਿਓ ਕੀ ਹੈ ਸਭ ਸਰਕਾਰਾ, ਇਹ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ। ਸੋ ਉਹ ਜਿੱਥੇ ਅੰਦਰ ਬਾਣੀ ਤੁਹਾਡੇ ਤਨ ਮਨ, ਜਿਹੜਾ ਆਪਾਂ ਬਚਨ ਕੱਲ ਵੀ ਸਾਂਝਾ ਕੀਤਾ ਸੀ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਆਪਾਂ ਗੁਰੂ ਦਾ ਸ਼ਬਦ ਕਮਾ ਰਹੇ ਹੁੰਦੇ ਹਾਂ ਔਰ ਸਾਡੇ ਵਰਤਨ ਵਿਹਾਰ ਚੋਂ ਪ੍ਰਗਟ ਹੋ ਰਿਹਾ ਹੁੰਦਾ ਹੈ, ਤਾਂ ਸੰਸਾਰ ਦੇ ਵਿੱਚ ਵੀ ਸੱਚੇ ਮਾਰਗ ਚੱਲਦੇ ਹਾਂ। ਉਸ ਕਰੇ ਜਹਾਨ, ਇੱਥੇ ਵੀ ਸਿਫਤ ਸਲਾਹ ਹੁੰਦੀ ਹੈ, ਸ਼ੋਭਾ ਹੁੰਦੀ ਹੈ। ਔਰ ਉਹਦੇ ਮਾਲਕ ਦੀ ਕਸਵੱਟੀ ਦੇ ਉੱਤੇ ਵੀ ਅਸੀਂ ਖਰੇ ਉਤਰਦੇ ਹਾਂ। ਤੇ ਸਾਹਿਬਾਂ ਨੇ ਬਚਨ ਹੀ ਬਖਸ਼ਿਸ਼ ਕੀਤਾ, ਖੋਟੇ ਪੋਤੈ ਨਾ ਪਵੈ ਤਿਨ ਹਰ ਗੁਰ ਦਰਸ਼ਨਾ ਹੋਏ। ਖੋਟੈ ਜਾਤ ਨਾ ਪਤ ਹੈ, ਖੋਟ ਨ ਸੀ ਜਿਸ ਹੋਏ। ਖੋਟੈ ਖੋਟ ਕਮਾਵਣਾ ਆਏ ਗਿਆ ਪਤ ਹੋਏ। ਆਪਣਾ ਜੀਵਨ ਵਿਅਰਥ ਕਰਕੇ ਚਲੇ ਜਾਂਦੇ ਨੇ। ਤੇ ਜਿਹੜੇ ਖਰੇ ਹੁੰਦੇ ਨੇ, ਗੁਰੂ ਦੀ ਕਸਵੱਟੀ ਅਨੁਸਾਰ ਗੁਰੂ ਸਾਹਿਬ ਨੇ ਕਿਹਾ, ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਬਾਹਰ ਬਾਹਰ। ਤਾਂ ਆਪਾਂ ਉਸ ਗੁਰੂ ਪਰਮੇਸ਼ਰ ਦੇ ਬਿਲਕੁਲ ਨੇੜੇ ਹੁੰਦੇ ਆ, ਉਹਦੇ ਪਰਿਵਾਰ ਦਾ ਅੰਗ ਬਣ ਜਾਂਦੇ ਆ, ਉਹਦੇ ਨਾਲ ਇੱਕ ਮਿੱਕ ਹੋ ਜਾਂਦੇ, ਉਹਦਾ ਰੂਪ ਹੋ ਜਾਂਦੇ ਜਦੋਂ ਆਪਾਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਆ। ਤੇ ਗੁਰੂ ਸਾਹਿਬ ਨੇ ਮਾਇਆ ਮੋਹ ਲਾਈ ਤਾਂ ਉਸ ਮਾਲਕ ਦੀ ਹੋਈ ਹੈ, ਲੇਕਿਨ ਸਾਨੂੰ ਟ੍ਰੇਨ ਵੀ ਕੀਤਾ ਗੁਰੂ ਸਾਹਿਬ ਨੇ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਇੱਕ ਸਟੀਪਲ ਚੇਜ਼ ਹੁੰਦੀ ਹੈ ਜਾਂ ਰੇਸ ਹੁੰਦੀ ਜਿਹਦੇ ਵਿੱਚ ਆਬਸਟੀਕਲ ਹੁੰਦੇ ਆ, ਤਾਂ ਉਹ ਤੁਹਾਨੂੰ ਉਸ ਮਾਇਆ ਨਾਲ ਜੂਝਣ ਲਈ ਇੱਕ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ ਵੀ ਤੁਸੀਂ ਇਸ ਤੋਂ ਉੱਤੇ ਉੱਠ ਕੇ ਕਿਵੇਂ ਮੇਰਾ ਸਰੂਪ ਹੋਣਾ ਹੈ। ਗੁਰੂ ਸਾਹਿਬ ਨੇ ਕਿਹਾ ਜੇ ਕੇਵਲ ਆਪਾਂ ਪਰਿਵਾਰਾਂ ਨੂੰ, ਸਪਸ਼ਟ ਹੀ ਬਚਨ ਗੁਰੂ ਸਾਹਿਬ ਨੇ ਬਚਨ ਬਖਸ਼ਿਸ਼ ਕੀਤਾ ਕਿ ਇਹ ਪਰਿਵਾਰ ਜਿਹੜਾ ਹੈ, ਭੈਣ ਪੁੱਤਰ ਧੀਆਂ ਇਸਤਰੀ ਸਾਰੇ ਜਿਹੜੇ ਨੇ, ਇਹ ਤਾਂ ਪੂਰਵ ਜਨਮ
के मिले संजोगी अंते को ना सहाई बिरखे हेठ सब जन ते इकट्ठे एक तत्ते एक बोलन बैठे। ये तो एक समझो भी को पैसेंजर्स ने को हैबिटेट है भी नाल साथ बिताना है, लेकिन साथ तेरा चले ना ये गुरु के बचना की अगर गाइडेंस में चलांगे, ये कुटुंब तुझे देखदा चले नहीं तेरे नाले साथ तेरे चले नहीं तिस नाल क्यों चितलाइए, ऐसा कम मूले ना कीचै जिस अंत पछोताई है। गुरु दे हुक्म नूं अगर अनदेखी करके अपने मन के हिसाब नाल करेंगा, नानक बखाने बेनती तुद बाज कूड़ो कूड़, जिते कूड़ राजा कूड़ प्रजा तो सारी गल गुरु साहब ने शुरू की। फिर च निर्णय बख्शिश कर दिता कि जिस क्रिया विच, जिस रहन सहन विच, जिस एक्शन दे विच गुरु दे शब्द दी अगवाई माइनस है, उत्थे सारा कुछ कूड़ है। नहीं तो गुरु साहब ने क्या आप सत किया सब सत, ये जग सच्चे की है कोठड़ी सच्चे का विश्वास। जे सच नाल जुड़ के सच स्वरूप होए हो, सच कमा रहे हो, तो सारा कुछ करना बोलना सब सच ही होएगा, सच पे आधारित होएगा, निर्मल होएगा। जो नाल टुटे होएगा तो गुरु साहब ने क्या काल क्या जिहड़ी है जेता मोह प्रीत स्वाद सब्बा कालक दागा दाग। कहते कालक के रूप च अगर कालक उत्थे लैके जाना तो उन्हें नहीं लैना, उत्थे निर्मल होकर ਉਹਦੇ वर्गा जाएगा तो ਉਹਦੇ ਚ समाएगा तो प्रवान होएगा। सो गुरु के बचना राही असीं अपने अंदर दी बेअंत किस्म दीयां कालखां ने साहिबां ने कहा जन्म जन्म की इस मन को मन लागी काला होया सिया। जे अपना अंदर झाकांगे, जो गुरु साहब सानू रोज प्रेरणा बख्शिश करते हैं, बंदे खोज दिल हर रोज ना फिर परेशानी माए, बजाय के दूजियां दे औगणा गुणा की पहचान करन दे अपने अंदर झात मार। और निरंतर जिवें स्कूल बच्चा जाता है तो अपनी प्रोग्रेस नूं बच्चा और उसके पेरेंट्स मॉनिटर करते हैं भी हुणे नर्सरी तो फर्स्ट विच हो गया, सैकेंड विच हो गया, प्राइमरी पास कर ली, हायर सैकेंडरी पास कर ली। तो आपां भी गुरु का स्कूल है, गुरु को दीख्या लैन जाने, गुरु पांदा है, असीं चाटड़े सिख हैं, डिसिपल है उन्होंने ते निरंतर जिवें कल भैन जी उन्होंने बहुत अमूलक गल कही सी भी अंदर अपने झात मारते रहना है, अपनी प्रोग्रेस नूं गुरु की कसवट्टी ते मॉनिटर करते रहना। और ये डेफिनेटली भावें वो स्लो होवे, प्रोग्रेस कंसिस्टेंट होनी चाहिए है और प्रोग्रेस होंदी रहनी चाहिए है। गुरु साहब ने वचन बख्शिश किया है, अगाहां तू तरांग पिछा फोर ना मोड़ना। जो पिछे बीत गया ठीक है, वो रिपेंटेंस करने का रोन पुरलाण का तो कोई फायदा नहीं। गुरु के तरला ही करना है, पिछले औगण बख्श ले प्रभ आगे मार्ग पावे के। असीं भुल्लण हारां खिन खिन तुहाडे वचन सुन के भी गलतियां करांगे, ये नहीं सुन के नहीं करांगे, होणगियां। लेकिन जो गलती जाने अनजाने विच होएगी, इंटेंशनली नहीं होएगी, जानदे होए किते किते सानूं पता भी नहीं लगदा ये काम करना है कि नहीं करना, या असीं उस विकार दे सामने बड़े कमजोर पै जाएंगे, वो साडे ते हावी होकर सानूं अपने मगर ला लेगा। तो गुरु साहब ने उत्थे कहा कि जिहदी ਉਹਦੇ ਕੋਲੋਂ ਭਾਵਨਾ नहीं लुकी हुई, संसार ਕੋਲੋਂ ਆਪਾਂ लुका सकते हैं भी जे बाहरों भुल चुक बोलते भी खरे हर पाने। जे गुरु ਨੂੰ पता है कि मेरा बच्चा बच्ची नेक नीति नाल एफर्ट कर रहा है मेरी सिक्ख्या ते चलन दी, लेकिन किते किते वो ताकतवरां दे सामने कमजोर पै जांदा है, किते ढह जांदा है, किते डिग जांदा है, किते तिलक जांदा है। तो गुरु सानू तां इदा रहमत करके जिवें मां पिता के सामने बच्चे की पक्ष पूरदी है, बच्चे की सपोर्ट करती है, चंचल मत बारिक बपरे की सर्प अगन कल मिले। हे निरंकार पिता, इन्हां बच्चियां नूं सजा ना दई, खिमा कर दई। ये तां इदां दे अभोल बालक ने भी जिवें बच्चे के सामने सप तुरिया फिरे ते बच्चा उहनूं हथ पा लैंदा, उहनूं नहीं पता कि मेरे लिए खतरनाक हो सकता है, मेरा जानलेवा हो सकता है। जिवें बच्चे सामने अग भखदी होवे कोले बच्चा उन्हां च भी हथ पा लेगा, उन्होंने नहीं पता मेरे हाथ साड़ सकते हैं। तो गुरुदेव पिता तो बहुत बख्शिंद ने, बड़े दयालु ने, बड़े कृपालु ने। इस करके गुरु साहब सानू भरोसा देंदे ने, मैं मूर्ख की केतक बात है कोट पराधी तरिया रे, गुरु नानक जिन सुनिया पेखिया से फिर घर बास ना पए रे। ਜਦੋਂ ਆਪਾਂ ਗੁਰੂ ਦੇ ਬਚਨਾਂ ਨੂੰ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਵਿਚਾਰ ਕੇ ਸੁਣਾਂਗੇ, ਪੜਾਂਗੇ, ਗਾਵਾਂਗੇ, ਬੁੱਝਾਂਗੇ ਤੇ ਕਮਾਵਾਂਗੇ ਤਾਂ ਕੋਈ ਕਾਰਨ ਨਹੀਂ ਹੈ। ਬਿਲਕੁਲ ਇਹ 100% ਭਰੋਸਾ ਗੁਰੂ ਦੇ ਬਚਨਾਂ ਤੇ, ਗੁਰੂ ਦੇ ਆਪਣੀ ਉਹਨਾਂ ਦਾ ਜਿਹੜੀ ਸੁਭਾਅ ਹੈ, ਉਹਨਾਂ ਦਾ ਪਤਿਤ ਪਾਵਨ ਵਾਲਾ, ਗਰੀਬ ਨਵਾਜ਼ਗੀ ਵਾਲਾ, ਬਖਸ਼ਿੰਦਗੀ ਵਾਲਾ, ਉਹਦੇ ਭਰੋਸਾ ਲੈ ਕੇ ਤੁਰੀਏ ਕਿ ਅਸੀਂ ਤੁਰਦੇ ਜਾਣਾ, ਭੁੱਲਾਂਗੇ ਵੀ, ਡਿੱਗਾਂਗੇ ਵੀ, ਤਿਲਕਾਂਗੇ ਵੀ, ਲੇਕਿਨ ਗੁਰੂ ਪਾਤਸ਼ਾਹ ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ, ਭੁਜਬਲ ਵੀਰ ਬ੍ਰਹਮ ਸੁਖ ਸਾਗਰ ਦਰਤ ਪਰਤ ਗੈ ਲਿਹੂ ਅੰਗੁਰੀਆ। ਇਹ ਤੁਸੀਂ ਸਰਬ ਕਲਾ ਸਮਰੱਥ, ਬੇਅੰਤ ਤਾਕਤ ਸਮਰੱਥਾ ਦੇ ਮਾਲਿਕ,
मैं बच्चा जेड़ा मेरी उंगली फड़ लो, मैं बार बार तिलकन विच खड्डे विच चिकड़ वाले पासे भजदा गिरदा डिगदा, गरत परत जा लिहो अंगुरिया, मेरी उंगली फड़ लो ते मैनूं उस तो बचा लो। तो वो बचाउंदे ने। आपां यतन सारे ने ही करना है। वाहिगुरू जी का खालसा, वाहिगुरू जी। ਧੰਨਵਾਦ ਵੀਰ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਆਪ ਜੀ ਸਮਝਾਣਾ ਕਰਦੇ ਹੋ। ਪਰਮਾਤਮਾ ਦੀ ਬਖਸ਼ਿਸ਼ ਹੈ ਆਪ ਜੀ ਦੀ, ਧੰਨਵਾਦ ਆਪ ਜੀ ਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਅਸੀਂ ਆਮ ਤੌਰ ਤੇ ਦਾਤਾਂ ਨਾਲ ਜੁੜ ਜਾਂਦੇ ਹਾਂ ਤੇ ਉਸ ਦਾਤਾਰ ਨੂੰ ਭੁੱਲ ਜਾਂਦੇ ਹਾਂ ਜਿਸ ਦਾਤਾਰ ਨੇ ਉਹ ਦਾਤਾਂ ਦਿੱਤੀਆਂ, ਤੇ ਦਾਤਾਂ ਵਿੱਚ ਹੀ ਅਸੀਂ ਉਲਝ ਜਾਂਦੇ ਹਾਂ। ਧੰਨਵਾਦ ਆਪ ਜੀ ਦਾ। ਅੱਜ 3 ਪਦਿਆਂ ਦਾ ਪਾਠ ਹੋਇਆ, आओ रल मिल के पाठ कर लिए, फिर पाठ सेशन की समाप्ति है, उपरंत फिर सवाल जवाब दे सेशन की आरंभता होनी है। हर जियो मेले आप मिलाए, गुर कै शब्दे आप गवाए, अन दिन सदा हर भक्ति राते, इस जग में लाहा पाया। तेरे गुण कहा मैं कहन ना जाई, अंत न पारा कीमत नहीं पाई। आपे दया करे सुखदाता, गुण में गुणी समाया। इस जग में मोह है पासारा, मन मुख अज्ञानी अंध अंधारा। धंधे तावत जन्म गवाया, बिन नावे दुख पाया। धंधे तावत जन्म गवाया, बिन नावे दुख पाया। बिन नावे दुख पाया। होइयां बेअंत भुलां दी खिमा। वाहिगुरू जी का खालसा, वाहिगुरू जी की फतेह। दीपविंदर वीर जी ने मैसेज पाया कि तजिंदर वीर जी इन्हों बहुत समझ है ते वो भी विचार रखिया करन। बिल्कुल दीपविंदर जी, आप जी बिल्कुल ठीक कह रहे हो, उन्होंने बहुत समझ है। जो जरूरत होंदी है जरूर साझ असी आप जी की रिक्वेस्ट जरूर उन्होंने करांगे। धन्यवाद आप जी का। तजिंदर वीर जी, आप जी सवाल जवाब का सैशन आरंभ करिया जाए। ਜੀ ਵੀਰ ਜੀ, ਵਾਹਿਗੁਰੂ ਵੀਰ ਜੀ। ਭੂਆ ਜੀ ਦੇ ਕੋਲ ਇੱਕ ਅਨਨੋਨ ਨੰਬਰ ਤੋਂ ਮੈਸੇਜ ਆਇਆ ਸੀਗਾ ਤੇ ਉਹ ਸ਼ਬਦ ਸਕਰੀਨ ਤੇ ਹਰਪ੍ਰੀਤ ਵੀਰ ਜੀ ਸ਼ੇਅਰ ਕਰ ਰਹੇ ਨੇ, ਤੇ ਉਹ ਸ਼ਬਦ ਦੀ ਵਿਚਾਰ ਮੰਗੀ ਸੀ ਕਿ ਸ਼ਾਇਦ ਕੋਈ ਹਿੰਦੂ ਪਰਿਵਾਰ ਤੋਂ ਸੀਗੇ ਵੀਰ ਜੀ। ਤੇ ਜੀ ਹਾਂਜੀ, ਇਹੀ ਸ਼ਬਦ ਹੈਗਾ। ਤੇ ਹਵਿੰਦਰ ਵੀਰ ਜੀ, ਆਪ ਜੀ ਇਸ ਸ਼ਬਦ ਦੀ ਵਿਚਾਰ ਆਰੰਭ ਕਰ ਦਿਓ। ਅੱਜ ਸਮਾਂ ਵੀ ਹੈਗਾ 15 ਮਿੰਟ ਸਾਡੇ ਕੋਲ। ਭੂਆ ਜੀ, ਇਹੋ ਸ਼ਬਦ ਸੀਗਾ ਨਾ ਜੋ ਆਪ ਜੀ ਦੇ ਕੋਲ ਆਇਆ ਸੀਗਾ? ਹਾਂਜੀ ਇਹੀ ਹੈ, ਯਾ ਰਾਈਟ। ਭੂਆ ਜੀ, ਕੋਈ ਰੈਫਰੈਂਸ ਜਾਂ ਉਹਨਾਂ ਨੇ ਕੋਈ ਚੀਜ਼ ਆਪ ਜੀ ਤੋਂ ਸਪੈਸ਼ਲ ਪੁੱਛੀ ਸੀਗੀ? ਹਾਂਜੀ, ਜਿਹੜੇ ਇੱਥੇ ਦਿਖਦਾ ਸੀ ਨਾ, ਸਿੰਘ ਸਰਨ ਕਤ ਜਾਈਏ ਤਾਂ ਜੰਬਕ ਗਰਾਸੇ, ਇਹ ਉਹਨਾਂ ਨੂੰ ਭੁਲੇਖਾ ਲੱਗ ਰਿਹਾ ਸੀ। ਓਕੇ ਜੀ, ਰਾਓ ਦੀ ਤੁਕ ਜੋ ਹੈਗੀ ਹੈ ਉਹ ਵਾਲੀ, ਠੀਕ ਹੈ। ਹਰਵਿੰਦਰ ਵੀਰ ਜੀ, ਇੱਥੇ ਜਿਹੜੀ ਰਹਾਓ ਵਾਲੀ ਪੰਕਤੀ ਜਿਹੜੀ ਹੈ ਨਾ, ਸੋ ਫਾਰ ਐਜ਼ ਆਈ ਫੀਲ ਵੀ ਕਹਿੰਦੇ ਵੀ ਉਹ ਤੋ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ। ਜਿਹੜਾ ਇਸ ਤੋਂ ਪਹਿਲਾਂ ਵੀ ਜਿਹੜਾ ਗੁਰਦੀਪ ਵੀਰ ਜਿਹੜਾ ਕਰਕੇ ਗਏ ਨਾ, ਵੀ ਇੱਥੇ ਰੱਬ ਨੂੰ ਤਰਲੇ ਪਾਣੇ ਜਿਹੜਾ ਹੈ ਨਾ, ਵੀ ਇੱਕ ਨਾਲ ਇੱਕ ਹੋਰ ਕਹਿਣਾ ਨਾ, ਇੱਕ ਹੋਰ ਕਹਿਣ ਦਾ ਤਰੀਕਾ ਵੀ ਜੇ ਗੁਰੂ ਕੋਲ ਗਿਆ ਵੀ ਤੇਰੇ ਨਹੀਂ, ਗੁਰੂ ਨੂੰ ਇੱਕ ਹਿਸਾਬ ਨਾਲ ਕਈ ਵਾਰ ਤਰਲੇ ਪਾਉਣ ਦੇ ਵੱਖ-ਵੱਖ ਤਰੀਕੇ ਨੇ ਕਹਿ ਲਓ। ਕਹਿੰਦੇ ਵੀ ਉਹ ਤੋ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਵੀ ਗੁਰੂ ਦੀ ਸ਼ਰਨ ਗਿਆ ਜੇ ਤੇਰੇ, ਅਸੀਂ ਕਈ ਵਾਰ ਕਹਿੰਦੇ ਹਾਂ ਕਿ ਵੀ ਉਹ ਤੇਰੇ ਜਿਤਨੇ ਜਦੋਂ ਕੀਤੇ ਨੇ, ਜਦੋਂ ਕਰਮ ਕਮਾਏ ਨੇ ਉਹ ਤੈਨੂੰ ਭੋਗਣੇ ਪੈਣਗੇ। ਤੇ ਨਹੀਂ ਬਾਣੀ ਕਈ ਵਾਰ ਐਸੇ ਵੀ ਕਹਿੰਦੇ ਕੋਟ ਜਨਮ ਕੇ ਪਾਪਾ ਤੇਰੇ ਇੱਕ ਘੜੀ में ਤੋੜੇ। ਰੱਬ ਜੇ ਤੇਰੇ ਤੇ ਕਿਰਪਾ ਕਰਨੀ ਚਾਹਵੇ ਨਾ ਤਾਂ ਉਹ ਕਿਸੇ ਬੰਦਿਸ਼ ਦਾ ਬੰਧਿਆ ਹੋਇਆ ਨਹੀਂ ਹੈ। ਉਹ ਤੇਰੇ ਕਰੋਨਾ ਜਿਹੜੇ ਕਰਮ ਨੇ ਨਾ ਉਹ ਛਿਨ ਵਿੱਚ ਵੀ ਧੋ ਸਕਦਾ ਹੈ। ਤੇ ਇੱਥੇ ਵੀ ਉਹ ਕਹਿੰਦੇ ਵੀ ਤੋ ਗੁਣ ਕਹਾਂ ਜਗਤ ਗੁਰਾ, ਰੱਬ ਨੂੰ ਸੰਬੋਧਨ ਕਰ ਲਓ ਜਾਂ ਗੁਰੂ ਇੱਕੋ ਸਰੂਪ ਹੈ ਦੋਨੋਂ, ਗੁਰੂ ਵੀ ਰੱਬ ਦਾ ਹੀ ਸਰੂਪ ਹੈ। ਕਹਿੰਦੇ ਤੋ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ। ਕਹਿੰਦੇ ਸਿੰਘ ਸਰਨ ਕਤ ਜਾਈ, ਸਿੰਘ ਤੋਂ ਪਾਓ ਸ਼ੇਰ। ਵੀ ਜੇ ਇਹ ਬਾਕੀ ਜਿਹੜਾ ਨਾ, ਬਾਕੀ ਹੈ ਕਰਮ ਕਾਂਡ ਜਿਹੜੇ ਕਹਿ ਲਓ, ਬਾਕੀ ਹੈ ਸਾਨੂੰ ਦੇਖੋ ਨਾ, ਸਾਨੂੰ ਵਾਸਤੂ ਦਾ ਵੀ ਡਰ ਲੱਗਿਆ ਹੋਇਆ ਹੈ, ਸਾਨੂੰ ਜਿਹੜਾ ਵੀ ਨਿਊਮਰੋਲੋਜੀ ਦਾ ਵੀ ਡਰ ਲੱਗਿਆ ਹੋਇਆ ਹੈ। ਉਹ ਜੇ ਬੰਦਾ ਸ਼ੇਰ ਦੀ ਸ਼ਰਨ ਵਿੱਚ ਚਲੇ ਜਾਵੇ ਤੇ ਉਹਨੂੰ ਫਿਰ ਹਜੇ ਵੀ ਇਹ ਬਾਕੀ ਜਿਹੜੇ ਗਿੱਦੜ ਨੇ ਨਾ ਉਹਨਾਂ ਦਾ ਹੀ ਡਰ ਲੱਗਿਆ ਰਵੇ। ਕਹਿੰਦਾ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਫਾਇਦਾ ਕੀ ਹੋਇਆ? ਕਹਿੰਦੇ ਸਿੰਘ ਸਰਨ ਕੱਟ ਜਾਈਏ ਜੋ ਜੰਬੁਕ ਗਰਾਸੇ। ਜੇ ਜਿਹੜੇ ਬਾਕੀ ਜੈਕੌਲਸ ਨੇ ਉਹਨਾਂ ਦਾ ਹੀ ਡਰ ਲੱਗ। ਗੁਰੂ ਦੀ ਸ਼ਰਨ ਵਿੱਚ ਇੱਕ ਵਾਰ ਤੂੰ ਪਹੁੰਚ ਗਿਆ ਨਾ, ਫਿਰ ਤੈਨੂੰ ਕਿਸੇ ਬਾਕੀ ਹੈ ਕਿਸੇ ਨਿਊਮਰੋਲੋਜੀ, ਜੈਮੋਲੋਜੀ, ਵਾਸਤੂ, ਇਹ ਕਿਸੇ ਦੀ ਜਿਹੜੀ ਨਾ ਉਹ ਕੁਝ ਕਰਨ ਦੀ ਲੋੜ ਨਹੀਂ ਹੈ।
ਤੇ ਬਾਕੀ ਜਿਹੜਾ ਹੈ ਨਿਰਭ ਕੰਨਿਆ ਕੇ ਕਾਰਨੇ ਦੇ ਵਾਂਟ ਦਾ ਫੁੱਲ ਸ਼ਬਦ ਜਾਂ ਸਿਰਫ ਰਹਾਉ ਵਾਲੀ ਪੰਕਤੀ? ਭੂਆ ਜੀ ਜਿਸ ਹਿਸਾਬ ਨਾਲ ਕਹਿ ਰਹੇ ਨੇ ਰਾਓ ਵਾਲੀ ਪੰਕਤੀ ਦਾ ਹੀ ਉਹਨਾਂ ਨੇ ਸ਼ਾਇਦ ਪੁੱਛਿਆ ਸੀਗਾ, ਕਿਉਂਕਿ ਇਹਦੇ ਵਿੱਚ ਜੋ ਰਾਓ ਦੀ ਪੰਕਤੀ ਮੁੱਢਲਾ ਸਿਧਾਂਤ ਹੀ ਦੱਸ ਰਹੀ ਹੈ। ਉਹੀ ਬੇਸਿਕਲੀ ਇਹੀ ਹੈ ਕਿ ਗੁਰੂ ਕੋਲ, ਹਾਂ ਤੋ ਜੇ ਤੂੰ ਗੁਰੂ ਕੋਲ ਚਲੇ ਗਿਆ ਨਾ, ਫਿਰ ਤੈਨੂੰ ਬਾਕੀ ਕਿਸੇ ਹੋਰ ਚੀਜ਼ ਵਿੱਚ, ਤੇਰੇ ਵਿੱਚ ਗੁਰੂ ਵਿੱਚ ਇਤਨੀ ਸਮਰੱਥਾ ਹੈ ਨਾ ਵੀ ਉਹ ਕਹਿੰਦਾ ਕੋਟ ਜਨਮ, ਹਾਲਾਂਕਿ ਬਾਣੀ ਕਹਿੰਦੀ ਹੈ ਕਿ ਵੀ ਜਿਹੜਾ ਵੀ ਜੋ ਬੀਜੇ ਸੋ ਖਵਲਾਵੇਗੋ, ਲੇਕਿਨ ਬਾਣੀ ਨਾਲ ਸਾਨੂੰ ਇਹ ਵੀ ਕਹਿੰਦੀ ਵੀ ਕੱਲ ਗੁਰਦੀਪ ਜੀ ਨੇ ਵੀ ਲਾਈਨ ਕੋਟ ਕੀਤੀ ਸੀ, ਮੈਨੂੰ ਯਾਦ ਨਹੀਂ ਆ ਰਹੀ, ਵੀ ਰੱਬ ਹੈ ਨਾ ਉਹ ਤੇਰੇ ਸਾਰੇ ਕਰਮਾਂ ਨੂੰ ਕੱਢ ਸਕਦਾ। ਐਸੀ ਕੋਈ ਗੱਲ ਨਹੀਂ ਹੈ, ਰੱਬ ਦੀ ਸਮਰੱਥਾ ਦੇ ਉੱਤੇ ਕੋਈ ਸਵਾਲੀਆ ਚਿੰਨ੍ਹ ਹੈ ਹੀ ਨਹੀਂ। ਇਹ ਸਾਰੇ ਜੋ ਰੱਬ ਨੇ ਹੁਕਮ ਲਿਖੇ ਨੇ ਸਾਡੇ शब्द हैगा गुरु का शब्द काटा है कोट कर्म। हाँ बिल्कुल भी गुरु ਦੇ ਸ਼ਬਦ ਵਿੱਚ ਉਤਨੀ ਸਮਰੱਥਾ ਹੈ। ਇਹ ਜਿਹੜੇ ਹੁਕਮ ਉਹਨੇ ਲਿਖੇ ਨੇ ਨਾ, ਕਹਿੰਦੇ ਜਿਨ ਇਹ ਲਿਖੇ ਤਿਸਰਨਾ ਹੈ, ਇਹ ਹੁਕਮ ਸਾਡੇ ਵਾਸਤੇ ਨੇ, ਇਹ ਪਰਮਾਤਮਾ ਉੱਤੇ ਲਾਗੂ ਨਹੀਂ ਹੁੰਦੇ। ਉਹ ਜੋ ਆਪਣੀ ਮਰਜ਼ੀ, ਉਹ ਕਿਤੇ ਪੁੱਛਦਾ ਨਹੀਂ, ਸਲਾਹ ਮਸ਼ਵਰਾ ਨਹੀਂ ਕਰਦਾ, ਔਰ ਉਹਦੀ ਸਮਰੱਥਾ ਦੇ ਉੱਤੇ ਕੋਈ ਵੀ ਸਵਾਲੀਆ ਚਿੰਨ੍ਹ ਖੜਾ ਕਰਨਾ ਜਿਹੜਾ ਹੈ ਨਾ, ਇਹ ਹੀ ਸ਼ਾਇਦ ਇੱਕ ਵੱਡਾ ਗੁਨਾਹ ਹੈ ਸਾਡੇ ਕੋਲ। ਵੀ ਜੇ ਗੁਰੂ ਦੀ ਸ਼ਰਨ ਚਲੇ ਜਾਓਗੇ ਨਾ, ਫਿਰ ਬਾਕੀ ਕੋਈ ਹੋਰ ਤੁਹਾਨੂੰ ਕਈ ਥਾਵਾਂ ਤੋਂ ਸਾਨੂੰ ਸਤਾਉਂਦੀਆਂ ਨੇ, ਇਹ ਵਾਲੀਆਂ ਇਹ ਕਰ ਲਓ, ਫਿਰ ਦਿਨ ਦਿਹਾੜੇ, ਅੱਛਾ ਇਹ ਵਿਆਹ ਕਰਨਾ ਹੈ ਜੀ, ਉਹ ਐਤਵਾਰ ਦਾ ਦਿਨ ਨਾ ਹੋਵੇ, ਜਾਂ ਸਿਰ ਧੋਣਾ ਹੈ ਮੰਗਲਵਾਰ, ਕੋਈ ਵੀ ਜਿਹੜੇ ਐਸੇ ਹਨ ਵੀ ਉਹ ਨਦੀ ਕ੍ਰਾਸ ਕਰਦੇ ਵੀ ਉਹਨੂੰ ਨਾਰੀਅਲ ਦੇ ਦੋ, ਨਹੀਂ ਤਾਂ ਰੱਬ ਬੁਰਾ ਕਰ ਦੇਗੀ। ਕਹਿੰਦਾ ਫਿਰ ਸ਼ੇਰ ਦੀ ਸ਼ਰਨ ਜਾਣ ਦਾ ਫਾਇਦਾ ਕੀ ਹੋਇਆ ਜੇ ਤੁਹਾਡੇ ਜੀਵਨ ਵਿੱਚ ਬਾਕੀ ਜਿਹੜੇ ਨੇ ਨਾ ਉਹ ਇਹ ਜਾਂਦੇ ਹੀ ਨਹੀਂ ਪਏ ਨਾ ਵੀ ਉਹ ਹੋਰ ਸ਼ਬਦ ਆਉਂਦਾ, ਕਹਿੰਦਾ ਰਵ ਕੇ ਸੁਤ ਕੋ ਤੈਨ ਤਰਾਸ ਕਹਾਂ ਜੋ ਜਗਤ ਗੁਰੂ ਚ ਤਲਾਵਤ ਹੈ, ਵੀ ਰਵ ਕੇ ਸੁਤ ਪਾਉ ਮੌਤ, ਇੱਥੇ ਜਿਹੜੀ ਗੱਲ ਪੇ ਚੱਲਦੀ ਹੈ। ਤੇ ਬਾਕੀ ਕੇ ਪ੍ਰਦੀਪ ਜੀ ਨੇ ਪਾਇਆ, ਬਾਕੀ ਕੋ ਸ਼ਬਦ ਸ਼ਾਇਦ ਪੜ੍ਹਨਾ ਪਏਗਾ ਬਿਫੋਰ only then शायद possibly justice हो पाए। रविंद्र भी जी आप जी ने जो लास्ट ਵਿੱਚ ਸਮਝਾਇਆ ਹੈ ਨਾ, ਅਸਲ ਵਿੱਚ ਉਹੀ ਸਿਧਾਂਤ ਨਾ ਹੈਗਾ ਕਿ ਜਦ ਤੁਸੀਂ ਗੁਰੂ ਵਾਲੇ ਹੋ ਗਏ ਹੋ ਤੇ ਤੁਹਾਨੂੰ ਫਿਰ ਅਨਮਤੀਆਂ ਕੋਲ ਜਾਣ ਦੀ ਲੋੜ ਨਹੀਂ ਹੈਗੀ। ਜਿਵੇਂ ਆਪ ਜੀ ਨੇ ਐਗਜ਼ਾਮਪਲਸ ਦਿੱਤੇ ਨੇ ਕਿ ਸਿੰਘ ਸਰਨ, ਮਤਲਬ ਅਸੀਂ ਜਦ ਇੱਕ ਤਰ੍ਹਾਂ ਦੇ ਐਗਜ਼ਾਮਪਲ ਦੇ ਰਹੇ ਨੇ ਗੁਰੂ ਸਾਹਿਬ ਸਮਝਾਉਣ ਵਾਲੇ ਵਾਸਤੇ ਕਿ ਜਦ ਤੁਸੀਂ ਗੁਰੂ ਵਾਲੇ ਬਣ ਗਏ ਹੋ ਤੇ ਅਨਮਤੀਆਂ ਕੋਲ ਜਾਣ ਦੀ ਕੋਈ ਲੋੜ ਨਹੀਂ ਹੈਗੀ। ਬਾ ਕਮਾਲ ਵੀ ਜੀ, ਬਾ ਕਮਾਲ। गुरदीप जी आप जी इस शब्द दे विचार देना चाहोगे? हो सके तो पूरे दे दियो भावें। ਰਹਾਉ ਦੀ ਪੰਕਤੀ ਤੋਂ ਹੀ ਕਾਫੀ ਕਲੀਅਰ ਹੋ ਜਾਣਾ ਜਿਹੜੀ ਗੱਲ ਹੈ। ਰਹਾਉ ਦੀ ਪੰਕਤੀ ਤੋਂ ਹੀ ਸਾਰਾ ਕੁਝ ਸ਼ਬਦ ਹੋ ਜਾਣਾ। ਉਹ ਜਿਹੜੀ ਸ਼ੁਰੂ ਦੀ ਪੰਕਤੀ ਹੈ ਉਹ ਥੋੜੀ ਜਿਹੀ ਇਤਿਹਾਸ ਦਾ ਹਿੱਸਾ ਹੈ ਕਿ ਕਿਸੇ ਰਾਜਾ ਦੀ ਕੰਨਿਆ ਤੇ ਕੋਈ ਮੋਹਿਤ ਹੋ ਗਿਆ ਤੇ ਉਹ ਫਿਰ ਵਿਸ਼ਨੂੰ ਦਾ ਭੇਖ ਬਣਾ ਕੇ ਉਹਦੀ ਪੱਤ ਲੁੱਟਣ ਲਈ ਚਲਾ ਗਿਆ। ਉਹ ਕਾਫੀ ਲੰਮਾ ਪ੍ਰਕਰਨ ਹੈ, ਲੇਕਿਨ ਜਿਹੜਾ ਤੱਤ ਦੀ ਗੱਲ ਰਹਾਉ ਦੀ ਬੰਦ ਵਿੱਚ ਹੈ, ਮੈਂ ਥੋੜੀ ਜਿਹੀ ਉਹਦੇ ਬਾਰੇ ਸਾਂਝ ਕਰ ਲੈਂਦਾ। ਉਹ ਜਿਹੜਾ ਥੋੜੇ ਦਿਨ ਪਹਿਲਾਂ ਕਿਸੇ ਵੀਰ ਭੈਣ ਨੇ ਨਿਰਵੈਰਤਾ ਬਾਰੇ ਗੱਲ ਕੀਤੀ ਸੀ। ਗੁਰੂ ਦੀ ਨਿਰਵੈਰਤਾ ਦਾ ਮਤਲਬ ਹੈ ਕਿ ਜੋ ਗੁਰੂ ਦਾ ਨਿਰੰਕਾਰ ਦਾ ਸਿਧਾਂਤ ਹੈ ਕਿ ਜਿਹੜਾ ਬੀਜੈ ਸੋ ਰੁਣਾ ਕਰਮਾ ਸੰਦੜਾ ਖੇਤ, ਉਹ ਸਿੱਖ ਲਈ ਜਾਂ ਮੁਸਲਮਾਨ ਲਈ ਜਾਂ ਈਸਾਈ ਲਈ ਜਾਂ ਆਸਤਿਕ ਲਈ ਜਾਂ ਨਾਸਤਿਕ ਲਈ ਵੱਖ-ਵੱਖ ਨਹੀਂ ਹੈਗਾ, ਯੂਨੀਵਰਸਲ ਹੈ, ਸਾਰਿਆਂ ਤੇ ਲਾਗੂ ਹੁੰਦਾ। ਜੋ ਜਿੱਦਾਂ ਦਾ ਬੀਜ ਪਾਵਾਂਗੇ ਕਰਮ ਧਰਤੀ ਦੇ ਵਿੱਚ ਉਦਾਂ ਦੀ ਫਸਲ ਮਿਲੇਗੀ। ਜਿਹੜਾ ਆਪਾਂ ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਹਾਂ, ਫਰੀਦ ਦਾ ਬੀਜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਅੰਡੇ ਉਨ ਕਤਾਇਨ ਦਾ ਪੈਂਦਾ ਲੋੜੇ ਪੱਟ। ਤੇ ਮੈਂ ਤਾਂ ਬਿਜੌਰ ਅਸਥਾਨ ਦਾ ਨਾਮ ਹੈ ਜਿੱਥੋਂ ਦੀ ਕਿਸ਼ਮਿਸ਼ ਜਿਹੜੀ ਹੈ ਸੰਸਾਰ 'ਚ ਸਭ ਤੋਂ ਉੱਤਮ ਗਿਣੀ ਜਾਂਦੀ ਹੈ। ਕਹਿੰਦੇ ਮੈਂ ਤਾਂ ਆਪਣੇ ਖੇਤ ਵਿੱਚ ਬਿਜੌਰ ਦੀ ਕਿਸ਼ਮਿਸ਼ ਬੀਜੀ ਹੈ ਤੇ ਮੇਰੇ ਬਿਜੌਰ ਦੀ ਕਿਸ਼ਮਿਸ਼ ਦੀ ਫਸਲ ਹੋਣੀ ਹੈ। ਮੇਰਾ ਗੁਆਂਢੀ ਜਿਹੜਾ ਉਹ ਕਿੱਕਰ ਬੀਜਦਾ ਪਿਆ ਤਾਂ ਉਹਦੇ ਕਿੱਕਰ ਦੀ ਫਸਲ ਹੋਣੀ ਹੈ। ਤੇ ਜਿਹਨੇ ਕਿੱਕਰ ਬੀਜੀ ਹੈ ਉਹ ਆਸ ਕਰੇ ਕਿ ਉਹਨੂੰ ਕਿਸ਼ਮਿਸ਼ ਮਿਲ ਜਾਏਗੀ, ਕਹਿੰਦੇ ਇਹ ਤਾਂ ਹੋ ਨਹੀਂ ਸਕਦਾ। ਆਹ ਇੱਕ ਸਿਧਾਂਤ ਹੈ, ਸਭ ਤੇ ਲਾਗੂ ਹੈ, ਯੂਨੀਵਰਸਲ। ਲੇਕਿਨ ਗੁਰੂ ਪਾਤਸ਼ਾਹ ਨੇ ਅਗਰ ਇਹ ਸਿਧਾਂਤ ਵੀ ਜੋ ਬੀਜ ਲਿਆ ਮੈਂ ਉਹ ਤਾਂ ਰਿਵਰਸ ਨਹੀਂ ਹੋ ਸਕਦਾ, ਉਹਦਾ ਫਲ ਤਾਂ ਮੈਨੂੰ ਪੈਣਾ ਹੀ ਪੈਣਾ। ਤੇ ਫਿਰ ਜੀਵ ਕਹਿੰਦੇ ਫਿਰ ਮੈਂ ਗੁਰੂ ਕੋਲ ਜਾਂ ਪਰਮੇਸ਼ਰ ਦੀ ਬੰਦਗੀ ਕੀ ਕਰਨ ਲਈ ਜਾਣਾ, ਵੀ ਜੋ ਮੈਂ ਕਰ ਲਿਆ ਮੈਨੂੰ ਉਹਦਾ ਫਲ ਭੁਗਤਣਾ ਹੀ ਪੈਣਾ। ਜਿਵੇਂ ਇੱਕ ਕ੍ਰਿਮੀਨਲ ਜਿਹੜਾ ਹਲੇ ਜਿਹਨੇ 1-2 ਕ੍ਰਾਈਮਸ ਕੀਤੇ ਹੁੰਦੇ ਆ, ਜੇ ਸਰਕਾਰ ਉਹਨੂੰ ਬਹੁਤ ਹਾਰਡ ਪਨਿਸ਼ਮੈਂਟ ਦੇ ਦੇਵੇ, ਉਹ ਫਿਰ ਕਈ ਵਾਰੀ ਉਹਦਾ ਸੁਭਾਅ ਬਦਲ ਜਾਂਦਾ। ਉਹ ਕਹਿੰਦਾ ਠੀਕ ਹੈ ਸਜ਼ਾ ਤਾਂ ਮਿਲਣੀ ਹੈ, ਹੁਣ ਮੇਰੇ ਠੱਪਾ ਤਾਂ ਲੱਗ ਗਿਆ, ਮੈਂ ਤਾਂ ਸੁਧਰਨਾ ਨਹੀਂ, ਮੈਂ ਤਾਂ ਵੱਧ ਕੇ, ਉਹ ਹਾਰਡਨ ਕ੍ਰਿਮੀਨਲ ਬਣ ਜਾਂਦਾ। ਸਗੋਂ ਜਿੱਥੇ ਸਰਕਾਰਾਂ ਦੀ ਸੋਚ ਬੜੀ ਪੋਜ਼ਿਟਿਵ ਹੁੰਦੀ ਹੈ, ਉਹ ਉਹਨੂੰ ਰਿਫਾਰਮ ਵਾਲੇ ਸੈਂਟਰਸ ਰੱਖਦੇ ਨੇ ਤਾਂ ਕਿ ਉਹਨੂੰ ਆਪਣੇ ਕੀਤੇ ਦਾ ਪਛਤਾਵਾ ਹੋਵੇ, ਉਹ ਅੱਗੋਂ ਨੂੰ ਨਾ ਰਿਪੀਟ ਕਰਨ ਦੀ ਉਹਦੀ ਮਤ ਬਣ ਜਾਵੇ।
ਔਰ ਬਹੁਤ ਸਾਰੇ ਐਸੇ ਕ੍ਰਿਮੀਨਲ ਜਿਹੜੇ ਸੁਧਰ ਜਾਂਦੇ ਨੇ। ਲੇਕਿਨ ਇੱਥੇ ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿੰਦਗੀ ਰਹਿਮਤ ਕਰਕੇ ਬਖਸ਼ਿਸ਼ ਕੀਤੀ ਹੈ ਵੀ ਜੋ ਤੇਰੇ ਕੋਲੋਂ ਪਿੱਛੇ ਹੋ ਗਿਆ, ਭਾਵੇਂ ਜੇ ਸੱਚਮੁੱਚ ਮਨ ਕਰਕੇ ਉਸ ਤੇ ਪਛਤਾਵਾ ਕਰ ਲੇਗਾ, ਕਿਉਂਕਿ ਬਾਣੀ ਚ ਪੁਨः ਕਰਮ ਦੀ ਗੱਲ ਹੈ, ਜਿਹੜੇ ਪਛਤਾਵੇ ਦੇ ਕੰਮ ਹੈ। ਸੁਖਮਨੀ ਸਾਹਿਬ ਚ ਪੰਕਤੀ ਆਉਂਦੀ ਹੈ, ਅਨੇਕ ਪੁਨः ਕਰਮ ਕਰਤ ਨਹੀਂ ਤਰੈ। ਤਾਂ ਸਨਾਤਨ ਮਤ ਵਿੱਚ ਜਾਂ ਬਾਕੀ ਮਤਾਂ ਵਿੱਚ ਵੀ ਤੇਰੇ ਕੋਲੋਂ ਇਹ ਹੋ ਗਿਆ, ਅੱਛਾ ਉਹਦੇ ਪਾਪ ਨੂੰ ਨਿਗੇਟ ਕਰਨ ਲਈ ਤੈਨੂੰ ਇਹ ਕੰਮ ਕਰਨਾ ਪੈਣਾ, ਇਹ ਦਾਨ ਦੇਣਾ ਪੈਣਾ, ਇਹ ਪੁੰਨ ਕਰਨਾ ਪੈਣਾ, ਇਹ ਇਸ਼ਨਾਨ ਕਰਨਾ ਪੈਣਾ। ਇਹੋ ਜਿਹੇ ਕਰਮ ਉਹਨਾਂ ਨੂੰ ਉਸ ਪਾਸੇ ਨੂੰ ਤੋੜ ਦਿੰਦੇ ਨੇ। ਸਿੱਖ ਨੂੰ ਲੋੜ ਨਹੀਂ ਹੈ। ਔਰ ਦੂਜੀ ਗੱਲ ਹੈ, ਜਦੋਂ ਤੁਸੀਂ ਪਰਮੇਸ਼ਰ ਨਾਲ, ਗੁਰੂ ਨਾਲ ਪਿਆਰ ਕਰਦੇ ਹੋ ਤਾਂ ਪੜ੍ਹਦੇ ਤਾਂ ਰੋਜ਼ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਉਹ ਤੁਹਾਡਾ ਰਿਲੇਸ਼ਨ ਇੰਨਾ ਪਰਸਨਲ ਨਜ਼ਦੀਕ ਦਾ ਹੋ ਜਾਂਦਾ ਹੈ ਕਿ ਤੁਸੀਂ ਬੜੇ ਮਾਣ ਨਾਲ, ਆਪਣਤ ਨਾਲ ਆਪਣੀ ਵਿਥਿਆ, ਆਪਣਾ ਦੁੱਖ, ਆਪਣੀ ਤਕਲੀਫ ਇੱਕ ਮਿੱਤਰ ਦੀ ਤਰ੍ਹਾਂ ਵੀ ਕਹਿ ਦਿੰਦੇ ਹੋ। ਜਿਵੇਂ ਆਪਾਂ ਦੇਖਦੇ ਹਾਂ ਭਗਤ ਬਾਣੀ ਚ ਪੜ੍ਹਦੇ ਹਾਂ, ਜੋ ਹਮ ਬਾਂਧੇ ਮੋਹ ਪਾਸ ਹਮ ਪ੍ਰੇਮ ਬੰਧਨ, ਤੁਮ ਬਾਂਧੇ ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਵੀ ਜੇ ਤੂੰ ਸਾਨੂੰ ਮੋਹ ਦੀ ਬਾਹੀ ਵਿੱਚ ਜੀਵਾਂ ਨੂੰ ਬੰਨਿਆ ਹੋਇਆ ਹੈ, ਤਾਂ ਅਸੀਂ ਵੀ ਗੁਰੂ ਦੀ ਕਿਰਪਾ ਨਾਲ ਤੈਨੂੰ ਆਪਣੇ ਪਿਆਰ ਦੀ ਡੋਰੀ ਚ ਬੰਨ ਲਿਆ। ਅਸੀਂ ਤਾਂ ਤੇਰਾ ਨਾਂ ਲੈ ਕੇ ਛੁੱਟ ਜਾਾਂਗੇ, ਤੂੰ ਛੁੱਟ ਸਾਡੇ ਪਿਆਰ ਦੀ ਡੋਰੀ ਚੋਂ ਕਿੱਦਾਂ ਛੁੱਟਦਾ। ਜਿੱਥੇ ਇੰਨੀ ਇੰਟੀਮੇਸੀ ਹੋ ਜਾਂਦੀ, ਉੱਥੇ ਬੱਚਾ ਬਿਲਕੁਲ ਬੱਚੇ ਵਾਂਗ ਦੀ ਗਲਤੀ ਕਰਕੇ ਕਹਿ ਲੈਂਦਾ। ਅਸੀਂ ਕਈ ਵਾਰੀ ਘਰਾਂ 'ਚ ਦੇਖਦੇ ਹਾਂ ਕਿ ਬੱਚਾ ਸ਼ਰਾਰਤ ਕਰਦਾ, ਮਾਂ ਗੁੱਸਾ ਹੋਣ ਲੱਗਦੀ ਹੈ, ਅੱਗੋਂ ਮੁਸਕਰਾ ਦਿੰਦਾ, ਹੱਸ ਦਿੰਦਾ, ਮਾਂ ਵੀ ਹੱਸਣ ਲੱਗ ਪੈਂਦੀ ਹੈ। ਤਾਂ ਜਦੋਂ ਬੱਚੇ ਦੀ ਤਰ੍ਹਾਂ ਸਾਨੂੰ ਲੱਗਦਾ ਵੀ ਸਾਡੇ ਕੋਲੋਂ ਭੁੱਲ ਹੋਈ ਹੈ, ਔਰ ਮੈਂ ਬਾਰ-ਬਾਰ ਮਾਂ ਦੇ ਕਹਿਣ ਤੇ ਭੁੱਲ ਕਰੀ ਜਾ ਰਿਹਾ, ਤਾਂ ਉੱਥੇ ਮਾਂ ਅੱਗੇ, ਪਿਤਾ ਅੱਗੇ ਤਰਲਾ ਹੈ। ਜੁਗਤ ਦੱਸੀ ਗੁਰੂ ਪਾਤਸ਼ਾਹ ਨੇ, ਰਾਮ ਮਈਆ ਹਉ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਕਿ ਮੈਂ ਤੇਰਾ ਬੱਚਾ, ਮੈਂ ਬਾਰ-ਬਾਰ ਗਲਤੀਆਂ ਕਰਦਾ, ਮੇਰੇ ਕੋਲੋਂ ਗਲਤੀ ਤੇ ਮੁਕਤ ਨਹੀਂ ਹੋਇਆ ਜਾਂਦਾ ਇਸ ਮਾੜੀ ਆਦਤ ਤੋਂ, ਤਾਂ ਤੁਸੀਂ ਮਦਦ ਮੇਰੀ ਕਿਉਂ ਨਹੀਂ ਕਰਦੇ। ਸੋ ਇੱਥੇ ਵੀ ਉਹ ਮਿੱਠਾ ਜਿਹਾ ਬੱਚੇ ਦੀ ਤਰ੍ਹਾਂ ਪਿਤਾ ਨੂੰ, ਮਾਂ ਨੂੰ, ਗੁਰੂ ਨੂੰ, ਨਿਰੰਕਾਰ ਨੂੰ ਇੱਕ ਅਪੀਲ ਹੈ। ਉਹ ਹੈ ਬੜੀ ਕਟਾਕਸ਼ ਵਾਲੇ ਪਾਸਿਓਂ, ਲੇਕਿਨ ਅਪੀਲ ਹੈ। ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸਵੀ, ਤੇਰੀ ਸ਼ਰਨ ਵਿੱਚ ਆਣ ਦਾ ਮੈਨੂੰ ਲਾਭ ਕੀ। ਫਿਰ ਜੇ ਜਿਹੜੇ ਮੈਂ ਆਪਣੇ ਮਾੜੇ ਕੰਮ ਕੀਤੇ ਨੇ, ਜਿਹੜੇ ਮਾੜੇ ਸੁਭਾਅ, ਮਾੜੇ ਬਣਾਏ ਹੋਏ ਨੇ ਵਿਚਾਰ, ਆਦਤਾਂ ਬਣਾਈਆਂ ਹੋਈਆਂ ਨੇ, ਤੇਰੀ ਸ਼ਰਨ ਵਿੱਚ ਆਉਣ ਤੋਂ ਬਾਅਦ ਵੀ ਜੇ ਉਹਨਾਂ ਤੋਂ ਛੁਟਕਾਰਾ ਨਹੀਂ ਮਿਲਿਆ, ਮੇਰੇ 'ਚ ਚੇਂਜ ਨਹੀਂ ਆਈ ਮੇਰੇ ਐਕਸ਼ਨਸ ਦੇ ਵਿੱਚ, ਤਾਂ ਫਿਰ ਤੇਰੇ ਕੋਲ ਆਉਣ ਦਾ ਫਾਇਦਾ ਕੀ ਹੈ। ਤਾਂ ਉੱਥੇ ਫਿਰ ਅਗਲੀ ਪੰਕਤੀ ਜੋ ਉਹਨਾਂ ਨੇ ਕਿਹਾ, ਸਿੰਘ ਸ਼ਰਨ ਕਤ ਜਾਈ ਹੈ, ਜੋ ਜੰਮੂ ਗ੍ਰਹਿ, ਜਿਵੇਂ ਵੀਰ ਜੀ ਹਰਵਿੰਦਰ ਸਿੰਘ ਉਹਨਾਂ ਨੇ ਦੱਸਿਆ ਸੀ ਵੀ ਸ਼ੇਰ ਅਗਰ ਸ਼ੇਰ ਦੀ ਸ਼ਰਨ ਵਿੱਚ ਚਲੇ ਗਏ ਤਾਂ ਉੱਥੇ ਬਾਕੀ ਜੰਗਲ ਦੇ ਜਿਹੜੇ ਜੀਵ ਹੈ, ਭਾਵੇਂ ਗਿੱਦੜ ਦਾ ਇੱਥੇ ਰੈਫਰੈਂਸ ਹੈ ਜੰਮੂ ਦਾ, ਜੇ ਗਿੱਦੜ ਤੋਂ ਹੀ ਤੁਹਾਡੀ ਸ਼ਰਨ ਵਿੱਚ ਆ ਕੇ ਡਰਦੇ ਰਹਿਣਾ ਵੀ ਉਹ ਮੇਰਾ ਆਹ ਵਿਗਾੜ ਦੇਗਾ, ਸ਼ਨੀਵਾਰ ਨੂੰ ਮੈਂ ਇਹ ਕਰ ਲਿਆ ਤਾਂ ਮੇਰਾ ਇਹ ਹੋ ਜਾਏਗਾ, ਵੀਰਵਾਰ ਨੂੰ ਕੱਪੜੇ ਧੋਲੇ ਤਾਂ ਇਹ ਹੋ ਜਾਏਗਾ, ਇਸ ਦਿਨ ਨਾਖੂਨ ਕੱਟ ਲਏ ਤਾਂ ਇਹ ਹੋ ਜਾਏਗਾ, ਏਦਾਂ ਕਰ ਲਿਆ ਤਾਂ ਉਹ ਹੋ ਜਾਏਗਾ। ਜੇ ਇਸ ਡਰ ਦੇ ਵਿੱਚ ਹੀ, ਭੈ ਵਿੱਚ ਹੀ ਜੀਣਾ ਹੈ ਕਿ ਮੇਰਾ ਉਹ ਇਹ ਵਿਗਾੜ ਲਏਗਾ, ਮੇਰਾ ਉਹ ਇਹ ਵਿਗਾੜ ਲਏਗਾ, ਮਾਇਆ ਦੇ ਦੂਤ ਜਿਹੜੇ, ਫਿਰ ਕਦੇ ਤੁਹਾਡੀ ਸ਼ਰਨ ਆਉਣ ਦਾ ਫਾਇਦਾ ਕੀ ਹੈ। ਲੇਕਿਨ ਇੱਕ ਜਿਹੜੀ, ਔਰ ਇਹ ਡੈਫੀਨੇਟ ਹੈ, ਇਹ ਪੱਕਾ ਹੈ ਕਿ ਗੁਰੂ ਸਮਰੱਥ ਹੈ। ਆਪਾਂ ਜਿਹੜਾ ਹੁਣੇ ਬਚਨ ਪੜਿਆ ਸੀ ਕਿ ਹਰ ਜੀਓ ਕੀ ਹੈ ਸਭ ਸਰਕਾਰਾ, ਇਹ ਜੰਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹ ਹੈ। ਸੋ ਜਿਹੜੇ ਮਾਇਆ ਦੇ ਦੂਤ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਜਮਦੂਤ ਵੀ ਕਿਹਾ, ਜਮ ਦੇ ਹੋਰ ਐਸੇ ਸ਼ਬਦਾਂ ਨਾਲ ਸੰਬੋਧਨ ਕੀਤਾ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਉਹਦੇ ਹੁਕਮ ਨੇ, ਅਗਰ ਗੁਰੂ ਸਾਹਿਬ ਨੇ ਕਿਹਾ ਬੱਚਾ ਮੇਰੀ ਰੱਖਿਆ ਰਹਿ, ਤੇ ਬੱਚੇ ਦਾ ਕੁਝ ਨਹੀਂ ਵਿਗਾੜਨਾ, ਨਹੀਂ ਵਿਗਾੜ ਸਕਦੇ। ਔਰ ਗੁਰੂ ਸਾਹਿਬ ਨੇ ਇੱਕ ਸਾਨੂੰ ਉਹ ਇੱਕ ਡਿਸਕਸ਼ਨ ਦੀ ਪਾਵਰ ਨਿਰੰਕਾਰ ਗੁਰੂ ਦੇ ਕੋਲ ਹੈਗੀ ਹੈ, ਜਿਹੜਾ ਆਪਾਂ ਬਚਨ ਪੜ੍ਹਦੇ ਹਾਂ। ਆਹ ਸਿਸਟਮ ਯੂਨੀਵਰਸਲ ਹੈ ਕਿ ਜੋ ਲਿਖਿਆ ਕੀਤਾ ਅਸੀਂ ਹੈ, ਆਪਣੇ ਕੀਤੇ ਹੋਏ ਕੰਮਾਂ ਦਾ ਰਿਕਾਰਡ ਉਹਦੇ ਸਿਸਟਮ ਦੇ ਵਿੱਚ ਆ ਜਾਣਾ। ਉਹ ਸਿਸਟਮ ਦੇ ਹਿਸਾਬ ਨਾਲ ਸਾਡੀ ਉਹ ਇਵੈਲੂਏਸ਼ਨ ਉਹਨੇ ਕਰਨੀ ਹੈ, ਸਭ ਦੀ ਕਰਨੀ ਹੈ। ਲੇਕਿਨ ਗੁਰੂ ਸਾਹਿਬ ਨੇ ਕਿਹਾ ਕਿ ਉਹਦੇ ਕੋਲ ਇੱਕ ਬਖਸ਼ਿੰਦਗੀ, ਆ ਗੁਰੂ ਦੇ ਕੋਲ ਜਾਣ ਦਾ ਇਹ ਫਾਇਦਾ ਹੈ ਕਿ ਗੁਰਦੇਵ ਪਿਤਾ ਸਾਨੂੰ ਉਹ ਜੁਗਤ, ਕਈ ਵਾਰੀ ਹੁੰਦਾ ਕਿ ਸਾਨੂੰ ਪੂਰੇ, ਅਸੀਂ ਹਰ ਇੱਕ ਨੂੰ ਲਾਅ ਦੀਆਂ ਇੰਟਰੀਕੇਟ ਚੀਜ਼ਾਂ ਨਹੀਂ ਪੜ੍ਹੀਆਂ ਹੁੰਦੀਆਂ। ਜੋ ਸਰਕਾਰ ਦਾ ਕਾਨੂੰਨ ਹੁੰਦਾ ਹੈ, ਵਕੀਲਾਂ ਕੋਲ ਕਿਉਂ ਜਾਂਦੇ ਹਾਂ, ਵਕੀਲਾਂ ਨੂੰ ਉਹਨਾਂ ਇੰਟਰੀਕੇਟ ਨੁਕਤਿਆਂ ਦਾ ਪਤਾ ਹੁੰਦਾ, ਲੂਪ ਹੋਲਸ ਦਾ ਪਤਾ ਹੁੰਦਾ ਕਿ ਇਹਨੇ ਇਹ ਕ੍ਰਾਈਮ ਵੀ ਕਰ ਲਿਆ, ਇਹਦੇ ਕੋਲੋਂ ਬਚਣ ਲਈ ਆਹ ਰਸਤਾ ਹੈਗਾ ਕਾਨੂੰਨ ਦੇ ਵਿੱਚ। ਸੋ ਗੁਰੂ ਪਿਤਾ ਜਿਹੜਾ ਆਪਾਂ ਬਚਨ ਪੜ੍ਹਦੇ ਹਾਂ ਵੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਚਰਿਆ, ਮੇਲੇ ਪ੍ਰਭੂ ਹਰ ਬਰਗੇ ਕਾ ਬਸੀਰ। ਬਸੀਰ ਦਾ ਭਾਵ ਹੁੰਦਾ ਵਿਚੋਲਾ ਵੀ ਕਹਿ ਦੋ, ਰਿਪਰੈਜ਼ੈਂਟੇਟਿਵ ਵੀ ਕਹਿ ਦੋ, ਜਿਹੜਾ ਸਾਡੇ ਬਿਹਾਫ ਤੇ ਪਰਮੇਸ਼ਰ ਦੇ ਸਾਹਮਣੇ ਸਾਡੀ ਪੈਰਵਾਈ ਕਰੇਗਾ, ਸਾਡੇ ਚੰਗੇ ਮਾੜੇ ਲੇਖਾਂ ਨੂੰ ਪ੍ਰੈਜ਼ੈਂਟ ਕਰੇਗਾ ਵੀ ਇਹਨੂੰ ਬਿਲਕੁਲ ਲੀਨੀਅੰਟ ਇਹਦੇ ਨਾਲ ਪੇਸ਼ ਆਉਣਾ।
ਤਾਂ ਉੱਥੇ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਵਚਨ ਨੌਵੇਂ ਪਾਤਸ਼ਾਹ ਦਾ ਪੜ੍ਹਦੇ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਕਿ ਮੈਂ ਤੁਹਾਡੀ ਸ਼ਰਨ ਆ ਗਿਆ, ਤੇ ਸ਼ਰਨ ਦੀ ਗੱਲ ਹੈ ਕਿ ਜਦੋਂ ਮੈਂ ਤੁਹਾਡੀ ਸ਼ਰਨ ਆ ਗਿਆ ਤਾਂ ਮੈਨੂੰ ਇਸ ਗੱਲ ਦੀ ਫਿਕਰ ਨਹੀਂ ਹੋਣੀ ਚਾਹੀਦੀ, ਚਿੰਤਾ ਨਹੀਂ ਹੋਣੀ ਚਾਹੀਦੀ ਕਿ ਮੇਰਾ ਕੀ ਬਣੇਗਾ। ਜਿਹੜਾ ਬਚਨ ਬਾਣੀ ਚਾਹੁੰਦਾ, ਥਹਰ ਕੰਪੈ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪੀਓ, ਕਿ ਮੈਂ ਇੰਨੇ ਮਾੜੇ ਕੰਮ, ਇੰਨੇ ਬਲੰਡਰ, ਇੰਨੀਆਂ ਗਲਤੀਆਂ ਕੀਤੀਆਂ ਹੋਈਆਂ, ਪਤਾ ਨਹੀਂ ਮੇਰੇ ਨਾਲ ਕੀ ਹੋਏਗਾ, ਕੀ ਬਣੇਗਾ। ਕਹਿੰਦੇ ਇਸ ਡਰ ਤੋਂ ਮੁਕਤ ਹੋ ਕੇ ਗੁਰੂ ਕੋਲ ਚਲਾ ਜਾਏ, ਸ਼ਰਨ ਚਲਾ ਗਿਆ ਤਾਂ ਉਹਦੀ ਸੁਭਾਅ ਜੋ ਸ਼ਰਨ ਆਵੇ ਇਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਉਹ ਕੰਠ ਲਾ ਲੈਂਦਾ। ਮਾੜੇ ਤੋਂ ਮਾੜੇ ਨੂੰ ਵਿਦਿਆ ਸਾਹਿਬ ਬਾਲਕ ਪਾਏ ਸੁਭਾਏ, ਲੱਖ ਪ੍ਰਾਤ ਕਮਾਵੇ ਕਰ ਉਪਦੇਸ਼ ਝਿੜਕੇ ਬੋ ਪਾਂਤੀ, ਬੋੜ ਪਿਤਾ ਗਲ ਲਾਵੇ। ਸੋ ਉਹਨੇ ਮਾਂ ਦੀ ਤਰ੍ਹਾਂ ਜਿਹੜਾ ਹੈਗਾ ਗਲ ਲਾ ਲੈਣਾ। ਔਰ ਉਹ ਜਿਹੜੀ ਡਿਸਕਸ਼ਨ ਦੀ ਪਾਵਰ ਦੀ ਮੈਂ ਗੱਲ ਕਰ ਰਿਹਾ ਸੀ, ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ, ਅਵਰ ਨ ਸੂਝੈ ਦੂਜੀ ਠਾਹਰ। ਮੈਨੂੰ ਹੋਰ ਕੋਈ ਰਸਤਾ ਨਹੀਂ ਸੁਝਦਾ, ਦੁਨੀਆ ਦਿਖਾ ਰਹੀ ਹੈ, ਉੱਥੇ ਚਲਾ ਜਾ, ਉੱਥੇ ਇੰਨੇ ਦਿਨ ਪਾਠ ਕਰ ਲਿਆ, ਉੱਥੇ ਇਸ਼ਨਾਨ ਕਰ ਲਿਆ, ਉੱਥੇ ਪੁੰਨ ਕਰਿਆ, ਉੱਥੇ ਫਲਾਣੇ ਦਿਨ ਕਾਲੇ ਕੁੱਤੇ ਨੂੰ ਦਿਆ, ਉੱਥੇ ਕਾਲੀ ਗਾਂ ਨੂੰ ਕੁਛ ਦਿਆ। ਕਹਿੰਦੇ ਮੈਨੂੰ ਇਹ ਸਭ ਪਾਸੇ ਨਹੀਂ ਜਾਣਾ, ਮੈਨੂੰ ਗੁਰੂ ਤੇ ਭਰੋਸਾ ਹੈ, ਗੁਰੂ ਦੀ ਸ਼ਰਨ ਤੇ ਭਰੋਸਾ ਹੈ, ਉਹਦੇ ਸੁਭਾਅ ਤੇ ਭਰੋਸਾ ਹੈ। ਲੇਖਾ ਛੋੜ ਅਲੇਖਾ ਛੂਟੈ ਹਮ ਨਿਰਗੁਣ ਲਿਹੋ ਉਬਾਰੀ। ਕਿ ਤੁਹਾਡਾ ਸਿਸਟਮ ਤਾਂ ਇਹੀ ਬਣਿਆ ਕਿ ਤੁਸੀਂ ਲੇਖਾ ਜੋਖਾ ਹਰ ਇੱਕ ਦਾ ਕਰਨਾ ਹੈ, ਪਰ ਮੈਨੂੰ ਪਤਾ ਲੱਗਾ ਗੁਰੂਦੇਵ ਪਿਤਾ ਤੋਂ ਤੁਹਾਡੀ ਡਿਸਕ੍ਰਿਸ਼ਨਰੀ ਪਾਵਰ ਵੀ ਹੈ। ਤੁਸੀਂ ਕਿਰਪਾ ਕਰਕੇ ਉਹ ਵਰਤ ਕੇ ਮੇਰੇ ਲੇਖੇ ਨੂੰ ਲਕੀਰ ਫੇਰ ਦਿਓ। ਗੁਰੂ ਅਗਰ ਅਸੀਂ ਭਾਵਨਾ ਨਾਲ ਆਪਣੇ ਪਿੱਛੇ ਕੀਤੇ ਹੋਏ ਦੇ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੈ, ਇਸ ਭਾਵਨਾ ਨਾਲ ਸਬਮਿਸ਼ਨ ਕਰਾਂਗੇ ਗੁਰੂ ਦੇ ਕੋਲ, ਤਾਂ ਗੁਰੂ 100% ਡੈਫੀਨੇਟਲੀ ਉਸ ਜੀਵ ਨੂੰ ਬਖਸ਼ ਲਏਗਾ, ਆਪਣੇ ਲੜ ਲਾ ਲਏਗਾ ਤੇ ਉਹਨੂੰ ਅੱਗੇ ਤੋਂ ਕੁਰਾਹੇ ਤੋਂ ਰਾਹ ਦੇ ਉੱਤੇ ਪਾ ਦੇਗਾ। ਸੋ ਇੱਥੇ ਇਸ ਭਰੋਸੇ ਨਾਲ ਜਾਣਾ ਹੈ। ਗੁਰੂ ਨੂੰ ਇੱਕ ਪਿਆਰ ਭਰਾ ਮਨੋ ਤਰਲਾ ਵੀ ਹੈ, ਨਿਹੋਰਾ ਵੀ ਹੈ ਬੱਚੇ ਦੀ ਤਰ੍ਹਾਂ, ਕਿ ਵੀ ਤੁਹਾਡੇ ਕੋਲ ਆਇਆ ਤਾਂ ਮੈਨੂੰ ਹੁਣ ਫਿਰ ਡਰ ਕਾਹਦਾ ਹੋਣਾ ਚਾਹੀਦਾ ਬਾਕੀਆਂ ਤੋਂ ਕਿ ਉਹਨੂੰ ਮਾਇਆ ਦੇ ਦੂਤ ਏਦਾਂ ਕਰ ਲੈਣਗੇ, ਉੱਦਾਂ ਕਰ ਲੈਣਗੇ। ਸੋ ਭਾਵਨਾ ਜਿਹੜੀ ਇਸ ਸ਼ਬਦ 'ਚ ਪ੍ਰਗਟ ਹੋ ਰਹੀ ਹੈ ਉਹ ਇਹ ਹੈ। ਧੰਨਵਾਦ ਜੀ। ਓਕੇ ਜੀ, ਵੀਰ ਜੀ ਬਾ ਕਮਾਲ, ਬਹੁਤ ਸੋਹਣੀ ਵਿਚਾਰ ਕੀਤੀ ਆਪ ਜੀ ਨੇ। ਬਾਪੂ ਮੱਖਣ ਸਿੰਘ ਜੀ ਨੇ ਹੈਂਡ ਰੇਸ ਕੀਤਾ ਸੀਗਾ, ਸੌਰੀ ਉਹ ਬਾਪੂ ਜੀ ਮੈਂ ਉਹ ਵਾਲਾ ਹੈਂਡ ਰੇਸ ਦੇਖ ਨਹੀਂ ਪਾਇਆ। ਆਪ ਜੀ ਦੀ ਆਡੀਓ ਔਨ ਹੈ ਬਾਪੂ ਜੀ? ਵੀਰ ਜੀ ਸਾਰੇ ਵੀਰਾਂ ਤੇ ਸਾਰੇ ਵੀਰ ਨੂੰ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ 2 ਦਿਨ ਪਹਿਲਾਂ ਜੋ ਘਟਨਾ ਹੋਈ ਬੜੀ ਦੁਖਾਨੀ ਸੀ। ਯਕੀਨ ਮੰਨੋ